ਸਤਨਾਮ ਸ੍ਰੀ ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਜ ਜੀਓ। तेरे गुण बहुते मैं एक ना जानिया। मैं मूर्ख किछ दीदै प्रणवत नानक सुन मेरे साहिबा। प्रणवत नानक सुन मेरे साहिबा। डुबदा पत्थर लीजै जेता समुंद सागर नीर भरिया। दया करो किश मेरे पावो। डुब दे पत्थर तारे आनंद गुणी निधान गुरु गरीब निवाज। सारी संगत गज के बोलना जी सतनाम दीनन की प्रतिपाल करे निज संत उबार गनी मन गारे। पछ पचू नग नागन रात सर्व समय सबको प्रतिपारे। भोक्त है जल में थल में पल में कल केड़ी कर्म बुझारे। दीन दयाल दयानिध धोखन देखता है पर देख न हारे। बेनती मेरी है बेनती संगते गुरां दिए कह दो वाहेगुरु वाहेगुरु वाहेगुरु। धन्ने सेविया बाल बुद्ध। भगत धन्ना जी जिन्हां दे पावन स्थानां ते जुड़ बैठे हो, ਉਹਨਾਂ ਦੀ ਡੈਡੀਕੇਸ਼ਨ ਕਿਹੋ ਜੀ ਸੀ परमात्मा प्रति। मैं थोड़ा जिहा तुहाडे नाल ਸਾਂਝ पावां। सतगुरु कहंदे धन्ने सेविया बाल बुद्ध। एक बच्चे दी अवस्था दे नाल परमात्मा नूं प्राप्त कीता भगत धन्ना जी ने। ते जिहड़ा समर्पण हुंदा है ना, समर्पण पता की हुंदा है? गुरु गोबिंद सिंह महाराज कुछ सिख ते भाई नंद लाल जी तुरे जा रहे सन। मैं डेडिकेशन की डेफिनेशन दे लगा भी डेडिकेशन हुंदी किहो जी है, समर्पण हुंदा किहो जिहा है। जिहड़ा भगत धन्ना जी ने कीता अपने आप नूं। कलगीधर पातशाह तुरे जा रहे ते रस्ते विच एक चोज कीता, एक पत्थर फड़ के दे पानी विच सुट के सिखां नूं सवाल कीता कि सिखो ये पत्थर पानी विच क्यों डुबा। जो सिखां ने जवाब दिता, जे सानू कोई ये चोज करके जां ये घटना तो बाद पूछे कि पत्थर पानी विच क्यों डुबा तो साडा भी वही जवाब आवेगा। सिखां ने आख्या सतगुरु
ਪੱਥਰ ਭਾਰਾ ਹੁੰਦਾ ਤੇ ਪਾਣੀ ਦਾ ਇੱਕ ਸੁਭਾਅ ਹੈ, ਭਾਰੀ ਚੀਜ਼ ਨੂੰ ਆਪਣੇ ਵਿੱਚ ਡੁਬੋ ਲੈਂਦਾ ਹੈ। ਮਹਾਰਾਜ ਡੁੱਬ ਗਿਆ, ਕੋਈ ਦੋ ਰਾਏ ਤੇ ਹੈ ਹੀ ਨਹੀਂ। ਕਲਗੀਧਰ ਪਾਤਸ਼ਾਹ ਨੇ ਇਹ 3 ਵਾਰ ਘਟਨਾ ਕੀਤੀ, 3 ਵਾਰ। ਤਿੰਨੇ ਵਾਰ ਸਿੱਖਾਂ ਨੂੰ ਪੁੱਛਿਆ ਕਿ ਪੱਥਰ ਪਾਣੀ ਵਿੱਚ ਕਿਉਂ ਡੁੱਬਾ, ਤੇ ਤਿੰਨੇ ਵਾਰ ਸਿੱਖਾਂ ਨੇ ਜਵਾਬ ਦਿੱਤਾ, ਸਤਿਗੁਰੂ ਪੱਥਰ ਭਾਰਾ ਏ, ਪਾਣੀ ਹਲਕਾ ਏ, ਪੱਥਰ ਡੁੱਬ ਗਿਆ। ਚੌਥੀ ਵਾਰ ਕਲਗੀਧਰ ਪਾਤਸ਼ਾਹ ਨੇ ਪੱਥਰ ਫੜ ਕੇ ਪਾਣੀ ਵਿੱਚ ਸੁੱਟਿਆ ਤੇ ਸਵਾਲ ਕੀਤਾ ਭਾਈ ਨੰਦ ਲਾਲ ਜੀ ਨੂੰ। ਕਹਿਣ ਲੱਗੇ, ਨੰਦ ਲਾਲ ਜੀ ਤੁਸੀਂ ਦੱਸੋ ਇਹ ਪੱਥਰ ਪਾਣੀ ਵਿੱਚ ਕਿਉਂ ਡੁੱਬਾ? ਤੇ ਭਾਈ ਨੰਦ ਲਾਲ ਜੀ ਦੇ ਹੱਥ ਜੁੜ ਗਏ। ਬੈਰਾਗ ਦੀ ਤੇ ਪਿਆਰ ਦੀ ਮੂਰਤ ਬਣ ਕੇ ਗਲ ਵਿੱਚ ਪਾਏ ਹੋਏ ਪੱਲੇ ਨੂੰ ਦੋਵਾਂ ਹੱਥਾਂ ਵਿੱਚ ਲੈ ਕੇ ਨੈਣਾਂ ਵਿੱਚੋਂ ਮੋਤੀ ਸੁੱਟ ਕੇ ਤੇ ਆਪਣੀ ਕੰਬਦੀ ਹੋਈ ਜੀਭ ਦੇ ਨਾਲ ਆਖਿਆ, ਸਤਿਗੁਰੂ ਨੰਦ ਲਾਲ ਨੇ ਨਾ ਤਾਂ ਪੱਥਰ ਵੇਖਿਆ ਤੇ ਨਾ ਪਾਣੀ। ਮਹਾਰਾਜ ਕਹਿਣ ਲੱਗੇ, ਫਿਰ ਨੰਦ ਲਾਲ ਨੇ ਕੀ ਵੇਖਿਆ? ਜੇ ਨੰਦ ਲਾਲ ਨੇ ਪੱਥਰ ਪਾਣੀ ਵਿੱਚ ਡਿੱਗਦਾ ਨਹੀਂ ਵੇਖਿਆ, ਨਾ ਪਾਣੀ ਵੱਲ ਤੱਕਿਆ, ਤੇ ਨੰਦ ਲਾਲ ਨੇ ਕੀ ਤੱਕਿਆ? ਤੇ ਭਾਈ ਨੰਦ ਲਾਲ ਨੇ ਆਖਿਆ, ਸਤਿਗੁਰੂ ਨੰਦ ਲਾਲ ਨੇ ਤੇ ਇਹੋ ਹੀ ਵੇਖਿਆ ਜਿਹੜਾ ਕਲਗੀਧਰ ਦੇ ਹੱਥ ਵਿੱਚੋਂ ਛੁੱਟ ਗਿਆ, ਉਹ ਅੱਜ ਵੀ ਡੁੱਬਾ ਤੇ ਕੱਲ ਵੀ ਡੁੱਬਾ। ਤੇ ਭਾਈ ਨੰਦ ਲਾਲ ਜੀ ਨੇ ਆਖਿਆ ਸੀ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਜਿਹਦਾ ਕੋਈ ਆਸਰਾ ਨਹੀਂ, ਜਿਸਦਾ ਕੋਈ ਥਾਂ ਨਹੀਂ, ਹਮਦਰਦ ਨਹੀਂ, ਹਮਸਾਇਆ ਨਹੀਂ, ਉਹਦੀ ਬਾਹ ਫੜਨ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਤੇ ਬਾਹ ਫੜਾਈ ਸੀ ਆਪਣੇ ਆਪ ਨੂੰ ਸਮਰਪਣ ਕਰਕੇ ਭਗਤ ਧੰਨਾ ਜੀ ਨੂੰ, ਉਸ ਪਰਮਾਤਮਾ ਨੂੰ, ਉਸ ਪਰਮਾਤਮਾ ਨੂੰ ਐਸਾ ਸੇਵਿਆ, ਫਿਰ ਸਿੱਧੀਆਂ ਜੱਟਾਂ ਵਾਲੀਆਂ ਗੱਲਾਂ ਕਰ ਦਿੱਤੀਆਂ। ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ, ਦਾਲ ਸੀਧਾ ਮੰਗੋ ਕੀਓ ਹਮਰਾ ਖੁਸ਼ੀ ਕਰੇ ਨਿਤ ਜੀਓ, ਪਨੀਆਂ ਛਾਦਨ ਨੀਕਾ ਅਨਾਜ ਮੰਗੋ ਸਤ ਸੀਕਾ, ਗਊ ਭੈਸ ਮੰਗੋ ਲਵੇਰੀ ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਣ ਚੰਗੀ ਜਨ ਧੰਨਾ ਲੇਵੇ ਮੰਗੀ। ਇਹ ਤੇ ਫਿਰ ਉਹੋ ਹੀ ਕਰ ਸਕਦਾ ਨਾ ਜਿਹਦੀ ਪ੍ਰਥਾएं ਅਸੀਂ ਪੜ੍ਹਦੇ, ਹਰ ਹਰ ਜਨ ਦੂਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਏ। ਜਿਹਦਾ ਰੱਬ ਤੇ ਆਪ ਦੇ ਵਿੱਚ ਕੋਈ ਭੇਦ ਨਹੀਂ ਰਹਿ ਗਿਆ, ਜਿਹੜਾ ਇੱਕ ਹੋ ਗਏ ਨੇ। ਤੇ ਭਗਤ ਧੰਨਾ ਜੀ ਦੇ ਪ੍ਰਕਾਸ਼ ਦਿਹਾੜੇ ਦੀ ਮੈਂ ਆਪ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ। ਵਧਾਈ ਦੀ ਪ੍ਰਵਾਨਗੀ ਫਤਿਹ ਦੀ ਸਾਂਝ ਰਾਹੀਂ ਪਾਉਣ ਦਾ ਯਤਨ ਕਰਨਾ। ਯਾਦ ਰੱਖਣਾ, ਜਦੋਂ ਅਸੀਂ ਫਤਿਹ ਦੀ ਸਾਂਝ ਪਾਵਾਂਗੇ, ਇਸ ਦੇ ਵਿੱਚ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਆਵੇਗਾ। ਵਾਹਿਗੁਰੂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 13 ਵਾਰ ਆਇਆ। ਜਿਵੇਂ ਰੱਬ ਨੂੰ ਵੱਖਰੇ ਵੱਖਰੇ ਨਾਮ ਨਾਲ ਯਾਦ ਕੀਤਾ ਗਿਆ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ 523 ਵਾਰ ਆਇਆ। ਅੱਲਾ ਸ਼ਬਦ 46 ਵਾਰ, ਅੰਤਰਜਾਮੀ ਸ਼ਬਦ 60 ਵਾਰ, ਸਤਨਾਮ ਸ਼ਬਦ 59 ਵਾਰ, ਹਰ ਸ਼ਬਦ 8344 ਵਾਰ, ਕਰਤਾ ਸ਼ਬਦ 228 ਵਾਰ, ਕ੍ਰਿਸ਼ਨ ਸ਼ਬਦ 22 ਵਾਰ, ਗੋਪਾਲ ਸ਼ਬਦ 491 ਵਾਰ, ਗੋਬਿੰਦ ਸ਼ਬਦ 475 ਵਾਰ, ਜਗਦੀਸ਼ ਸ਼ਬਦ 60 ਵਾਰ, ਠਾकुर ਸ਼ਬਦ 216 ਵਾਰ, ਦਾਤਾ ਸ਼ਬਦ 151 ਵਾਰ, ਨਾਰਾਇਣ ਸ਼ਬਦ 99 ਵਾਰ, ਨਿਰੰਕਾਰ ਸ਼ਬਦ 29 ਵਾਰ, ਕਰਤਾਰ ਸ਼ਬਦ 220 ਵਾਰ, ਮੂਲ ਮੰਤਰ 33 ਵਾਰ, ਪ੍ਰਭੂ ਸ਼ਬਦ 1371 ਵਾਰ, परमात्मा शब्द 321 वार, परमेश्वर शब्द 139 वार, राम शब्द 2533 वार, भगवान शब्द 30 वार, वाहेगुरु शब्द 13 वार ते वाहगुरु शब्द 3 वार गुरु ग्रंथ साहिब दे विच आया। कोई रसना वांझी ना रह जावे। सारे अदब सत्कार सहित गुरु ग्रंथ साहिब जी नूं सीच काओ। याद रखना, मेरे तो पहला फतेह की गल चल रही सी कि औरंगजेब फतेह नहीं सी बोलता तो दी जान नहीं सी निकलती, ते ये फतेह कलगीधर पातशाह ने सी आख्या कि फतेह मेरी है तो औरंगजेब इस नूं बोल नहीं। फतेह किसदी है? एक अंग्रेज राइटर कहता द विक्ट्री दैट ऑफ द गॉड, गॉड इज इमोर्टल। फतेह उस काल पुरख परमात्मा दी है। आओ सारे झुकाओ सीस गुरु ग्रंथ साहिब जी नूं, अदब सत्कार सहित दोनों हथ जोड़ के फतेह दी सांझ पाओ ते आखो जी वाहेगुरु जी का खालसा वाहेगुरु जी की फतेह। समा मेरे को बड़ा कीमती है, तो मैनू भाई दलजीत सिंह जी उन्होंने हुक्म बड़े ला दिते ने। पहली दफा इस मोदे नगर के दर्शन भाई गुरदयाल सिंह जी के पावन स्थान से जो उन्होंने याद में समागम किया गया, उत्थे हाज़री भरी शहीद भाई गुरदयाल सिंह जी। 13 अप्रैल सन 1978 नूं भाई अवतार सिंह, भाई अमरीक सिंह, भाई हरभजन सिंह, भाई हरी सिंह,
ਭਾਈ ਕੇਵਲ ਸਿੰਘ, ਭਾਈ ਗੁਰਬਚਨ ਸਿੰਘ, ਭਾਈ ਗੁਰਦਿਆਲ ਸਿੰਘ, ਭਾਈ ਪਿਆਰਾ ਸਿੰਘ, ਭਾਈ ਫੌਜਾ ਸਿੰਘ, ਭਾਈ ਧਰਮਵੀਰ ਸਿੰਘ, ਭਾਈ ਰਘਬੀਰ ਸਿੰਘ, ਭਾਈ ਰਣਧੀਰ ਸਿੰਘ, ਇਹ 13 ਸੂਰਮੇ ਸ਼ਹੀਦ ਹੋਏ, ਜਿਸ ਵਿੱਚੋਂ ਤੁਹਾਡੇ ਨਗਰ ਨੂੰ ਮਾਣ ਹੈ ਕਿ ਭਾਈ ਗੁਰਦਿਆਲ ਸਿੰਘ ਜੀ ਇਸ ਨਗਰ ਦੇ ਨੇ। ਉੱਥੇ ਹਾਜ਼ਰੀ ਭਰੀ। ਉਸ ਤੋਂ ਬਾਅਦ ਭਗਤ ਸੂਰਦਾਸ ਜੀ, ਉਹਨਾਂ ਦੇ ਪਾਵਨ ਸਥਾਨਾਂ ਤੇ ਦਰਸ਼ਨ ਕੀਤੇ ਤੇ ਭਾਈ ਸਾਹਿਬ ਜੀ ਉਹਨਾਂ ਨੇ ਉੱਥੋਂ ਹੁਕਮ ਤੁਹਾਡੇ ਦਰਸ਼ਨ ਕਰਨ ਲਈ ਲਾ ਦਿੱਤਾ। ਸਮਾਂ ਬੜਾ ਕੀਮਤੀ ਹੈ। ਵੈਸੇ ਮੈਨੂੰ ਕੋਈ ਕਾਹਲੀ ਨਹੀਂ, ਜੇ ਮੌਸਮ ਨੇ ਸਾਥ ਦਿੱਤਾ ਤੁਸੀਂ ਟਿਕੇ ਰਹਿਣਾ, ਗੁਰੂ ਕਿਰਪਾ ਕਰੇ ਸਾਡੀ ਤੇ ਤੁਹਾਡੀ ਸਾਂਝ ਬਣ ਜਾਵੇ। ਤੇ ਜਦੋਂ ਸਾਂਝ ਬਣ ਗਈ ਨਾ, ਮੈਨੂੰ ਇਹ ਵੀ ਪਤਾ ਹੈ ਹੁਣ ਜਿੰਨੇ ਤੁਸੀਂ ਬੈਠੇ ਹੋ ਨਾ, ਕੇਵਲ ਢਾਡੀ ਕਲਾ ਦੇ ਆਸ਼ਿਕ ਬੈਠੇ ਜੀ, ਹੋਰ ਕੋਈ ਨਹੀਂ। ਕਿਉਂਕਿ ਜਿਨ੍ਹਾਂ ਨੇ ਹਾਜ਼ਰੀ ਲਗਵਾਉਣੀ ਸੀ ਉਹ ਲਾ ਕੇ ਚਲੇ ਗਏ, ਤੇ ਜਿਨ੍ਹਾਂ ਨੇ ਇਤਿਹਾਸ ਸਰਵਣ ਕਰਕੇ ਅੱਜ ਜਾਗਣਾ ਜਾਗਨ ਨੀਕਾ ਹਰ ਕੀਰਤਨ ਮਹਿ ਜਾਗਣਾ, ਜਿਨ੍ਹਾਂ ਨੇ ਰਹਿਣ ਪੂਰੀ ਜਾਗ ਕੇ ਆਪਣੇ ਗੁਰੂ ਨੂੰ ਸਮਰਪਿਤ ਕਰਨੀ ਹੈ, ਭਗਤ ਧੰਨਾ ਜੀ ਨੂੰ ਸਮਰਪਿਤ ਕਰਨੀ, ਅੱਜ ਦੀ ਰਹਿਣ ਕੇਵਲ ਤੁਸੀਂ ਉਹਨੇ ਬੈਠ ਗਏ ਹੋ। ਤੇ ਮੈਂ ਬੇਨਤੀ ਕਰਾਂ, ਜਿਹਨੇ ਬੈਠਣਾ ਉਹ ਵੀ ਮੁਬਾਰਕ ਹੈ, ਜਿਹਨੇ ਇਸ ਵਿੱਚੋਂ ਵੀ ਖੁਸ਼ੇ ਲੈਣੇ ਹੋਣ ਉਹ ਗੁਰੂ ਸਾਹਿਬ ਦੀ ਆਗਿਆ ਲੈ ਕੇ ਉਦੋਂ ਜਾ ਸਕਦਾ ਜਦੋਂ ਰੁਝੇਵਾਂ ਹੋਵੇ। ਇੱਕ ਵਾਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਮੈਨੂੰ ਹੁਕਮ ਲਾ ਦਿੱਤਾ ਭਾਈ ਦਲਜੀਤ ਸਿੰਘ ਜੀ ਉਹਨਾਂ ਨੇ ਉਚੇਚਾ ਕਿ ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਦਾਸੀ ਤੋਂ ਲੈ ਕੇ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਵਿੱਚੋਂ ਕੁਝ ਕਹਿਣਾ ਹੈ। ਮੈਂ ਕੇਵਲ ਟੱਚ ਕਰਕੇ ਤੁਹਾਡੇ ਨਾਲ ਉਹ ਇਤਿਹਾਸ ਦੀ ਲੜੀ ਨੂੰ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਵਿੱਚੋਂ ਕੁਝ ਕਹਿਣ ਦਾ ਯਤਨ ਕਰਾਂ। ਜਾਹਰ ਪੀਰ ਜਗਤ ਗੁਰ ਬਾਬਾ ਚੜਿਆ ਸੋਧਣਾ ਧਰ ਤੋਂ ਲੁਕਾਈ। ਭਾਈ ਗੁਰਦਾਸ ਜੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਮਨੁੱਖਤਾ ਦਾ ਉਧਾਰ ਕਰਨ ਵਾਸਤੇ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਤੁਰ ਪਏ। ਤੇ ਯਾਦ ਰੱਖਣਾ, ਜਦੋਂ ਪਹਿਲੀ ਉਦਾਸੀ ਕੀਤੀ ਨਾ ਗੁਰੂ ਨਾਨਕ ਮਹਾਰਾਜ ਨੇ, ਉਸ ਵਕਤ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਚਾਲਾ ਮਾਰਿਆ ਤੇ ਪਾਤਸ਼ਾਹ 56 ਸ਼ਹਿਰਾਂ ਦਾ ਵਿੱਚ ਨਿੱਕੇ ਮੋਟੇ ਕਸਬੇ ਪਿੰਡ ਕਿੰਨੇ ਆਏ ਉਹਨਾਂ ਦੀ ਗਿਣਤੀ ਬਹੁਤ ਹੈ। ਜਿਹੜੇ 56 ਸ਼ਹਿਰ ਆਏ ਨਾ, ਮੈਂ ਉਹਨਾਂ ਦਾ ਜ਼ਿਕਰ ਤੁਹਾਡੇ ਨਾਲ ਕਰਨ ਲੱਗਾ ਜੋ ਮੈਨੂੰ ਚੇਚਾ ਹੁਕਮ ਲੱਗਾ ਕੌਮ ਦੀਆਂ ਮਹਾਨ ਸ਼ਖਸੀਅਤਾਂ ਵੱਲੋਂ, ਗੁਰੂ ਕੀ ਸੰਗਤ ਵੱਲੋਂ। ਗੁਰੂ ਨਾਨਕ ਮਹਾਰਾਜ ਸੁਲਤਾਨਪੁਰ ਲੋਧੀ ਧਰਤੀ ਤੋਂ ਤੁਰੇ ਤੇ ਸਭ ਤੋਂ ਪਹਿਲਾਂ ਪਹੁੰਚੇ ਲਾਹੌਰ। ਲਾਹੌਰ ਤੋਂ ਰਾਏ ਭੋਜ ਦੀ ਤਲਵੰਡੀ, ਰਾਏ ਭੋਜ ਦੀ ਤਲਵੰਡੀ ਤੋਂ ਸੈਦਪੁਰ, ਸੈਦਪੁਰ ਤੋਂ ਹਰਿਦੁਆਰ, ਹਰਿਦੁਆਰ ਤੋਂ ਅਲਮੋੜਾ, ਅਲਮੋੜੇ ਤੋਂ ਗੋਰਖਮਤਾ, ਗੋਰਖਮਤੇ ਤੋਂ ਅਯੁੱਧਿਆ, ਅਯੁੱਧਿਆ ਤੋਂ ਪ੍ਰਯਾਗ, ਪ੍ਰਯਾਗ ਤੋਂ ਬਨਾਰਸ, ਬਨਾਰਸ ਤੋਂ ਗਿਆ, ਗਿਆ ਤੋਂ ਗੁਹਾਟੀ, ਗੁਹਾਟੀ ਤੋਂ ਮਣੀਪੁਰ ਦੇ ਰਤੇ ਸਿਲਹਟ, ਸਿਲਹਟ ਤੋਂ ਢਾਕਾ, ਢਾਕਾ ਤੋਂ ਨਦੀਆਂ, ਨਦੀਆਂ ਤੋਂ ਮੇਦਨੀਪੁਰ, ਮੇਦਨੀਪੁਰ ਤੋਂ ਪੁਰੀ, ਪੁਰੀ ਤੋਂ ਬੇਜ਼ਵਾੜਾ, ਬੇਜ਼ਵਾੜਾ ਤੋਂ ਗੰਤੂਰ, ਗੰਤੂਰ ਤੋਂ ਕੁੜਾਪਾ, ਕੁੜਾਪਾ ਤੋਂ ਰਮੇਸ਼ਵਰ, ਰਮੇਸ਼ਵਰ ਤੋਂ ਸਿੰਗਲਾਦੀਪ, ਸਿੰਗਲਾਦੀਪ ਤੋਂ ਕੋਚੀਨ, ਕੋਚੀਨ ਤੋਂ ਪਾਲਕਾੜ, ਪਾਲਕਾੜ ਤੋਂ ਨੀਲਗਿਰੀ, ਨੀਲਗਿਰੀ ਤੋਂ ਸ਼੍ਰੀ ਰੰਗਾਪਟਮ, ਸ਼੍ਰੀ ਰੰਗਾਪਟਮ ਤੋਂ ਮਲਕ ਰਾਜਨ ਮੰਦਰ, ਮਲਕ ਰਾਜਨ ਮੰਦਰ ਤੋਂ ਪਾਂਦਰਪੁਰ, ਪਾਂਦਰਪੁਰ ਤੋਂ ਬਾਰਸੀ, ਬਾਰਸੀ ਤੋਂ ਪੂਨਾ, ਪੂਨਾ ਤੋਂ ਨਾਸਿਕ, ਨਾਸਿਕ ਤੋਂ ਔਰੰਗਾਬਾਦ, ਔਰੰਗਾਬਾਦ ਤੋਂ ਓਮਕਾਰ ਮੰਦਰ, ਓਮਕਾਰ ਮੰਦਰ ਤੋਂ ਉਜੈਨ, ਉਜੈਨ ਤੋਂ ਬੜੌਦਾ, ਬੜੌਦਾ ਤੋਂ ਭਾਵਨਗਰ, ਭਾਵਨਗਰ ਤੋਂ ਪਾਲੀਟਾਣਾ, ਪਾਲੀਟਾਣਾ ਤੋਂ ਸੋਮਨਾਥ, ਸੋਮਨਾਥ ਤੋਂ ਦੁਆਰਕਾ, ਦੁਆਰਕਾ ਤੋਂ ਓਖਾ ਬੰਦਰ, ਓਖਾ ਬੰਦਰ ਤੋਂ ਮਾਂਡਵੀ ਬੰਦਰ, ਮਾਂਡਵੀ ਬੰਦਰ ਤੋਂ ਭੁੱਜ, ਭੁੱਜ ਤੋਂ ਅੰਜਾਰ, ਅੰਜਾਰ ਤੋਂ ਬੀਸਨਗਰ, ਬੀਸਨਗਰ ਤੋਂ ਆਬੂ, ਆਬੂ ਤੋਂ ਨਾਥਦਵਾਰਾ, ਨਾਥਦਵਾਰ ਤੋਂ ਚਤੌੜ, ਚਤੌੜ ਤੋਂ ਜਮੇਰ, ਜਮੇਰ ਤੋਂ ਪੁਸ਼ਕਰ, ਪੁਸ਼ਕਰ ਤੋਂ ਮਥੁਰਾ, ਮਥੁਰੇ ਤੋਂ ਦਿੱਲੀ, ਦਿੱਲੀ ਤੋਂ ਪਾਣੀਪਤ, ਪਾਣੀਪਤ ਤੋਂ ਭਿਹੋਵਾ, ਭਿਹੋਵੇ ਤੋਂ ਸਰਸਾ, ਸਰਸੇ ਤੋਂ ਸੁਲਤਾਨਪੁਰ, ਸੁਲਤਾਨਪੁਰ ਤੋਂ ਰਾਏ ਭੋਜ ਦੀ ਤਲਵੰਡੀ ਅਤੇ ਰਾਏ ਭੋਜ ਦੀ ਤਲਵੰਡੀ ਤੋਂ ਪੱਖੋਗੇ ਰਧਾਵੇ। ਇਸ ਸਮੇਂ ਵਿੱਚ ਗੁਰੂ ਪਾਤਸ਼ਾਹ ਨੇ ਕੀਤਾ ਪਤਾ ਕੀ? ਇੱਕ ਵਿਦਵਾਨ ਸੱਜਣ ਕਹਿੰਦਾ ਤਾਰੇ ਗਿਣੇ ਜਾਤ ਹੈ ਤੇਰੇ ਤਾਰੇ ਨਾ ਗਿਣਾਤ ਹੈ। ਆਸਮਾਨ ਦੇ ਟਿਮਟਮਾਉਂਦੇ ਸਟਾਰ, ਤਾਰੇ ਤੇ ਕੋਈ ਗਿਣ ਸਕਦਾ? ਸਾਇੰਟਿਸਟ ਅੱਜ ਜੇ ਕਹਿ ਦਵੇ ਤਰੱਕੀ ਕਰ ਰਹੀ ਹੈ, ਵਿਗਿਆਨ ਬਹੁਤ ਟੈਕਨੋਲੋਜੀ ਨੂੰ ਫੜਦਾ ਜਾ ਰਿਹਾ, ਅਪਗ੍ਰੇਡ ਹੁੰਦਾ ਜਾ ਰਿਹਾ, ਉਹ ਕਹਿ ਸਕਦਾ ਮੈਂ ਤਾਰੇ ਗਿਣ ਸਕਦਾ। ਪਰ ਵਿਦਵਾਨ ਕਹਿੰਦਾ ਸਤਿਗੁਰੂ ਜਿੰਨੇ ਗੁਰੂ ਨਾਨਕ ਪਾਤਸ਼ਾਹ ਤੁਸੀਂ ਤਾਰੇ ਨੇ ਉਹਨਾਂ ਦੀ ਗਿਣਤੀ ਕੋਈ ਨਹੀਂ ਕਰ ਸਕਦਾ। ਇਹ ਗੁਰਤਾ ਗੱਦੀ ਸੀ, ਇਹ ਦੂਸਰੇ ਪਾਤਸ਼ਾਹ ਤੋਂ ਤੀਸਰੇ, ਤੀਸਰੇ ਤੋਂ ਚੌਥੇ ਤੇ ਚੌਥੇ ਤੋਂ ਪੰਚਮ ਪਾਤਸ਼ਾਹ ਤੱਕ ਆ ਗਈ। ਸ਼ਾਂਤਮਈ ਤਰੀਕੇ ਨਾਲ ਸ਼ਹਾਦਤ ਦੇ ਦਿੱਤੀ। ਇੱਕ ਟਰਨਿੰਗ ਪੁਆਇੰਟ ਆ ਗਿਆ ਜਦੋਂ ਛੇਵੇਂ ਪਾਤਸ਼ਾਹ ਨੇ 2 ਤਲਵਾਰਾਂ ਪਹਿਨ ਲਈਆਂ ਤੇ ਸਾਡੇ ਵੱਡ ਵਡੇਰੇ ਸਤਿਕਾਰਯੋਗ ਢਾਡੀ ਮੀਰ ਅਬਦਲ ਜੀ ਤੇ ਨੱਥਮਲ ਖੈਰ ਜੀ ਅਕਾਲ ਤਖਤ ਸਾਹਿਬ ਦੀ ਸਟੇਜ ਤੋਂ ਨੇ ਇੱਕ ਵਾਰ ਗਾਈ, ਪਾਤਸ਼ਾਹ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਮਹਾ ਕੋਟਗੜ, ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਾਲ, ਮਾਰ ਦੁਸ਼ਟਾਂ ਕਰੇ ਤਾਂ ਗੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਵਕਤ ਦੇ ਬਾਦਸ਼ਾਹ ਨੂੰ ਨਗਾਰੇ ਦੇ ਚੋੜ ਲਾ ਕੇ ਢਾਡੀਆਂ ਨੇ ਆਖਿਆ ਮਹਾਰਾਜ ਪੱਗ ਤੇ ਤੇਰੀ ਹੈ ਪਰ ਬਾਦਸ਼ਾਹ ਝੂਠਾ ਹੈ। ਬਸ ਇਹੀ ਕਾਰਨ ਸੀ 4 ਜੰਗਾਂ ਹੋ ਨਿਬੜੀਆਂ, 4 ਵਿੱਚੋਂ ਪਾਤਸ਼ਾਹ ਜੇਤੂ ਰਹੇ। ਗੁਰਤਾ ਗੱਦੀ 7ਵੇਂ ਪਾਤਸ਼ਾਹ ਤੋਂ 8ਵੇਂ
ਤੇ 8ਵੇਂ ਤੋਂ ਆਣ ਪਹੁੰਚੀ ਹੈ 9ਵੇਂ ਪਾਤਸ਼ਾਹ ਦੇ ਕੋਲ। ਉਹ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦਾ 400 ਸਾਲਾ 1 ਮਈ 2021 ਅਗਲੇ ਮਹੀਨੇ ਦੇ ਵਿੱਚ ਸਿੱਖ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਨੇ। ਤੇ ਯਾਦ ਰੱਖਣਾ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਤੇਗ ਬਹਾਦਰ ਸਿਮਰਿਆ ਘਰ 9 ਨਿਦਾਵੇ ਧਾਏ। ਜਿਹੜਾ ਸਤਿਗੁਰੂ ਨੂੰ ਯਾਦ ਕਰਦਾ ਨਾ ਗੁਰੂ ਤੇਗ ਬਹਾਦਰ ਸਾਹਿਬ ਨੂੰ, ਉਹਦੇ ਘਰ ਵਿੱਚ 9 ਨਿਧੀਆਂ ਆਉਂਦੀਆਂ ਨੇ। ਵੈਸੇ ਗੁਰਬਾਣੀ ਦਾ ਫਰਮਾਨ ਹੈ ਨਵ ਨਿਧੀ 18 ਸਿਧੀ ਪਿਛੇ ਲੱਗੀਆਂ ਫਿਰੈ ਜੋ ਹਰ ਹਿਰਦੇ ਸਦਾ ਵਸਾਏ। ਜਿਹੜਾ ਰੱਬ ਨੂੰ ਯਾਦ ਕਰ ਲੈਂਦਾ ਹਿਰਦੇ ਵਿੱਚ, ਉਹਦੇ ਮਗਰ 9 ਨਿਧੀਆਂ ਕਿਹੜੀਆਂ ਨੇ ਨੋਟ ਕਰ ਲੈਣੀਆਂ। ਸੰਖ ਕੁਸ਼ਪ ਕੁੰਦ ਨੀਲ ਪਦਮ ਮਹਾਪਦਮ ਮਕਰ ਮੁਕੰਦ ਵਰਚ 18 ਸਿੱਧੀਆਂ ਅਣਿਆ ਅਪਰਾਗਤ ਅਨੂਪੀ ਸਵਸ਼ਾਂਦ ਮ੍ਰਿਤੂ ਸੂਰ ਕ੍ਰੀੜਾ ਦਰਸ਼ਨ ਸੰਕਲਪ ਕਾਮ ਰੂਪ ਗਰਮਾ ਦੂਰਦਰਸ਼ਨ ਦੂਰ ਸਰਵਣ ਬਸਤਾ ਮਹਿਮਾ ਮਨੋਵੇਗ ਲਗਮਾ ਪ੍ਰਾਪਤੀ ਪ੍ਰਕਾਮਿਆ ਪ੍ਰਕਾ ਪ੍ਰਵੇਸ਼। ਸਤਿਗੁਰੂ ਕਹਿੰਦੇ ਉਹਦੇ ਮਗਰ ਲੱਗੀਆਂ ਫਿਰਦੀਆਂ ਨੇ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਤੇ ਗੁਰਤਾ ਗੱਦੀ ਦਸਮ ਪਾਤਸ਼ਾਹ ਤੱਕ ਆਣ ਪਹੁੰਚੀ। ਮਹਾਰਾਜ ਦੇ ਜੀਵਨ ਚੋਂ ਤੁਸੀਂ ਸਰਵਣ ਕਰ ਰਹੇ ਸੀ। ਕਲਗੀਧਰ ਪਾਤਸ਼ਾਹ ਨੇ ਦੀਨੇ ਕਾਂਗੜ ਦੀ ਧਰਤੀ ਤੋਂ ਇੱਕ ਜ਼ਫਰਨਾਮਾ ਭਾਵ ਫਤਿਹ ਦੀ ਚਿੱਠੀ ਔਰੰਗਜ਼ੇਬ, ਔਰੰਗ ਦਾ ਮਤਲਬ ਹੈ ਤਖਤ, ਜ਼ੇਬ ਦਾ ਮਤਲਬ ਹੈ ਸ਼ਿੰਗਾਰ। ਕਲਗੀਧਰ ਪਾਤਸ਼ਾਹ ਕਹਿੰਦੇ ਸੀ ਔਰੰਗਜ਼ੇਬ ਤੇਰੇ ਨਾਮ ਵਿੱਚ ਜ਼ੇਬ ਅੱਖਰ ਨਹੀਂ ਫੱਬਦਾ, ਇੱਕ ਕੰਮ ਕਰ ਜ਼ੇਬ ਅੱਖਰ ਆਪਣੇ ਨਾਮ ਵਿੱਚੋਂ ਮਿਟਾ ਦੇ। ਔਰ ਜੇ ਤੂੰ ਤਖਤ ਦਾ ਸ਼ਿੰਗਾਰ ਬਣਨਾ ਚਾਹਣਾ ਹੈ ਤੇ ਜੇ ਨਹੀਂ ਫਿਰ ਆਪਣੇ ਹਿਰਦੇ ਵਿੱਚੋਂ ਫਰੇਬ ਮਿਟਾ। ਜ਼ੇਬ ਅੱਖਰ ਉਹ ਲਗਾਵੇ ਜਿਹੜਾ ਹਿਰਦੇ ਵਿੱਚ ਕਪਟ ਦੇ ਛਲ ਨਹੀਂ ਰੱਖਦਾ, ਪਰ ਤੂੰ ਤਖਤ ਦੇ ਲਾਇਕ ਨਹੀਂ, ਨਾ ਤਖਤ ਦੀ ਸ਼ੋਭਾ ਵਧਾਉਣ ਦੇ ਲਾਇਕ ਹੈ। ਉਹ ਕਲਗੀਧਰ ਪਾਤਸ਼ਾਹ ਨੇ ਜ਼ਫਰਨਾਮਾ ਦੀਨੇ ਕਾਂਗੜ ਦੀ ਧਰਤੀ ਤੋਂ ਲਿਖਿਆ। ਮਹਾਰਾਜ ਮੁਕਤਸਰ ਸਾਹਿਬ ਦੀ ਧਰਤੀ ਤੋਂ ਹੁੰਦੇ ਹੋਏ ਸਾਬੋ ਕੀ ਤਲਵੰਡੀ ਧੋ ਕੇ ਤੇ ਕਲਗੀਧਰ ਪਾਤਸ਼ਾਹ ਜਾ ਪਹੁੰਚੇ ਨੇ ਅੱਜ ਨੰਦੇੜ ਪੰਚਬਟੀ ਦੇ ਇਲਾਕੇ ਵਿੱਚ। ਪੰਚਬਟੀ ਮੈਂ ਪੜ੍ਹ ਰਿਹਾ ਸਾਂ, ਇਸ ਬਾਰੇ ਭੱਟਵਈਆਂ ਦੇ ਵਿੱਚ ਵੀ ਜ਼ਿਕਰ ਮਿਲਿਆ ਹੈ। ਡਾਕਟਰ HSD ਵੀ ਆਪਣੀ ਪੁਸਤਕ ਵਿੱਚ ਜ਼ਿਕਰ ਕਰਦੇ ਨੇ, ਡਾਕਟਰ ਗੰਡਾ ਸਿੰਘ ਆਪਣੀ ਪੁਸਤਕ ਵਿੱਚ ਜ਼ਿਕਰ ਕਰਦੇ ਨੇ ਕਿ ਪੰਚਬਟੀ ਇੱਥੇ 5 ਤਰ੍ਹਾਂ ਦੇ ਰੁੱਖ ਸਨ। ਸਮਾਂ ਮਿਲਿਆ ਮੈਂ ਉਹ ਜੀ ਨਾਲ ਸਾਂਝੇ ਕਰ ਦੇਵਾਂਗਾ। 5 ਤਰ੍ਹਾਂ ਦੇ ਰੁੱਖ ਹੋਣ ਕਾਰਨ ਇਹਦਾ ਨਾਂ ਪੰਚਬਟੀ ਦਾ ਮੈਦਾਨ ਪੈ ਗਿਆ। ਉੱਥੇ ਮਾਧੋ ਦਾਸ ਬੈਰਾਗੀ ਦਾ ਡੇਰਾ। ਮੈਂ ਇੱਕ ਹੋਰ ਬੇਨਤੀ ਕਰ ਦੇਵਾਂ, ਇਸ ਇਤਿਹਾਸ ਨੂੰ ਆਪ ਜੀ ਨੇ ਪਤਾ ਨਹੀਂ ਕਿਤਨੀ ਕੁ ਵਾਰ ਸਰਵਣ ਕੀਤਾ ਹੋਵੇਗਾ, ਪਰ ਮੈਂ ਯਤਨ ਕਰਾਂਗਾ ਇਸ ਵਿੱਚ ਕੋਈ ਅਣਟੱਚ ਪੱਤਰਾ, ਕੋਈ ਅਣਛੂਹਾ ਪੱਤਰਾ ਤੁਹਾਡੇ ਸਾਹਮਣੇ ਰੱਖਣ ਦਾ ਯਤਨ ਕਰਾਂ ਜਿਹੜਾ ਅੱਜ ਤੱਕ ਸਟੇਜ ਤੋਂ ਬਹੁਤ ਪਾਸੇ ਰਹਿ ਚੁੱਕਾ। ਕਲਗੀਧਰ ਪਾਤਸ਼ਾਹ ਮਾਧੋ ਦਾਸ ਬੈਰਾਗੀ ਦੇ ਡੇਰੇ ਵਿੱਚ ਪਹੁੰਚੇ। ਜਿਸ ਵਕਤ ਕਲਗੀਧਰ ਪਾਤਸ਼ਾਹ ਉੱਥੇ ਪਹੁੰਚੇ ਉਸ ਵੇਲੇ ਮਾਧੋ ਦਾਸ ਆਪ ਡੇਰੇ ਵਿੱਚ ਨਹੀਂ, ਇਹਦੇ ਚੇਲੇ ਬੈਠੇ ਨੇ ਤੇ ਇੱਕ ਅੰਦਰ ਡੱਠਾ ਹੋਇਆ ਪਲੰਗ। ਉਹ ਪਲੰਗ ਬਾਰੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਉਧਰ ਨਹੀਂ ਜਾਣਾ। ਪਲੰਗ ਡੱਠਾ ਹੋਇਆ, ਕਲਗੀਧਰ ਪਾਤਸ਼ਾਹ ਪਲੰਗ ਤੇ ਸ਼ੋਭਾ ਪਾਉਣ ਲੱਗੇ ਨੇ ਤੇ ਸਿੱਖਾਂ ਨੇ ਆ ਕੇ ਆਖਿਆ ਮਹਾਰਾਜ ਸ਼ਾਮ ਦਾ ਵਕਤ ਹੋ ਚੁੱਕਾ ਹੈ, ਭੋਜਨ ਕਿਵੇਂ ਤਿਆਰ ਕੀਤਾ ਜਾਵੇ। ਸਤਿਗੁਰੂ ਇਸ਼ਾਰਾ ਕੀਤਾ ਤੇ ਜਿਹੜਾ ਇਸ਼ਾਰਾ ਕਰਕੇ ਉੱਥੇ ਚੋਜ ਵਰਤਾਇਆ, ਉੱਥੇ ਕੌਤਕ ਕੀਤਾ। ਢਾਡੀ ਕਲਾ ਦੀ ਬੜੀ ਪਿਆਰੀ ਵੰਨਗੀ ਹੈ ਰਸਾਲੂ। ਇਹ ਹੋਂਦ ਵਿੱਚ ਕਿਵੇਂ ਆਇਆ ਰਸਾਲੂ, ਥੋੜਾ ਜਿਹਾ ਗੌਰ ਕਰਨਾ। ਤੁਸੀਂ ਸੁਰਤ ਟਿਕਾ ਕੇ ਬੈਠੇ ਹੋ। ਰਾਜਾ ਸਲ ਹੋਇਆ, ਸਲ ਦਾ ਪੁੱਤਰ ਸੀ ਰਾਜਾ ਸਲਵਾਨ, ਜਿਸ ਨੇ ਉਹ ਸਿਆਲਕੋਟ ਦਾ ਇਲਾਕਾ ਵਸਾਇਆ। ਉਹਦੇ ਵਿੱਚ ਇੱਕ ਸਿਆਲਕੋਟ ਦਾ ਕਿਲ੍ਹਾ ਤਿਆਰ ਕਰਵਾਇਆ। ਸਲਵਾਨ ਦੇ ਅੱਗੇ 16 ਪੁੱਤਰ ਸਨ, ਜਿਚੋਂ ਇੱਕ ਦਾ ਨਾਮ ਸੀ ਪੂਰਨ ਤੇ ਇੱਕ ਦਾ ਰਸਾਲੂ। ਪੂਰਨ ਵੀ ਢਾਡੀ ਕਲਾ ਦੇ ਗਾਇਆ ਜਾਂਦਾ, ਰਸਾਲੂ ਸਿੰਘ ਗਾਉਣ ਲੱਗੇ ਨੇ। ਅੱਗੇ ਇਹਨਾਂ ਦਾ ਪੁੱਤਰ ਸੀ ਸੁਹਾਦਾ, ਸੁਹਾਦੇ ਦਾ ਸੰਸਰਪਟ, ਸੰਸਰਪਟ ਦਾ ਰਾਹੂ ਕਿਰਤੂ, ਰਾਹੂ ਕਿਰਤੂ ਦਾ ਭਾਗਮਲ, ਭਾਗਮਲ ਦਾ ਬਿਗਾ ਮਲ, ਬਿਗਾ ਮਲ ਦਾ ਬੁੱਢਾ ਮਲ, ਜਿਹਨੇ ਅੰਮ੍ਰਿਤ ਛਕਾ ਦੇ ਬੁੱਢਾ ਸਿੰਘ ਬਣਿਆ। ਅੱਗੇ ਦੇ 2 ਸੁਪੁੱਤਰ ਸਨ, ਇੱਕ ਚੰਦਾ ਸਿੰਘ, ਇੱਕ ਨੌਦ ਸਿੰਘ। ਚੰਦਾ ਸਿੰਘ ਦੀ ਔਲਾਦ ਸੀ ਸੰਧਾ ਵਾਲੀਏ, ਨੌਦ ਸਿੰਘ ਦੀ ਔਲਾਦ ਸੀ ਸ਼ੁਕਰ ਚੱਕੀਏ। ਸਰਦਾਰ ਨੌਦ ਸਿੰਘ ਦਾ ਸੁਪੁੱਤਰ ਹੈ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ। ਸਰਦਾਰ ਚੜ੍ਹ ਸਿੰਘ ਦਾ ਸੁਪੁੱਤਰ ਹੈ ਸਰਦਾਰ ਮਹਾ ਸਿੰਘ ਸ਼ੁਕਰ ਚੱਕੀਆ ਤੇ ਮਹਾ ਸਿੰਘ ਦਾ ਸੁਪੁੱਤਰ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਅੱਗੇ ਦੇ 7 ਸੁਪੁੱਤਰ ਹੋਏ, ਖੜਗ ਸਿੰਘ, ਸ਼ੇਰ ਸਿੰਘ, ਤਾਰਾ ਸਿੰਘ, ਮੁਲਤਾਨਾ ਸਿੰਘ, ਦਲੀਪ ਸਿੰਘ, ਕਸ਼ਮੀਰਾ ਸਿੰਘ, ਪਿਛੋਰਾ ਸਿੰਘ। ਇਹਦੇ ਵੱਡ ਵਡੇਰਿਆਂ ਵਿੱਚੋਂ ਗਾਈ ਜਾਣ ਵਾਲੀ ਢਾਡੀ ਕਲਾ ਦੀ ਕਲਾਸੀਕਲ ਨਜ਼ਮ ਹੈ ਰਸਾਲੂ। ਮੈਂ ਬੇਨਤੀ ਕਰਾਂ, ਮੇਰੇ ਪੂਜਾ ਪਿਤਾ ਉਸਤਾਦ ਗਿਆਨੀ ਮਿਲਖਾ ਸਿੰਘ ਮੌਜੀ ਸਾਹਿਬ, ਦਾਦਾ ਉਸਤਾਦ ਗਿਆਨੀ ਕੁਲਵੰਤ ਸਿੰਘ BA ਸਾਹਿਬ ਕੈਨੇਡਾ ਵਾਲੇ ਤੇ ਪੜਦਾਦਾ ਉਸਤਾਦ ਸ਼੍ਰੋਮਣੀ ਢਾਡੀ, ਢਾਡੀਆਂ ਦੇ ਪੈਤਾਮਾ, ਢਾਡੀਆਂ ਦੇ ਪੈਗੰਬਰ ਸੁਲਤਾਨਨ ਢਾਡੀ, ਸੱਚਖੰਡ ਵਾਸੀ, ਗੁਰਪੁਰ ਵਾਸੀ, ਸਤਿਕਾਰਯੋਗ ਗਿਆਨੀ ਸੋਹਣ ਸਿੰਘ ਸੀਤਲ ਸਾਹਿਬ ਜੀ। ਪੜਦਾਦਾ ਉਸਤਾਦ ਜੀ ਕਹਿੰਦੇ ਸੀ ਸਟੇਜਾਂ ਦੇ ਢੱਡ ਸਰੰਗੀ ਵੱਜੇਗੀ ਪਰ ਢਾਡੀ ਕਲਾ ਲੋਪ ਹੋ ਜਾਵੇਗੀ।
ਉਹ ਹੁੰਦੀ ਜਾ ਰਹੀ ਹੈ। ਜਿਹੋ ਜਿਹੇ ਹਾਲਾਤ ਉਹਨਾਂ ਵੇਖੇ ਸਨ, ਉਸੇ ਢਾਡੀ ਕਲਾ ਨੂੰ ਸੁਰਜੀਤ ਰੱਖਣ ਵਾਸਤੇ ਆਪ ਜੀ ਸਾਹਮਣੇ ਢਾਡੀ ਕਲਾ ਦੀ ਵਣਗੀ ਰਸਾਲੂ ਰੱਖਣ ਦਾ ਯਤਨ ਕਰ ਲੱਗੇ ਆ। ਸਰਵਣ ਕਰਨਾ ਕਲਗੀਧਰ ਪਾਤਸ਼ਾਹ ਮਾਧੋ ਦਾਸ ਬੈਰਾਗੀ ਦੇ ਡੇਰੇ ਵਿੱਚ ਸ਼ੋਭਾ ਪਾ ਰਹੇ ਨੇ ਤੇ ਸਿੱਖਾਂ ਨੂੰ ਜਿਹੜਾ ਹੁਕਮ ਦਿੱਤਾ ਉਹ ਤੇ ਕੀ ਕੌਤਕ ਵਰਤਿਆ, ਉਸ ਵੇਲੇ ਦਾ ਵੇਰਵਾ ਮਨਮੀਤ ਸਿੰਘ ਬੀਏ ਬਹੁ ਵਿਰਦਾ ਢਾਡੀ ਥਾਣਾ ਸ਼ਬਦਾਂ ਵਿੱਚ ਇਉਂ ਬਿਆਨ ਕਰਦਾ ਹੈ। ਹੁਕਮ ਸੁਣਾ ਕੇ ਫੌਜ ਨੂੰ ਉਹਨੇ ਹੁਕਮ ਸੁਣਾ ਕੇ ਫੌਜ ਨੂੰ ਉੱਥੇ ਦਿੱਤਾ ਮਾਸਰ ਨਾ ਸਾਡੇ ਬਾਹਰ ਵਸ ਤੋਂ ਮੌਜੀਆਂ ਸਾਡੇ ਬਾਹਰ
ਤੋਂ ਮੌਜੀਆ ਜਾ ਕੇ ਕਰ ਲੋ ਕੋਈ ਉਪਾਅ। ਕਲਗੀਧਰ ਪਾਤਸ਼ਾਹ ਦਾ ਹੁਕਮ ਪਾ ਕੇ ਸਿੱਖਾਂ ਨੇ ਬੱਕਰੇ ਝਟਕਾ ਦਿੱਤੇ, ਦੇਗਾਂ ਰਿੰਨ ਰਹੀਆਂ ਸਨ। ਮਾਧੋ ਦਾਸ ਬੈਰਾਗੀ ਦੇ ਚੇਲੇ ਲੋਹੇ ਲਾਖੇ ਹੋਏ ਤੇ ਆਣ ਪਹੁੰਚੇ ਮਾਧੋ ਦਾਸ ਕੋਲ। ਆ ਕੇ ਆਖਿਆ, ਮਹਾਤਮਾ ਜੀ ਤੁਹਾਡੇ ਡੇਰੇ ਵਿੱਚ ਤਾਂ ਅੱਜ ਕਹਿਰ ਹੋ ਗਿਆ, ਤੁਸੀਂ ਵੈਸ਼ਨੋ ਬਿਰਤੀ ਦੇ ਸਾਧ, ਪਰ ਤੁਹਾਡਾ ਅੱਜ ਡੇਰਾ ਪਿੱਟਿਆ ਗਿਆ। ਮਾਧੋ ਦਾਸ ਨੇ ਪੁੱਛਿਆ ਕਾਰਨ ਕੀ ਹੈ? ਉਹਨਾਂ ਦੱਸਿਆ ਤੁਹਾਡੇ ਡੇਰੇ ਵਿੱਚ ਪਤਾ ਨਹੀਂ ਕੌਣ ਆ ਕੇ ਬੈਠ ਗਿਆ, ਦੇਗਾਂ ਰਿੰਨ ਰਹੀਆਂ ਨੇ, ਤੁਸੀਂ ਪਲੰਗ ਰੱਖਿਆ ਸੀ ਆਏ ਕਹਿਣ ਨੂੰ ਸੁੱਟਣ ਵਾਸਤੇ, ਪਰ ਉਹ ਟੱਸ ਤੋਂ ਮਸ ਨਹੀਂ ਹੋ ਸਕਿਆ। ਮਾਧੋ ਦਾਸ ਬੈਰਾਗੀ ਨੇ 52 ਵੀਰ ਭੇਜੇ, ਪਰ ਜਦੋਂ ਵਾਹ ਪੇਸ਼ ਨਾ ਚੱਲੀ ਤੇ ਆਪ ਪਹੁੰਚਿਆ, ਸਤਿਗੁਰਾਂ ਦੇ ਸਾਹਮਣੇ ਆ ਗਿਆ, ਆਪਦੀਆਂ ਰਿੱਧੀਆਂ ਸਿੱਧੀਆਂ ਚਲਾਉਣ ਲੱਗਾ, ਪਰ ਉਸ ਅਕਾਲਪੁਰ ਪ੍ਰਮਾਤਮਾ ਦੇ ਅੱਗੇ ਰਿੱਧੀਆਂ ਸਿੱਧੀਆਂ ਫੇਲ ਹੋ ਗਈਆਂ। ਗੋਡਿਆਂ ਭਾਰ ਹੋ ਕੇ ਬੈਠ ਗਿਆ ਤੇ ਕਹਿੰਦਾ, ਮਹਾਰਾਜ ਆਪ ਕੌਣ ਹੋ? ਤੇ ਸਤਿਗੁਰੂ ਕਹਿੰਦੇ, ਮਾਧੋ ਦਾਸ ਉਹ ਜੋ ਜਿਸ ਨੂੰ ਤੂੰ ਜਾਣਦਾ ਹੈ। ਕਹਿੰਦਾ, ਮੈਂ ਜਾਣਦਾ ਹਾਂ, ਅਹਿਮਦ ਸ਼ਾਹ ਬਟਾਲੀਆ ਔਰ ਹੋਰ ਵੀ ਕਾਫੀ ਖਾਂ ਵਰਗੇ ਵਿਦਵਾਨਾਂ ਨੇ ਇਸ ਦਾ ਬੜਾ ਜ਼ਿਕਰ ਕੀਤਾ ਹੈ। ਫਾਰਸੀ ਦੀਆਂ ਲਿਖਤਾਂ ਪੜ੍ਹੀਏ ਤੇ ਸਾਡੇ ਸਾਹਮਣੇ ਇਹ ਭੇਦ ਖੁੱਲ੍ਹਦੇ ਨੇ। ਜਦੋਂ ਅਸੀਂ ਭੱਟਵਈਆਂ ਨੂੰ ਪੜ੍ਹੀਏ, ਸਰੂਪ ਸਿੰਘ ਕੌਸ਼ੀ ਦੁਆਰਾ ਲਿਖੀਆਂ ਹੋਈਆਂ, ਤੇ ਉਹਦੇ ਵਿੱਚ ਵੀ ਜ਼ਿਕਰ ਮਿਲਦਾ ਹੈ। ਪਾਤਸ਼ਾਹ ਨੇ ਆਖਿਆ, ਮਾਧੋ ਦਾਸ ਮੈਂ ਉਹ ਹਾਂ ਜਿਸ ਨੂੰ ਤੂੰ ਜਾਣਦਾ ਹੈ। ਤੇ ਮਾਧੋ ਦਾਸ ਨੇ ਆਖਿਆ, ਕੀ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਹੋ? ਜਿਸ ਨੂੰ ਅਸੀਂ ਕਦੀ ਮਿਲੇ ਅਸੀਂ ਉਸ ਨੂੰ ਹੀ ਕਹਿ ਸਕਦੇ ਹਾਂ ਕਿ ਤੂੰ ਫਲਾਣਾ ਹੈ, ਵਰਨਾ ਨਹੀਂ। ਜਿਸ ਨੂੰ ਨਹੀਂ ਜਾਣਦੇ ਅਸੀਂ ਨਹੀਂ ਕਵਾਂਗੇ। ਹੁਣ ਇੱਥੇ ਸਵਾਲ ਉੱਠਦਾ ਕਿ ਮਾਧੋ ਦਾਸ ਬੈਰਾਗੀ ਕਲਗੀਧਰ ਪਾਤਸ਼ਾਹ ਨੂੰ ਪਹਿਲਾਂ ਕਿੱਥੇ ਮਿਲ ਚੁੱਕਾ ਹੈ? ਦੇਹਰਾਦੂਨ ਦੀ ਧਰਤੀ ਹਰਿਦੁਆਰ, ਉਹਦੇ ਇਲਾਕੇ ਵਿੱਚ ਇੱਕ ਨਗਰ ਪੈਂਦਾ ਕਨਖਲ, ਉਹਦੇ ਵਿੱਚ ਮਾਧੋ ਦਾਸ ਬੈਰਾਗੀ ਉਦੋਂ ਔਗੜਨਾਥ ਦੇ ਨਾਲ ਲਛਮਣ ਦੇਵ ਦੇ ਨਾਂ ਹੇਠ ਸੀ, ਜਦੋਂ ਕਲਗੀਧਰ ਪਾਤਸ਼ਾਹ ਦਾ ਨਾਮ ਗੋਬਿੰਦ ਰਾਏ ਸੀ। 1695 ਦੇ ਵਿੱਚ ਕਨਖਲ ਦੇ ਵਿੱਚ ਮਾਧੋ ਦਾਸ ਦੀ ਅਤੇ ਕਲਗੀਧਰ ਪਾਤਸ਼ਾਹ ਦੀ ਇੱਕ ਮਿਲਣੀ ਹੋ ਚੁੱਕੀ ਸੀ। ਥੋੜੇ ਚਿਰ ਦੀ ਮਿਲਣੀ ਸੀ, ਉਦੋਂ ਇਹ ਲਛਮਣ ਦਾਸ ਕੁਝ ਲੈ ਨਾ ਸਕਿਆ, ਇਹਦਾ ਨਾਮ ਬਦਲਿਆ ਗਿਆ ਤੇ ਮਾਧੋ ਦਾਸ ਰੱਖਿਆ ਗਿਆ। ਅੱਜ ਕਲਗੀਧਰ ਪਾਤਸ਼ਾਹ ਦੇ ਕੋਲ ਆ ਪਹੁੰਚੇ ਨੇ ਇਸ ਨੂੰ ਕੋਈ ਦੇਣ ਵਾਸਤੇ। ਮਾਧੋ ਦਾਸ ਨੇ ਆਖਿਆ, ਮਹਾਰਾਜ ਤੁਸੀਂ ਗੁਰੂ ਗੋਬਿੰਦ ਸਿੰਘ ਹੋ? ਪਾਤਸ਼ਾਹ ਨੇ ਆਖਿਆ, ਹਾਂ ਮਾਧੋ ਦਾਸ ਮੈਂ ਹੀ ਗੁਰੂ ਗੋਬਿੰਦ ਸਿੰਘ ਹਾਂ। ਕਹਿਣ ਲੱਗਾ, ਸਤਿਗੁਰੂ ਮੇਰੇ ਕੋਲੋਂ ਗੁਸਤਾਖੀ ਹੋ ਗਈ। ਪਾਤਸ਼ਾਹ ਨੇ ਆਖਿਆ, ਕੋਈ ਗੱਲ ਨਹੀਂ ਮਾਧੋ ਦਾਸ, ਬੰਦਿਆਂ ਕੋਲੋਂ ਗੁਸਤਾਖੀਆਂ ਹੁੰਦੀਆਂ ਨੇ। ਸਤਿਗੁਰੂ ਨੂੰ ਕਹਿਣ ਲੱਗਾ, ਮਹਾਰਾਜ ਮੈਂ ਬੰਦਾ ਹਾਂ, ਮੇਰੇ ਕੋਲੋਂ ਗਲਤੀ ਹੋ ਗਈ, ਤੁਸੀਂ ਰੱਬ ਦਾ ਰੂਪ ਹੋ, ਤੁਸੀਂ ਕਿਉਂ ਗਲਤੀ ਕੀਤੀ ਹੈ? ਸਤਿਗੁਰੂ ਕਹਿੰਦੇ, ਮਾਧੋ ਦਾਸ ਉਹ ਗਲਤੀ ਅਸੀਂ ਕੀਤੀ, ਕਿਹੜੀ ਦੱਸ, ਅਸੀਂ ਮਾਫੀ ਮੰਗਾਂਗੇ। ਮਹਾਰਾਜ ਮੈਂ ਵੈਸ਼ਨੋ ਬਿਰਤੀ ਦਾ ਸਾਧ, ਤੁਸੀਂ ਡੇਰੇ ਵਿੱਚ ਚਟੰਗੇ ਝਟਕਾ ਦਿੱਤੇ। ਤੇ ਪਾਤਸ਼ਾਹ ਕਹਿੰਦੇ, ਧਿਆਨ ਨਾਲ ਦੇਖ ਮਾਧੋ ਦਾਸ, ਚਟੰਗੇ ਕਿਸ ਨੁੱਕਰ ਵਿੱਚ ਨੇ ਤੇ ਤੇਰਾ ਡੇਰਾ ਕਿਹੜੀ ਨੁੱਕਰ ਵਿੱਚ ਹੈ? ਕਹਿੰਦਾ, ਸਤਿਗੁਰੂ ਹੈ ਤਾਂ ਇਸੇ ਧਰਤੀ ਦੇ ਉੱਤੇ। ਤੇ ਪਾਤਸ਼ਾਹ ਕਹਿੰਦੇ, ਕਿਹੜੀਆਂ ਗੱਲਾਂ ਕਰਦਾ ਮਾਧੋ ਦਾਸ, ਕਿਹੜੀ ਧਰਤੀ ਦੀ ਗੱਲ ਕਰਦਾ ਹੈ? ਪੰਜਾਬ ਦੀ ਧਰਤੀ ਤੇ ਚੱਲ ਕੇ ਵੇਖ, ਚੱਪੇ ਚੱਪੇ ਦੇ ਬੇਗੁਨਾਹਾਂ ਦਾ ਖੂਨ ਡੁੱਲਿਆ ਪਿਆ। ਕੀ ਤੇਰਾ ਡੇਰਾ ਉਸ ਧਰਤੀ ਦਾ ਭਾਗ ਨਹੀਂ? ਜੇ ਭਾਗ ਹੈ ਤਾਂ ਫਿਰ ਯਾਦ ਰੱਖ, ਤੇਰਾ ਡੇਰਾ ਉਦੋਂ ਦਾ ਪਿੱਟਿਆ ਗਿਆ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਜਾ ਰਿਹਾ ਸੀ, ਜਦੋਂ ਮਾਸੂਮਾਂ ਨੂੰ ਕਤਲ ਕੀਤਾ ਜਾ ਰਿਹਾ ਸੀ, ਤੇਰਾ ਡੇਰਾ ਉਸੇ ਦਿਨ ਤੋਂ ਪਿੱਟਿਆ ਗਿਆ ਸੀ। ਮਾਧੋ ਦਾਸ ਦੀਆਂ ਅੱਖਾਂ ਖੁੱਲ ਗਈਆਂ ਤੇ ਪਾਤਸ਼ਾਹ ਨੇ ਆਖਿਆ, ਮਾਧੋ ਦਾਸ ਤੂੰ ਕਿਹੜੀ ਪਵਿੱਤਰਤਾ ਦੀ ਗੱਲ ਕਰਦਾ ਹੈ? ਸਾਡੇ ਕੋਲ ਕਸ਼ਮੀਰੀ ਪੰਡਤ ਆਏ ਤੇ ਸਾਡੇ ਪਿਤਾ ਨੂੰ ਆ ਕੇ ਆਖਿਆ, ਮਹਾਰਾਜ ਅਸੀਂ ਮਾਰੇ ਗਏ, ਅਸੀਂ ਲੁੱਟੇ ਗਏ, ਸਾਡੇ ਪੱਲੇ ਕੱਖ ਨਹੀਂ ਰਿਹਾ, ਸਾਡਾ ਯੰਨੂ, ਸਾਡੀ ਧੋਤੀ, ਸਾਡਾ ਟਿੱਕਾ, ਸਾਡਾ ਤਿਲਕ, ਮਹਾਰਾਜ ਸਾਰੇ ਖਤਰੇ ਵਿੱਚ ਪੈ ਗਏ ਤੇ ਇਥੋਂ ਤੱਕ ਸਾਡੇ 68 ਤੀਰਥ ਵੀ ਖਤਰੇ ਵਿੱਚ ਪੈ ਗਏ। ਕਸ਼ਮੀਰੀ ਪੰਡਤ ਆ ਕੇ ਰੋਏ, ਉਹਨਾਂ ਆਖਿਆ, ਗੁਰੂ ਤੇਗ ਬਹਾਦਰ ਸਾਹਿਬ ਨੂੰ, ਮਹਾਰਾਜ ਸਾਡੇ 68 ਤੀਰਥ ਵੀ ਮਿਟ ਜਾਣਗੇ ਜੇ ਸਤਿਗੁਰੂ ਅੱਜ ਸਾਡੀ ਗੁਰੂ ਨਾਨਕ ਦੇ ਦਰਬਾਰ ਨੇ ਬਾਂਹ ਨਾ ਫੜੀ। 68 ਤੀਰਥ ਅਸੀਂ ਆਪਣੇ ਧਰਮ ਕੇਂਦਰਾਂ ਨੂੰ ਪੂਜਦੇ ਹਾਂ, ਇਸੇ ਤਰ੍ਹਾਂ ਹਿੰਦੂ ਲੋਕ ਵੀ ਆਪਣੇ ਧਰਮ ਕੇਂਦਰਾਂ ਨੂੰ ਪੂਜਦੇ ਨੇ। ਉਹਨਾਂ ਦੇ ਧਰਮ ਕੇਂਦਰਾਂ ਨੂੰ 68 ਤੀਰਥਾਂ ਵਿੱਚ ਰੂਪ ਦਿੱਤਾ ਗਿਆ ਤੇ ਬੜੀ ਮਾਨਤਾ ਮੰਨੀ ਗਈ। 68 ਤੀਰਥ ਕਿਹੜੇ ਨੇ? ਮਨ ਵਿੱਚ ਸਵਾਲ ਪੈਦਾ ਹੋਵੇਗਾ, ਸਾਂਝਾ ਕਰਕੇ ਅਗਾਂਹ ਚੱਲਣ ਦਾ ਯਤਨ ਕਰਾਂ। ਵੈਸੇ ਮੌਸਮ ਕੋਈ ਸਾਥ ਨਹੀਂ ਦੇ ਰਿਹਾ। ਖੈਰ ਇੱਕ ਵਾਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। 68 ਤੀਰਥ ਜਿਹੜੇ ਹਿੰਦੂ ਧਰਮ ਵਾਲਿਆਂ ਦੇ ਜਿਹੜੇ ਮੰਨਦੇ ਨੇ, ਉਹਨਾਂ ਦੀ ਗਿਣਤੀ ਇਸ ਪ੍ਰਕਾਰ ਹੈ: ਓਮਕਾਰ, ਅਯੁੱਧਿਆ, ਅਵੰਤਕਾ, ਅਰਾਵਤੀ, ਛਤਰਧਰ, ਸਰਸਵਤੀ, ਸਰਯੂ, ਸਿੰਧ, ਛਿਪਰਾ, ਸ਼ੋਣ, ਸ਼੍ਰੀ ਸ਼ੈਲ, ਸ਼੍ਰੀ ਰੰਗ, ਹਰਿਦੁਆਰ, ਕਪਾਲ ਮੋਚਨ, ਕੱਪ, ਲੋਧਕ, ਕਾਂਚੀ, ਕਾਂਚੀ, ਕਲੰਜਰ, ਕਵੇਰੀ, ਕੁਰਖੇਤਰ, ਕੇਦਾਰਨਾਥ, ਗਿਆ, ਗੋਕਰਨ, ਗੋਮਤੀ, ਗੋਦਾਵਰੀ, ਗੋਵਰਧਨ, ਗੰਗਾ ਸਾਗਰ, ਗੰਡਕਾ, ਕਰਕਰਾ, ਚਰਮਨਵਤੀ, ਚਿਤਰੂ, ਕੋਟ, ਚੰਦਰ, ਪੰਗ, ਜਵਾਲਾਮੁਖੀ, ਜਗਨਨਾਥ,
भांति तापती ताम्र प्राणी तुंग भद्रा द्वारका दिशासम में दृष्ट तपती धारा नर्मदा नैमिष नाग तीर्थ पृथु तक पुष्कर प्रयाग पादरेश्वर भीमेश्वर प्रिंग तुग महाकाल महाबोध मथुरा मायापुरी मानसरोवर मंदाकिनी वित सता विंध्या व्यास मिलवेश्वर वैत्रवती वैष्णवी वैद्यनाथ यमुना रमेश्वर बद्रीनाथ। महाराज ने आख्या माधो दास इन्हां 68 तीर्थां दा वास्ता पाया ते साडे बाप दिल्ली जाके शहीद हो गए, पर अजे बाप दी शहीदी नूं कुछ समा ही होया सी ਇਹ ਅਕਿਰਤ ਕਣ 22 ਤਾਰ ਦੇ ਪਹਾੜੀ ਰਾਜੇ ਸਾਡੇ ਦੁਆਲੇ ਤੇਗਾਂ ਲੈ ਕੇ ਹੋ ਗਏ। ਮਾਧੋ ਦਾਸ ਕਿਹੜੀ ਧਰਤੀ ਦੀ ਗੱਲ ਕਰਦਾ, ਚੱਪੇ ਚੱਪੇ ਤੇ ਜ਼ੁਲਮ ਹੋ ਰਿਹਾ। ਨੇਤਰ ਖੋਲ ਦਿੱਤੇ ਮਾਧੋ ਦਾਸ ਦੇ ਬੰਦ ਸਰੋਤ ਖੁੱਲ ਗਏ। 4 ਸਤੰਬਰ 1708 ਨੂੰ ਅੰਮ੍ਰਿਤ ਵੇਲੇ ਦੀ ਕਥਾ ਹੋਈ ਤੇ ਭਾਈ ਦਇਆ ਸਿੰਘ ਜੀ ਨੇ ਕਥਾ ਵਿਚਾਰਾਂ ਕਰਕੇ ਜਦੋਂ ਪਾਸੇ ਹੋ ਕੇ ਹਟੇ ਤੇ ਮਾਧੋ ਦਾਸ ਕਲਗੀਧਰ ਪਾਤਸ਼ਾਹ ਦੇ ਚਰਨਾਂ ਤੇ ਠੱਠਾ ਕਹਿੰਦਾ ਸਤਿਗੁਰੂ ਮੈਂ ਤੁਹਾਡਾ ਬੰਦਾ, ਮੈਨੂੰ ਬਖਸ਼ ਲਓ। ਮਹਾਰਾਜ ਨੇ ਆਖਿਆ ਕੀ ਚਾਹਣਾ ਹੈ? ਕਹਿੰਦਾ ਸਤਿਗੁਰੂ ਮੈਨੂੰ ਅੱਜ ਅੰਮ੍ਰਿਤ ਛਕਾਓ। ਸਤਿਗੁਰੂ ਕਹਿੰਦੇ ਏਡੀ ਛੇਤੀ ਤਿਆਰ ਹੋ ਗਿਆ? ਕਹਿੰਦਾ ਹੋਣਾ ਸੀ ਮਹਾਰਾਜ, ਕਥਾ ਹੀ ਏਡੀ ਨਿਰਾਲੀ। ਤੁਹਾਡੇ ਸਿੰਘ ਸਾਹਿਬਾਨ ਨੇ ਕਥਾ ਕੀਤੀ ਚਮਕੌਰ ਦੀ ਗੜੀ, ਇੱਕ ਪਾਸੇ 10 ਲੱਖ ਤੇ ਇੱਕ ਪਾਸੇ 40-42 ਵੱਡੇ ਦੋਵੇਂ ਸਾਹਿਬਜ਼ਾਦੇ, ਉਹਨਾਂ ਦੇ ਨਾਲ ਭਾਈ ਸੰਗਤ ਸਿੰਘ, ਜੀਵਨ ਸਿੰਘ, ਉਦੇ ਸਿੰਘ, ਅਣਕ ਸਿੰਘ, ਅਜਬ ਸਿੰਘ, ਜੈਬ ਸਿੰਘ, ਮੋਲਕ ਸਿੰਘ, ਆਲਮ ਸਿੰਘ, ਈਸ਼ਰ ਸਿੰਘ, ਸੁੱਖਾ ਸਿੰਘ, ਸਾਹਿਬ ਸਿੰਘ, ਸੰਤ ਸਿੰਘ, ਸੰਗਤ ਸਿੰਘ, ਸ਼ੇਰ ਸਿੰਘ, ਸ਼ਾਮ ਸਿੰਘ, ਹਿੰਮਤ ਸਿੰਘ, ਹੁਕਮ ਸਿੰਘ, ਕਾਟਾ ਸਿੰਘ, ਕੇਸਰਾ ਸਿੰਘ, ਕੀਰਤੀ ਸਿੰਘ, ਕਿਰਪਾ ਸਿੰਘ, ਖਜਾਨ ਸਿੰਘ, ਗੁਰਬਖਸ਼ੀਸ਼ ਸਿੰਘ, ਜਵਾਰ ਸਿੰਘ, ਟਹਿਲ ਸਿੰਘ, ਦੇਵਾ ਸਿੰਘ, ਦਾਨ ਸਿੰਘ, ਬੁੱਢਾ ਸਿੰਘ, ਬਖਸ਼ੀਸ਼ ਸਿੰਘ, ਮੋਰ ਸਿੰਘ, ਮਦਨ ਸਿੰਘ, ਮੁਕੰਦ ਸਿੰਘ ਦੂਜਾ, ਮੋਗਮ ਸਿੰਘ, ਭਾਗ ਸਿੰਘ, ਰਾਮ ਸਿੰਘ, ਵੀਰ ਸਿੰਘ, ਲਾਲ ਸਿੰਘ। ਮਹਾਰਾਜ 40 ਭਿੜ ਗਏ, ਪਰ 10 ਲੱਖ ਉਹਨਾਂ ਦੀ ਵਾਹ ਵੱਲ ਵੀ ਨਾ ਵੇਖ ਸਕਿਆ। ਤੇ ਮੈਨੂੰ ਪਤਾ ਲੱਗਾ ਕਿ ਉਹਨਾਂ ਨੇ ਅੰਮ੍ਰਿਤ ਛਕਿਆ ਸੀ। ਆ ਦਿਹਾੜਾ ਲੰਘਿਆ ਨਾ ਵਿਸਾਖੀ ਦਾ, ਮੈਂ ਬੇਨਤੀ ਕੀਤੀ ਦਿਲ ਮੇਰਾ ਵੀ ਹਟਣ ਨੂੰ ਨਹੀਂ ਕਰਨਾ, ਤੇ ਜਿੰਨਾ ਚਿਰ ਤੁਸੀਂ ਟਿਕੇ ਰਹੇ ਮੈਂ ਉਹਨਾਂ ਚਿਰ ਹੀ ਹਾਜ਼ਰੀ ਭਰਨੀ, ਉਸ ਤੋਂ ਬਾਅਦ ਆਪਾਂ ਵੀ ਤੁਹਾਡੇ ਤੋਂ ਲਾਂਭੇ ਹੋ ਜਾਣਾ ਹੈ। ਆ ਵਿਸਾਖੀ ਦਾ ਦਿਹਾੜਾ ਲੰਘਿਆ ਤੇ ਅਸੀਂ ਨਾ ਜਿਨ੍ਹਾਂ ਨੂੰ ਕਿਹਾ ਨਾ ਵੀ ਅੰਮ੍ਰਿਤ ਛਕ ਲਓ, ਤੇ ਉਹਨਾਂ ਦਾ ਇੱਕ ਘੜਿਆ ਘੜਾਇਆ ਸਵਾਲ ਸਾਡੇ ਸਾਹਮਣੇ ਆਇਆ। ਉਹ ਜਵਾਬ ਪਤਾ ਕੀ ਸੀ ਜਿਹੜਾ ਉਹਨਾਂ ਜਵਾਬ ਦਿੱਤਾ? ਭਾਈ ਜੀ ਕੀ ਲੋੜ ਹੈ ਅੰਮ੍ਰਿਤ ਛਕਣ ਦੀ, ਸਾਡਾ ਤੇ ਮਨ ਸਾਫ਼ ਹੈ, ਅਸੀਂ ਕਿਸੇ ਨਾਲ ਧੋਖਾ ਨਹੀਂ ਕਰਦੇ, ਫਰੇਬ ਨਹੀਂ ਕਰਦੇ, ਠੱਗੀ ਨਹੀਂ ਕਰਦੇ। ਤੇ ਪਹਿਲੀ ਤਾਂ ਮੈਂ ਬੇਨਤੀ ਕਰਦਾ ਨਾ ਵੀ ਘਰ ਜਾ ਕੇ ਝਾਤੀ ਮਾਰੀ ਜਦੋਂ ਸ਼ਾਮ ਨੂੰ ਮੱਝ ਚੋਣ ਲੱਗੋ ਵੀ ਉਦੋਂ ਮੱਝ ਨੂੰ ਟੀਕਾ ਲਾ ਕੇ ਤੇ ਬਾਲਟੀ 'ਚ ਪਾਣੀ ਵੱਖਰਾ ਕਿੰਨਾ ਪਾਇਆ ਸੀ, ਜਿਹੜੀਆਂ ਸਬਜ਼ੀਆਂ ਬੀਜੀਆਂ ਉਹਨਾਂ ਨੂੰ ਰਾਤ ਟੀਕਾ ਲਾ ਕੇ ਕਿੰਨੀਆਂ ਮੰਡੀ 'ਚ ਵੇਚੀਆਂ। ਦੂਜੀ ਗੱਲ ਇਹ ਤੇ ਇੱਕ ਦੁਨਿਆਵੀ ਪੱਖ ਹੋ ਗਿਆ। ਜਿਹੜਾ ਸਵਾਲ ਹੈ ਵੀ ਸਾਡੇ ਮਨ ਵਿੱਚ ਕੋਈ ਈਰਖਾ ਦਵੈਤ ਨਹੀਂ, ਸਾਨੂੰ ਅੰਮ੍ਰਿਤ ਦੀ ਕੀ ਲੋੜ, ਤੇ ਕਲਗੀਧਰ ਪਾਤਸ਼ਾਹ ਨੂੰ ਕੀ ਲੋੜ ਪੈ ਗਈ ਸੀ ਫਿਰ ਅੰਮ੍ਰਿਤ ਛਕਣ ਦੀ? ਪੰਜਾਂ ਪਿਆਰਿਆਂ ਨੂੰ ਛਕਾ ਕੇ ਆਖਿਆ ਮੈਨੂੰ ਵੀ ਅੰਮ੍ਰਿਤ ਦੀ ਦਾਤ ਦੇ ਦਿਓ, ਤੇ ਭਾਈ ਦਇਆ ਸਿੰਘ ਨੇ ਆਖਿਆ ਮਾਰੇ ਏਡਾ ਸਸਤਾ ਤੇ ਅੰਮ੍ਰਿਤ ਮਿਲਦਾ ਨਹੀਂ, ਇਹਦੇ ਬਦਲੇ 5 ਸਿਰ ਦਿੱਤੇ ਨੇ ਤੇ ਤੁਸੀਂ ਕੀ ਦੇ ਸਕਦੇ ਹੋ ਪੰਥ ਨੂੰ? ਤੇ ਕਲਗੀਧਰ ਪਾਤਸ਼ਾਹ ਨੇ ਆਖਿਆ ਦਇਆ ਸਿੰਘ ਜੀ ਗੋਬਿੰਦ ਰਾਏ ਗੋਬਿੰਦ ਸਿੰਘ ਸੱਜ ਜਾਵੇ, ਪਿਤਾ ਮੈਂ ਪਹਿਲਾਂ ਦਿੱਤਾ ਹੈ, ਮੈਂ ਤੁਹਾਡੇ ਨਾਲ ਵਾਅਦਾ ਕਰਦਾ ਲੋੜ ਪੈਣ ਤੇ ਮੈਂ ਸਰਬੰਸੀ ਲਿਖੇ ਲਾ ਦਵਾਂ, ਪਰ ਕਿਰਪਾ ਕਰਿਓ ਮੈਨੂੰ ਅੰਮ੍ਰਿਤ ਤੋਂ ਵਾਂਝਾ ਨਾ ਰਹਿਣ ਦਿਓ। ਤੇ ਕੀ ਮਹਾਰਾਜ ਦੇ ਮਨ ਵਿੱਚ ਕੋਈ ਧੋਖਾ ਫਰੇਬ ਸੀ? ਕਿਸੇ ਨਾਲ ਠੱਗੀ ਕਰਦੇ ਫਿਰਦੇ ਸੀ, ਉਹਨਾਂ ਨੂੰ ਅੰਮ੍ਰਿਤ ਛਕਣ ਦੀ ਲੋੜ ਪਈ? ਨਹੀਂ। ਮਾਧੋ ਦਾਸ ਨੇ ਆਖਿਆ ਮਹਾਰਾਜ ਮੈਨੂੰ ਅੰਮ੍ਰਿਤ ਛਕਾ ਦਿਓ। 4 ਸਤੰਬਰ ਸਨ 1708 ਦੇ ਵਿੱਚ ਅੰਮ੍ਰਿਤ ਛਕਾਇਆ। ਇਹਦਾ ਨਾਮ ਬੰਦਾ ਸਿੰਘ ਰੱਖਿਆ। ਇਸ ਵਿਸ਼ੇ ਦੇ ਵਿੱਚ ਮੈਂ ਤੁਹਾਨੂੰ 15 ਕਿਤਾਬਾਂ ਦਾ ਹਵਾਲਾ ਦੇ ਸਕਦਾ, ਪਰ ਹੁਣ ਮੇਰੇ ਕੋਲ ਸਮਾਂ ਨਹੀਂ, ਕਿਉਂਕਿ ਬੜਾ ਕੁਝ ਦੱਸਿਆ ਗਿਆ। RSS ਨੇ ਬੜੀ ਵੱਡੀ ਚੋਟ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਤੇ। ਉਹਨੂੰ ਜਦੋਂ ਵੀ ਲਿਖਿਆ ਗਿਆ ਬੰਦਾ ਬੈਰਾਗੀ ਕਰਕੇ ਲਿਖਿਆ ਗਿਆ, ਬੰਦਾ ਸਿੰਘ ਬਹਾਦਰ ਕਰਕੇ ਨਹੀਂ ਲਿਖਿਆ ਗਿਆ। ਪਰ ਮੈਂ ਤੁਹਾਨੂੰ ਹਵਾਲੇ ਦੇਣ ਨੂੰ ਤਿਆਰ ਹਾਂ। ਮੇਰੀ ਗੱਡੀ ਵਿੱਚ ਅਜੇ ਵੀ ਹਵਾਲੇ ਪਏ ਨੇ, ਤੁਸੀਂ ਲੈਣੇ ਹੋਣ ਮੇਰੇ ਕੋਲੋਂ ਲੈ ਸਕਦੇ ਹੋ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਅੰਮ੍ਰਿਤ ਛਕਿਆ ਸੀ ਕਿ ਨਹੀਂ, ਤੇ ਜੇ ਛਕਿਆ ਸੀ ਤਾਂ ਕਿਹੜੇ-ਕਿਹੜੇ ਲੋਕ ਨੇ ਸਾਡੇ ਸਿੱਖ ਧਰਮ ਦੇ ਟਾਂਚ ਕਰ ਰਹੇ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਨਹੀਂ, ਉਹ ਕੇਵਲ ਬੰਦਾ ਬੈਰਾਗੀ ਸੀ, ਉਹ ਸਾਡੇ ਵਿੱਚੋਂ ਹੀ ਉੱਠਿਆ ਸੀ। ਬੈਰਾਗੀ ਤੇ ਉਹਦੇ ਨਾਲ ਟਿਕਿਆ ਕੋਈ ਨਾ। ਜਦੋਂ ਮਹਾਰਾਜ ਪਹੁੰਚ ਗਏ ਉਹਦੇ ਡੇਰੇ ਵਿੱਚ ਤੇ ਫਿਰ ਪਾਤਸ਼ਾਹ ਤੋਂ ਆਗਿਆ ਲੈ ਕੇ ਪੰਜਾਬ ਦੀ ਧਰਤੀ ਤੇ ਆਉਣਾ ਚਾਹੁੰਦਾ ਸੀ, ਉਦੋਂ ਵੀ ਬੈਰਾਗੀ ਇੱਕ ਉਹਦੇ ਨਾਲ ਨਹੀਂ ਆਇਆ। ਕੇਵਲ ਉਹਦੇ ਨਾਲ 20 ਸਿੰਘ ਤੇ 5 ਸਿੰਘ ਬਾਬਾ ਬਾਜ ਸਿੰਘ, ਬਨੋਦ ਸਿੰਘ, ਕੋਹਰ ਸਿੰਘ, ਰਣ ਸਿੰਘ ਵਰਗੇ ਸਨ, ਹੋਰ ਕੋਈ ਨਹੀਂ। ਉਦੋਂ ਬੈਰਾਗੀ ਇੱਕ ਵੀ। ਮੈਂ ਪੜ੍ਹਨ ਦਾ ਯਤਨ ਕੀਤਾ, ਫਾਰਸੀ ਦੀਆਂ ਲਿਖਤਾਂ ਨੂੰ ਵੀ ਪੜ੍ਹਿਆ, ਆਪਣੇ ਵਿਦਵਾਨਾਂ ਨੂੰ ਵੀ ਪੜ੍ਹਿਆ, ਪਰ ਗੁਰੂ ਕੀ ਸੰਗਤ ਮੈਨੂੰ ਮੁਆਫ ਕਰਨਾ, ਮੈਨੂੰ ਇੱਕ ਵੀ ਬੈਰਾਗੀ ਦਾ ਜ਼ਿਕਰ ਨਹੀਂ ਮਿਲਿਆ ਕਿ ਇੱਕ ਵੀ ਬੈਰਾਗੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਪੰਜਾਬ ਦੀ ਧਰਤੀ ਤੇ ਆਇਆ ਹੋਵੇ ਜਾਂ ਪੰਜਾਬ ਦੀ ਧਰਤੀ ਤੇ ਉਹਨੇ ਆ ਕੇ ਉਹਦਾ ਸਾਥ ਦਿੱਤਾ ਹੋਵੇ। ਇੱਕ ਵੀ ਬੈਰਾਗੀ, ਕੇਵਲ ਬਾਬਾ ਬੰਦਾ ਸਿੰਘ ਤੋਂ। ਬਾਬਾ ਬੰਦਾ ਸਿੰਘ ਸੱਜ ਗਿਆ,
ਪਹਿਲਾ ਜੀਵਨ ਜੋ ਸੀ ਉਹ ਸੀ, ਉਸ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਹਿਰਨੀ ਤੋਂ ਕਿਵੇਂ ਉਹਦਾ ਮਨ ਫਿਰ ਸਾਧ ਪੁਣੇ ਵੱਲ ਆਇਆ ਸੀ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ ਮਹਾਰਾਜ ਹੁਣ ਆਗਿਆ ਦਿੱਤੀ ਜਾਵੇ, ਪੰਜਾਬ ਦੀ ਧਰਤੀ ਦੇ ਜ਼ੁਲਮ ਬੜੇ ਹੋ ਰਹੇ ਨੇ ਤੇ ਜਿਹੜੇ ਜ਼ਾਲਮ ਜ਼ੁਲਮ ਕਰ ਰਹੇ ਨੇ ਮੈਂ ਉਹਨੂੰ ਖਤਮ ਕਰਨਾ ਚਾਹੁੰਦਾ ਹਾਂ। ਮਹਾਰਾਜ ਨੇ ਆਗਿਆ ਦਿੱਤੀ। ਅਜੇ ਕੋਰੀ ਦੂਰੀ ਤੇ ਆਇਆ ਸੀ ਜਾਂ ਪਤਾ ਲੱਗਾ ਕਲਗੀਧਰ ਪਾਤਸ਼ਾਹ ਦੇ ਜਮਸ਼ੇਦ ਖਾਨ ਤੇ ਗੁਲ ਖਾਨ ਨੇ ਖੰਜਰ ਦਾ ਵਾਰ ਕਰ ਦਿੱਤਾ। ਪਾਤਸ਼ਾਹ ਨੇ ਫਿਰ ਅੰਤਮ ਆਖਰੀ ਸਾਹ ਦੇ ਉੱਤੇ ਇਸ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦਾ ਰੂਪ ਕਹਿ ਦਿੱਤਾ। ਯਾਦ ਰੱਖਣਾ, ਮੈਨੂੰ ਭਾਈ ਸਾਹਿਬ ਜੀ ਉਹਨਾਂ ਨੇ ਇਹ ਵੀ ਹੁਕਮ ਲਾਇਆ ਸੀ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਬਾਰੇ ਵੀ ਜ਼ਿਕਰ ਕਰਕੇ ਥੋੜਾ ਜਿਹਾ ਜਾਇਓ। ਕਲਗੀਧਰ ਪਾਤਸ਼ਾਹ ਨੇ ਹੁਕਮ ਕੀਤਾ ਜਿਹੜਾ ਅੱਜ ਸਮਝਣ ਦੀ ਲੋੜ ਹੈ। ਮਹਾਰਾਜ ਨੇ ਆਖਿਆ ਖਾਲਸਾ ਜੀ ਅੱਜ ਤੋਂ ਬਾਅਦ ਤੁਸੀਂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਸੀਸ ਝੁਕਾਉਣਾ, ਹੋਰ ਕਿਸੇ ਨੂੰ ਨਹੀਂ। ਪੁੱਛਿਆ ਸਿੱਖਾਂ ਨੇ ਮਹਾਰਾਜ ਅਸੀਂ ਕੇਵਲ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਸੀਸ ਝੁਕਾਵਾਂਗੇ, ਪਰ ਕਿਰਪਾ ਕਰੋ ਹੁਣ ਆਤਮਾ ਤੇ ਸਰੀਰ ਕਿੱਥੇ ਹੈ? ਪਾਤਸ਼ਾਹ ਨੇ ਆਖਿਆ ਆਤਮਾ ਗ੍ਰੰਥ ਤੇ ਸਰੀਰ ਪੰਥ ਵਿੱਚ ਹੋਵੇਗਾ। ਜੇ ਮੇਰੇ ਦਰਸ਼ਨ ਕਰਨੇ ਹੋਣ ਤੇ ਕਿਸੇ ਨਿਤਨੇਮੀ ਤਿਆਰ-ਬਰ ਤਿਆਰ ਸਿੰਘ ਦੇ ਦਰਸ਼ਨ ਕਰ ਲੈਣੇ, ਤੁਹਾਨੂੰ ਮੇਰੇ ਦਰਸ਼ਨ ਹੋ ਜਾਣਗੇ। ਤੇ ਜੇ ਰੱਬ ਦੇ ਨਾਲ ਮਿਲਾਪ ਕਰਨਾ ਹੋਇਆ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੈ, ਉਹ ਰੱਬ ਨੂੰ ਇਸ ਬਾਣੀ ਵਿੱਚ ਪਾ ਲਿਓ। ਤੇ ਇਸ ਬਾਣੀ ਦਾ ਕੀ ਸਿਧਾਂਤ ਹੈ, ਇਸ ਵਿੱਚ ਕਿਹੜੇ ਗੁਰੂ ਸਾਹਿਬਾਨਾਂ ਦੀ ਮਹਾਂਪੁਰਸ਼ਾਂ ਦੀ ਗੁਰਬਾਣੀ ਹੈ, ਮੈਂ ਕੇਵਲ ਟੱਚ ਕਰਕੇ ਤੇ ਗਾਂ ਚੱਲਣਾ ਚਾਹੁੰਦਾ ਹਾਂ ਕਿਉਂਕਿ ਵਿਸ਼ਾ ਬੜਾ ਲੰਬੇਰਾ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਅੱਜ ਨਤਮਸਤਕ ਹੁੰਨੇ ਆ, ਇਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ 974 ਸ਼ਬਦ 19 ਰਾਗਾਂ ਦੇ ਵਿੱਚ ਨੇ। ਗੁਰੂ ਅੰਗਦ ਦੇ ਪਾਤਸ਼ਾਹ ਦੇ ਕੇਵਲ 63 ਸ਼ਲੋਕ, ਗੁਰੂ ਅਮਰਦਾਸ ਜੀ ਦੇ 17 ਰਾਗਾਂ ਵਿੱਚ 907 ਸ਼ਬਦ, ਗੁਰੂ ਰਾਮਦਾਸ ਜੀ ਦੇ 30 ਰਾਗਾਂ ਵਿੱਚ 679 ਸ਼ਬਦ, ਗੁਰੂ ਅਰਜਨ ਦੇਵ ਪਾਤਸ਼ਾਹ ਦੇ 30 ਰਾਗਾਂ ਵਿੱਚ 2218 ਸ਼ਬਦ, ਗੁਰੂ ਤੇਗ ਬਹਾਦਰ ਸਾਹਿਬ ਦੇ 15 ਰਾਗਾਂ ਵਿੱਚ 59 ਸ਼ਬਦ ਅਤੇ 57 ਸ਼ਲੋਕ। ਇਸੇ ਤਰ੍ਹਾਂ ਭਗਤ ਸੂਰਦਾਸ ਜੀ, ਸਦਨਾ ਜੀ, ਪੀਪਾ ਜੀ, ਪਰਮਾਨੰਦ ਜੀ, ਰਾਮਾਨੰਦ ਜੀ ਦਾ ਇੱਕ ਇੱਕ ਸ਼ਬਦ, ਭਗਤ ਜੈਦੇਵ ਜੀ ਦੇ 2 ਸ਼ਬਦ, ਭਗਤ ਬੇਣੀ ਤੇ ਭੀਖਣ ਜੀ ਦੇ 3-3 ਸ਼ਬਦ, ਭਗਤ ਧੰਨਾ ਜੀ ਦੇ, ਭਗਤ ਤਰਲੋਚਨ ਜੀ ਦੇ 4-4 ਸ਼ਬਦ, ਭਗਤ ਰਵਿਦਾਸ ਜੀ ਦੇ 40 ਸ਼ਬਦ, ਭਗਤ ਨਾਮਦੇਵ ਜੀ ਦੇ 61 ਸ਼ਬਦ, ਭਗਤ ਸ਼ੇਖ ਫਰੀਦ ਜੀ ਦੇ 112 ਸ਼ਲੋਕ ਤੇ 4 ਸ਼ਬਦ, ਭਗਤ ਕਬੀਰ ਜੀ ਦੇ 541 ਦੇ ਕੁਝ ਸ਼ਬਦ। ਇਸੇ ਤਰ੍ਹਾਂ ਭੱਟ ਭਿੱਖਾ ਜੀ ਦਾ 1 ਸਵਈਆ, ਭੱਟ ਹਰਬੰਸ ਜੀ ਦੇ 2 ਸਵਈਏ, ਭੱਟ ਭੱਲ ਜੀ ਦੇ 2 ਸਵਈਏ, ਭੱਟ ਜਾਲਪ ਜੀ ਦੇ 5 ਸਵਈਏ, ਭੱਟ ਬੱਲ ਜੀ ਦੇ 5 ਸਵਈਏ। ਇਸੇ ਤਰ੍ਹਾਂ ਭੱਟ ਕੀਰਤ ਜੀ ਦੇ 8 ਸਵਈਏ, ਭੱਟ ਗਜੰਦ ਜੀ ਦੇ 13 ਸਵਈਏ, ਭੱਟ ਮਥਰਾ ਜੀ ਦੇ 14 ਸਵਈਏ, ਭੱਟ ਨਲ ਜੀ ਦੇ 16 ਸਵਈਏ ਤੇ ਭੱਟ ਕੱਲ ਸਹਾਰ ਜੀ ਦੇ 54 ਸਵਈਏ ਗੁਰੂ ਗ੍ਰੰਥ ਸਾਹਿਬ ਸ਼ੋਭਾ ਪਾ ਰਹੇ ਨੇ। ਇਸੇ ਤਰ੍ਹਾਂ ਬਾਬਾ ਸੱਤਾ ਤੇ ਬਾਬਾ ਸੁੰਦਰ ਜੀ ਦੀਆਂ, ਬਾਬਾ ਬਲਵੰਡ ਤੇ ਬਾਬਾ ਸੱਤਾ ਜੀ ਦੀਆਂ 8 ਪੌੜੀਆਂ, ਜਿਹਦੇ ਵਿੱਚੋਂ ਪਹਿਲੀਆਂ 5 ਪੌੜੀਆਂ ਬਾਬਾ ਬਲਵੰਡ ਜੀ ਦੀਆਂ ਤੇ ਆਖਰੀ 3 ਪੌੜੀਆਂ ਬਾਬਾ ਸੱਤਾ ਜੀ ਦੀਆਂ। ਬਾਬਾ ਸੁੰਦਰ ਜੀ ਦੇ 6 ਬੰਦ ਅਤੇ ਭਾਈ ਮਰਦਾਨੇ ਦੇ ਨਾਂ ਸਰਲੇਖ ਹੇਠ 3 ਸ਼ਬਦ ਦਰਜ ਹਨ। ਔਰ 31 ਰਾਗਾਂ ਵਿੱਚ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਕਲਗੀਧਰ ਪਾਤਸ਼ਾਹ ਨੇ 10 ਗੁਰਾਂ ਦਾ ਸਰੂਪ ਕਹਿ ਕੇ ਮੱਥਾ ਟੇਕਿਆ, 31 ਰਾਗਾਂ ਵਿੱਚ ਉਸ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਹੈ। ਸਿਰੀ ਰਾਗ ਮਾਝ ਗੌੜੀ ਆਸਾ ਗੁਜਰੀ ਦੇਵ ਗੰਧਾਰੀ ਬਿਹਾਗੜਾ ਵਡਹੰਸ ਸੋਠ ਧਨਾਸਰੀ ਜੈਸਰੀ ਟੋਡੀ ਬਰਾੜੀ ਤਿਲੰਗ ਸੂਈ ਬਿਲਾਵਲ ਗੋਂਡ ਰਾਮਕਲੀ ਨਟ ਨਰਾਇਣ ਮਾਲੀ ਗੋੜਾ ਮਾਰੂ ਤੁਖਾਰੀ ਕਿਦਾਰਾ ਭੈਰੋ ਬਸੰਤ ਸਾਰੰਗ ਮਲਾਰ ਕਾਂਡਾ ਕਲਿਆਣ ਪ੍ਰਭਾਤੀ ਅਤੇ ਜੈਰਾਵੰਤੀ। ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਨੂੰ 10 ਗੁਰਾਂ ਦਾ ਸਰੂਪ ਕਹਿ ਕੇ ਮੱਥਾ ਟੇਕ ਦਿੱਤਾ ਤੇ ਜੋਤ ਪਰਮਾਤਮਾ ਵਿੱਚ ਲਿਵਲੀਨ ਹੋ ਗਈ। ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਦੀ ਧਰਤੀ ਤੇ ਪਹੁੰਚਿਆ। ਸਾਡੇ ਢਾਡੀਆਂ ਦੇ ਮਹਾਨ ਸਤਿਕਾਰਯੋਗ ਵਿਦਵਾਨ ਢਾਡੀ ਗਿਆਨੀ ਗੁਰਚਰਨ ਸਿੰਘ ਫਾਨੀ ਸਾਹਿਬ, ਉਹਨਾਂ ਨੇ ਕਲਮ ਚਲਾਈ ਤੇ ਬੜੀ ਸੋਹਣੀ ਰੁਬਾਈ ਲਿਖੀ। ਉਹ ਕਹਿੰਦੇ ਜਦ ਬੰਦਾ ਸਿੰਘ ਸੱਜ ਕੇ ਪੰਜਾਬ 'ਚ ਪਹੁੰਚਾ ਆ, ਸੋਧੇ ਵੱਡੇ ਗੜ੍ਹ ਇਸਲਾਮ ਦੇ ਰਹਿ ਜੋ ਹਿੰਦੂਆਂ ਤਾਈਂ ਸਤਾ, ਸੋਹਣੀ ਪੱਤ ਤੇ ਕੈਥਲ ਸੋਧ ਕੇ ਪਿਆ ਸਮਾਣੇ ਤੇ ਸਿੰਘ ਜਾ, ਦਿੱਤਾ ਛਾਛਲ ਬਾਛਲ ਬੇਗ ਨੂੰ ਕੀਤੀਆਂ ਦਾ ਫਲ ਭੁਗਤਾ, ਫਿਰ ਸਢੌਰੇ ਵੱਲ ਮੂੰਹ ਮੋੜਿਆ ਉਸ ਮਾਣ ਦਾ ਵੱਡਿਆ ਫਾ, ਕਰਦਾ ਹਿੰਦੂਆਂ ਉੱਤੇ ਜ਼ੁਲਮ ਸੀ ਜਿਹਨੇ ਮਾਰਿਆ ਬੁੱਧੂ ਸ਼ਾਹ। ਇਹਨਾਂ ਸ਼ਹਿਰਾਂ ਵਿੱਚੋਂ ਮੈਂ ਦੋਵਾਂ ਦਾ ਜ਼ਿਕਰ ਕਰ ਲੱਗਾ ਤੇ ਬੜਾ ਆਪਣੇ ਸਰਵਣ ਨੂੰ ਟਿਕਾ ਕੇ ਸਰਵਣ ਕਰਨ ਦਾ ਯਤਨ ਕਰਨਾ। ਪਹਿਲਾ ਸ਼ਹਿਰ ਹੈ ਸਮਾਣਾ। ਇਹ ਸਮਾਣਾ ਕਦੇ ਮਾਲਵਾ ਤੇ ਬਾਂਗਰ ਦੇਸ਼ ਦੀ ਰਾਜਧਾਨੀ ਹੋਇਆ ਕਰਦਾ ਸੀ। ਜਦੋਂ ਤੁਗਲਕ ਸ਼ਾਹ ਫਿਰੋਜ਼ ਤੁਗਲਕ ਸ਼ਾਹ ਨੇ ਇਹ ਰਾਜਧਾਨੀ ਬਦਲ ਕੇ 1300 ਈਸਵੀ ਦੇ ਵਿੱਚ ਸਰਹੰਦ ਲਿਆਂਦੀ ਤੇ ਸਰਹੰਦ ਦਾ ਪਹਿਲਾ ਨਾਂ ਸੀ ਸ਼ਾਹ ਹਿੰਦ, ਕਿ ਹਿੰਦੁਸਤਾਨ ਦਾ ਸਾਹ ਇਹਦੇ ਤੋਂ ਚੱਲਦਾ ਏ। ਇਹ ਬਦਲ ਕੇ ਇੱਥੇ ਆ ਗਈ ਤੇ ਸਮਾਣੇ ਦੇ ਵਿੱਚ 22 ਪਾਲਕੀਆਂ ਮੀਰਾਂ ਦੀਆਂ ਨਿਕਲਿਆ ਕਰਦੀਆਂ ਸਨ। ਸਮਾਣੇ ਵਿੱਚ ਬਹੁਤੀ ਫੌਜ ਨਹੀਂ ਸੀ। ਤੁਸੀਂ ਸੋਚੋ ਕਿ ਐਡਾ ਵੱਡਾ ਸ਼ਹਿਰ ਅਮੀਰ
ਤੇ ਉਹਦੇ ਵਿੱਚ ਫੌਜ ਨਾ ਹੋਣ ਦਾ ਕਾਰਨ ਸਮਾਣੇ ਵਾਲਿਆਂ ਨੂੰ ਇਹ ਚੇਤਾ ਨਹੀਂ ਸੀ ਵੀ ਸਾਡੇ ਉੱਤੇ ਹੱਲਾ ਵੀ ਹੋ ਸਕਦਾ। ਸਮਾਣੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਹੱਲਾ ਕੀਤਾ। ਇਹਦਾ 4 ਤਰ੍ਹਾਂ ਦਾ ਸਬੰਧ ਸੀ ਜਿਸ ਕਾਰਨ ਬਾਬਾ ਬੰਦਾ ਸਿੰਘ ਬਹਾਦਰ ਨੂੰ ਹੱਲਾ ਕਰਨਾ ਪਿਆ। ਪਹਿਲਾ ਨੋਟ ਕਰਿਓ, ਪਹਿਲਾ ਸਬੰਧ ਇੱਥੋਂ ਦਾ ਸੈਯਦ ਜਲਾਲੂਦੀਨ ਇੱਥੋਂ ਦਾ ਰਹਿਣ ਵਾਲਾ ਸੀ ਜਿਹਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਵਨ ਸੀਸ ਤੇ ਤੇਗ ਦਾ ਵਾਰ ਕੀਤਾ ਚਾਂਦਨੀ ਚੌਂਕ ਵਿੱਚ। ਦੂਸਰਾ ਸੈਯਦ ਅਲੀ ਹੁਸੈਨ ਇੱਥੋਂ ਦਾ ਰਹਿਣ ਵਾਲਾ ਸੀ ਜਿਹਨੇ ਆਨੰਦਗੜ੍ਹ ਦੇ ਕਿਲੇ ਵਿੱਚ ਕੁਰਾਨ ਸ਼ਰੀਫ ਦੀ ਝੂਠੀ ਸਹੁੰ ਖਾ ਕੇ ਮਹਾਰਾਜ ਨੂੰ ਇੱਕ ਚਿੱਠੀ ਭੇਜੀ ਸੀ ਕਿ ਤੁਸੀਂ ਕਿਲਾ ਛੱਡ ਜਾਓ, ਤੁਹਾਡੇ ਤੇ ਹੱਲਾ ਨਹੀਂ ਬੋਲਿਆ ਜਾਵੇਗਾ। ਤੀਸਰਾ ਸਮਾਣੇ ਵਿੱਚ ਰਹਿਣ ਵਾਲਾ ਛਾਛਲ ਬੇਗ ਤੇ ਬਾਛਲ ਬੇਗ ਜਦੋਂ ਸਾਹਿਬਜ਼ਾਦੇ ਕੰਧਾਂ ਵਿੱਚ ਡਿੱਗ ਪਏ, ਕੰਧਾਂ ਡਿੱਗ ਪਈਆਂ, ਸਾਹਿਬਜ਼ਾਦਿਆਂ ਨੂੰ ਬਾਹਰ ਕੱਢ ਕੇ ਉਹਨਾਂ ਦੀਆਂ ਛਾਤੀਆਂ ਤੇ ਆਪਣੇ ਗੋਡੇ ਰੱਖੇ ਨਾ ਜ਼ਾਲਮਾਂ ਨੇ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਫਿਰ ਤੇਜ਼ ਕਟਾਰ ਲੈ ਕੇ ਨਾ ਆ ਸਾਹ ਰਗ ਜਿਹੜੀ ਸਾਡੀ ਹੁੰਦੀ ਹੈ ਇਹਦੇ ਉੱਤੇ ਤੇਜ਼ ਕਟਾਰ ਦੇ ਨਾਲ ਵਾਰ ਕੀਤੇ। ਇਤਿਹਾਸ ਗਵਾਹੀ ਭਰਦਾ ਵੀ ਬਾਬਾ ਜ਼ੋਰਾਵਰ ਸਿੰਘ 12 ਪਲ ਸਾਹ ਰਗ ਵੱਢਣ ਤੋਂ ਬਾਅਦ ਹੱਥ ਪੈਰ ਮਾਰਦੇ ਰਹੇ। ਸਾਹ ਰਗ ਵੱਢੀ ਗਈ ਸੀ, ਖੂਨ ਚੱਲ ਰਿਹਾ ਸੀ ਸਾਹ ਰਗ ਦੇ ਵਿੱਚੋਂ ਬਾਹਰ, ਤੇ ਆਪਣੇ 12 ਪਲ ਹੱਥ ਪੈਰ ਮਾਰਦੇ ਰਹੇ। ਇਸ ਤੋਂ ਬਾਅਦ ਬਾਬਾ ਫਤਿਹ ਸਿੰਘ ਬਾਛਲ ਬੇਗ ਨੇ ਬਾਬਾ ਫਤਿਹ ਸਿੰਘ ਦੀ ਸਾਹ ਰਗ ਵੱਢੀ ਤੇ ਬਾਬਾ ਫਤਿਹ ਸਿੰਘ ਦੇ ਸਾਹ ਰਗ ਦੇ ਵਿੱਚੋਂ ਖੂਨ ਵਹਿ ਰਿਹਾ ਸੀ। ਖੂਨ ਤੇ ਵਹਿੰਦਾ ਜਾ ਰਿਹਾ ਸੀ ਤੇ 2.5 ਤੋਂ 3 ਪਲ ਬਾਬਾ ਫਤਿਹ ਸਿੰਘ ਹੱਥ ਪੈਰ ਮਾਰਦੇ ਰਹੇ। ਇਹ ਜਲਾਦ ਇਸੇ ਹੀ ਸ਼ਹਿਰ ਦੇ ਰਹਿਣ ਵਾਲੇ ਸੀ, ਸਮਾਣੇ ਦੇ। ਕਿੱਦਾਂ ਬਚ ਸਕਦੇ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥੋਂ? ਤੇ ਚੌਥਾ, ਜਿਸ ਕਰਕੇ ਅੱਜ ਮੋਦੀ ਨੇ ਬਿਪਤਾ ਪਾਈ ਹੈ ਸਾਨੂੰ, ਜਿਸ ਕਰਕੇ ਸਾਡੇ ਵੱਡ ਵਡੇਰੇ ਮੁਆਫ ਕਰਨਾ, ਜਿਸ ਕਰਕੇ ਸਾਡੇ ਵੱਡ ਵਡੇਰੇ ਮੋਦੀ ਦੇ ਪਾਏ ਸਿਆਪੇ ਤੋਂ ਉੱਥੇ ਬੈਠੇ ਨੇ। ਚੌਥਾ ਰਿਸ਼ਤਾ ਪਤਾ ਕੀ ਸੀ? ਮੁਸਲਮਾਨ ਕਿਸਾਨ। ਬਾਬਾ ਬੰਦਾ ਸਿੰਘ ਬਹਾਦਰ ਕਿਸੇ ਧਰਮ ਦਾ ਵੈਰੀ ਨਹੀਂ ਸੀ। ਬਾਬਾ ਬੰਦਾ ਸਿੰਘ ਬਹਾਦਰ ਜ਼ੁਲਮ ਦਾ ਵੈਰੀ ਸੀ। ਉਹ ਕਹਿੰਦਾ ਸੀ ਮੈਂ ਜ਼ੁਲਮ ਖਤਮ ਕਰਨਾ ਹੈ, ਇਹਨੂੰ ਟਿਕਣ ਨਹੀਂ ਦੇਣਾ। ਤੇ ਉਹ ਕਿਸੇ ਮਜ਼ਹਬ ਔਰ ਕਿਸੇ ਧਰਮ ਕਰਕੇ ਨਹੀਂ ਸੀ ਲੜਦਾ। ਉਹ ਕਹਿੰਦਾ ਸੀ ਇਨਸਾਨ ਨੂੰ ਇਨਸਾਨ ਵਾਂਗ ਪਿਆਰ ਕਰੋ ਤੇ ਦੁਨੀਆ ਤੇ ਹਰ ਇੱਕ ਮਨੁੱਖ ਇੱਕ ਬਰਾਬਰ ਹੈ। ਮਾਨਸ ਕੀ ਜਾਤ ਸਭ ਹੈ ਏਕੇ ਪਹਿਚਾਨਬੋ। ਸਾਰੇ ਇੱਕ ਪ੍ਰਮਾਤਮਾ ਦੇ ਪੈਦਾ ਕੀਤੇ ਵੱਖਰੇ ਨਹੀਂ। ਕਿਸਾਨਾਂ ਨੇ ਆ ਕੇ ਬੇਨਤੀ ਕੀਤੀ, ਬਾਬਾ ਜੀ ਕਿਰਪਾ ਕਰੋ, ਅਸੀਂ ਸਾਰਾ ਦਿਨ ਹਲ ਚਲਾਉਣੇ ਆ। ਨੋਟ ਕਰਿਓ, ਸਾਡੇ ਸੁਣਨ ਵਾਲੀ ਗੱਲ ਹੈ। ਅਸੀਂ ਸਾਰਾ ਦਿਨ ਹਲ ਚਲਾਉਣੇ ਆ। ਜਦੋਂ ਅਸੀਂ ਆਪਣੀ ਮਜ਼ਦੂਰੀ ਲੈਣ ਜਾਂਦੇ ਨਾ ਤੇ ਉਦੋਂ ਸਾਡੇ ਲੱਕ ਤੇ ਜਿਹੜੇ ਜਰਵਾਣੇ ਲੋਕ ਜਗੀਰਦਾਰਾ ਢਾਂਚਾ ਨਾ, ਜਿਹੜਾ ਜਗੀਰਦਾਰਾਂ ਦਾ ਢਾਂਚਾ, ਇਹ ਸਾਡੇ ਲੱਕ ਤੇ ਸੋਟੀਆਂ ਮਾਰਦੇ ਨੇ, ਬੈਂਤਾਂ ਮਾਰਦੇ ਨੇ। ਜੇ ਬਿੱਲ ਰੱਦ ਨਾ ਹੋਏ ਤੇ ਹੋਣਾ ਸਾਡੇ ਨਾਲ ਵੀ ਇਦਾਂ ਹੀ ਜੀ। ਮੈਂ ਤੁਹਾਨੂੰ ਬੇਨਤੀ ਕਰਕੇ ਚੱਲਿਆ, ਸਮਝ ਜਾਣਾ, ਸਮਝਦਾਰੋ, ਇਸ਼ਾਰਾ ਕਾਫੀ ਹੈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਆ ਕੇ ਆਖਿਆ, ਮਹਾਰਾਜ ਸਾਨੂੰ ਇਹ ਮੁਜ਼ਾਰੇ ਸਮਝਦੇ ਨੇ ਵੀ ਦਿਹਾੜੀਦਾਰ ਨੇ, ਇਹ ਹਾਲ ਵਾਉਣ ਵਾਲੇ ਕਾਮੇ ਨੇ ਤੇ ਅਸੀਂ ਮਾਲਕ ਹਾਂ। ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਤੁਹਾਡੀ ਵਾਹ ਵੱਲ ਕੋਈ ਨਹੀਂ ਵੇਖੇਗਾ। ਬਾਬਾ ਬੰਦਾ ਸਿੰਘ ਬਹਾਦਰ ਨੇ ਇਲਾਕੇ ਵਿੱਚ ਫੇਰ ਕੇ ਢੰਡੋਰਾ, ਸਮਾਣੇ ਸ਼ਹਿਰ ਦੇ ਜਲਾਦਾਂ ਨੂੰ ਦੇ ਕੇ ਸਜ਼ਾ ਤੇ ਇੱਕ ਐਲਾਨ ਕਰ ਦਿੱਤਾ, ਅੱਜ ਤੋਂ ਬਾਅਦ ਜਿਹੜਾ ਕਿਸਾਨ ਜਿੰਨੀ ਜ਼ਮੀਨ ਵਾਵੇਗਾ ਉਸ ਦਾ ਮਾਲਕ ਹੋਵੇਗਾ। ਜਿੰਨੀ ਜ਼ਮੀਨ ਕਿਸੇ ਕਿਸਾਨ ਦੇ ਹਲ ਦੇ ਥੱਲੇ ਵਗ ਗਈ, ਅੱਜ ਤੋਂ ਬਾਅਦ ਉਸ ਦਾ ਉਹ ਮਾਲਕ ਹੋਵੇਗਾ, ਦੂਜਾ ਕੋਈ ਨਹੀਂ ਉਸਦਾ ਲੱਗ ਸਕਦਾ। ਤੇ ਅੱਜ ਮੋਦੀ ਚਾਹੁੰਦਾ ਹੈ ਨਾ ਕਾਰਪੋਰੇਸ਼ਨ ਘਰਾਣਿਆਂ ਨੂੰ ਕੰਟਰੈਕਟ ਫਾਰਮਿੰਗ ਦੇ ਵਿੱਚੋਂ ਨਿਕਲਣਾ ਹੋ ਕੋ ਜੀ। ਆਰਡੀਨੈਸ ਆਇਆ ਨਾ, ਮੈਂ ਬੇਨਤੀ ਕਰਾਂ ਤੁਸੀਂ ਵੈਲ ਐਜੂਕੇਟਡ ਹੋ, ਕਿਸਾਨ ਵੀ ਪੜ੍ਹਿਆ ਤੇ ਕਿਸਾਨ ਦਾ ਬੱਚਾ ਵੀ ਪੜ੍ਹਿਆ, ਤੁਸੀਂ ਇਸ ਬਾਰੇ ਚੰਗੀ ਤਰ੍ਹਾਂ ਜਾਣਦੇ ਹੋ ਵੀ ਕਾਲੇ ਕਾਨੂੰਨ ਹਨ ਕੀ ਤੇ ਇਹਨਾਂ ਵਿੱਚ ਕੀ ਕੀ ਕੀਤਾ ਗਿਆ। ਕੰਟਰੈਕਟ ਫਾਰਮਿੰਗ ਦੇ ਜ਼ਰੀਏ ਸਾਨੂੰ ਮੁਜ਼ਾਰੇ ਬਣਾਇਆ ਜਾਵੇਗਾ, ਦਿਹਾੜੀਦਾਰ ਬਣਾਇਆ ਜਾਵੇਗਾ ਤੇ ਜ਼ਗੀਰਦਾਰੀ ਢਾਂਚਾ ਫੇਰ ਲਾਗੂ ਹੋ ਜਾਵੇਗਾ ਜਿਹੜਾ ਸਾਡੀਆਂ ਪੁਸ਼ਤਾਂ ਰੋਲ ਕੇ ਰੱਖ ਦੇਵੇਗਾ। ਹੁਣ ਤੇ ਫਸਲ ਜਾ ਰਹੀ, ਆਉਣ ਵਾਲੇ ਸਮੇਂ ਸਾਡੀ ਨਸਲ ਵੀ ਜਾਵੇਗੀ। ਮੈਂ ਤੁਹਾਨੂੰ ਬੇਨਤੀ ਕਰਕੇ ਚੱਲਿਆ, ਜੇ ਅਸੀਂ ਨਾ ਮੋਰਚੇ ਦੇ ਵਿੱਚ ਪਹੁੰਚੇ ਦੇ। ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜਾਗਰੂਕ ਕੀਤਾ ਸੀ। ਅੱਜ ਮੋਦੀ ਸਾਡੇ ਕਿਸਾਨ ਜਾ ਕੇ ਕਹਿੰਦੇ ਨੇ ਸਾਨੂੰ ਕੁਝ ਨਹੀਂ ਚਾਹੀਦਾ, ਅਸੀਂ ਤੇਰੇ ਕੋਲ ਭੀਖ ਮੰਗਣ ਨਹੀਂ ਆਏ, ਬਸ ਅਸੀਂ ਚਾਹੁੰਦੇ ਵੀ ਸਾਡੀ MSP ਜਿਹਦਾ ਮਤਲਬ ਹੈ ਮਿਨੀਮਮ ਸਪੋਰਟ ਪ੍ਰਾਈਜ਼, ਸਾਡਾ ਘੱਟ ਤੋਂ ਘੱਟ MSP ਇਹਨਾਂ ਤੈਅ ਕਰ ਦਿੱਤਾ ਜਾਵੇ ਵੀ ਸਾਡੇ ਧਾਨ ਤੇ ਸਾਡੀ ਕਣਕ ਦਾ ਮੁੱਲ ਤੈਅ ਕਰ ਦਿਓ। ਵੇਖੋ ਮੈਂ ਤੇ ਹਰ ਸਟੇਜ ਤੇ ਬੇਨਤੀ ਕਰਕੇ ਜਾਣਾ, ਸ਼ਾਇਦ ਵਾਰ ਹੁਣ ਆਖਰੀ ਲੱਗੇ, ਮੈਂ ਤੇ ਬੇਨਤੀ ਕਰਕੇ ਜਾਣਾ ਹੁੰਨਾ ਹਰ ਸਟੇਜ ਦੇ ਉੱਤੇ, ਗੁਰੂ ਕੀ ਸੰਗਤ, ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਮਾਲਕ ਬਣਾਇਆ ਸੀ ਨਾ, ਪਰ ਅੱਜ ਵੇਖੋ ਜਦੋਂ ਕੋਈ ਕੰਪਨੀ ਆਪਣਾ ਪ੍ਰੋਡਕਟ ਤਿਆਰ ਕਰਦੀ ਹੈ ਨਾ ਤੇ ਪ੍ਰੋਡਕਟ ਤਿਆਰ ਕਰਕੇ ਉਹਦੇ ਉੱਤੇ MRP ਲਿਖਦੀ ਹੈ, ਜਿਹਦਾ ਮਤਲਬ ਹੁੰਦਾ ਮੈਕਸਿਮਮ ਰਿਟੇਲ ਪ੍ਰਾਈਸ, ਕਿ ਇਹ ਕੰਪਨੀ ਜਿਹੜੀ ਨੇ ਬਣਾਇਆ ਪ੍ਰੋਡਕਟ, ਭਾਵੇਂ ਸਾਬਣ ਸ਼ੈਂਪੂ ਕੋਈ ਵੀ ਹੈ, ਉਸ ਦਾ ਬਣਾਉਣ ਦਾ ਖਰਚਾ,
ਜਿਹੜਾ ਸੇਲਰ ਹੈ ਉਸ ਦਾ ਖਰਚਾ, ਜਿੰਨੇ ਟੈਕਸ ਪਏ ਨੇ ਉਹਨਾਂ ਦਾ ਖਰਚਾ। ਜੇ 10 ਰੁਪਏ ਦਾ ਸਾਬਣ ਹੈ ਨਾ, ਸਾਡੇ ਵਿੱਚ ਜ਼ਰੂਰਤ ਨਹੀਂ ਅਸੀਂ ਮੈਡੀਕਲ ਤੋਂ ਜਾ ਕੇ ਉਹ 7 ਰੁਪਈਆਂ ਵਿੱਚ ਲੈ ਲਈਏ। ਕਾਰਨ, ਗੱਲ ਨੂੰ ਥੋੜਾ ਗੌਰ ਨਾਲ ਸਰਵਣ ਕਰਨਾ, ਸਾਡੇ ਵਿੱਚ ਇੰਨੀ ਪਾਵਰ ਨਹੀਂ ਅਸੀਂ 10 ਰੁਪਈਆਂ ਵਾਲਾ ਸਾਬਣ 7 ਰੁਪਈਆਂ ਦੇ ਵਿੱਚ ਖਰੀਦ ਲਈਏ। ਕਾਰਨ, ਕਿਉਂਕਿ ਕੰਪਨੀ ਨੇ ਆਪਣਾ ਰੇਟ ਤੈਅ ਕਰਕੇ ਸਾਡੇ ਤੱਕ ਪਹੁੰਚਾ ਦਿੱਤਾ, ਅਸੀਂ ਉਸੇ ਰੇਟ ਲਵਾਂਗੇ। ਪਰ ਮਾਫ ਕਰਿਓ, ਉਹ ਤੇ ਇੱਕ ਕੰਪਨੀ ਦੀ ਉਪਜ ਸੀ, ਉਹਨੇ ਆਪਣਾ ਰੇਟ ਤੈਅ ਕਰ ਦਿੱਤਾ। ਤੇ ਆ ਕਣਕ ਝੋਨਾ ਇਹ ਤੇ ਅਸੀਂ ਤਿਆਰ ਕਰਦੇ ਆ ਨਾ, ਇਹ ਕਿਸਾਨ ਇਹਦਾ ਮਾਲਕ, ਇਹ ਪ੍ਰੋਡਕਟ ਕਿਸਾਨਾਂ ਨੇ ਤਿਆਰ ਕੀਤਾ। ਤੇ ਪਰ ਇਹਦਾ ਰੇਟ ਆ ਮੰਡੀਆਂ 'ਚ ਕਣਕ ਚਲੀ ਗਈ ਹੈ, ਝੋਨਾ ਵੀ ਚਲਿਆ ਜਾਣਾ ਆਉਣ ਵਾਲੇ 6 ਮਹੀਨਿਆਂ ਤੱਕ ਫੇਰ। ਪਰ ਯਾਦ ਰੱਖੋ, ਉੱਥੇ ਜਿਹੜੇ ਵਪਾਰੀ ਆਉਂਦੇ ਨਾ, ਵਪਾਰੀ ਉਹ ਜਦੋਂ ਹੱਥ ਤੇ ਕਣਕ ਤੇ ਝੋਨਾ ਰੱਖ ਕੇ ਉਛਾਲਦੇ ਆ ਨਾ ਤਾਂ ਨੂੰ, ਜਦੋਂ ਸਮਝਿਆ ਕਰੋ ਵੀ ਸਾਡਾ ਕਣਕ ਝੋਨਾ ਨਹੀਂ, ਇਹ ਜੱਟ ਦੀ ਕਿਸਮਤ ਉਛਾਲੀ ਜਾ ਰਹੀ, ਉੱਥੇ ਉਹਦੀ ਮਿਹਨਤ ਉਛਾਲੀ ਜਾ ਰਹੀ ਹੈ। ਤਿਆਰ ਸਾਡੀ ਫਸਲ ਹੋਈ, ਅਸੀਂ ਕੀਤੀ, ਸੱਪਾਂ ਦੀਆਂ ਸਿਰੀਆਂ ਫੇ ਕੇ, ਪਰ ਇਹਦੇ ਮਾਲਕ ਬਣ ਕੇ ਦਿੱਲੀ ਤੋਂ ਆ ਕੇ ਵਪਾਰੀ ਤੇ ਦਾ ਰੇਟ ਤੈਅ ਕਰਕੇ ਚਲੇ ਜਾਂਦੇ। ਸਾਡੇ ਵਿੱਚ ਇੰਨੀ ਜ਼ਰੂਰਤ ਨਹੀਂ ਹੁੰਦੀ ਕਿ ਅਸੀਂ ਆਪਣਾ MRP ਉੱਤੇ ਖੁਦ ਤੈਅ ਕਰ ਸਕੀਏ। ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਸੀ, ਉਹ ਖਾਲਸਾ ਜੀ, ਜੇ ਤੁਸੀਂ ਜਿੰਨੀ ਵੀ ਜ਼ਮੀਨ ਵਾਹੋਗੇ, ਕਿਸਾਨਾਂ ਨੂੰ ਆਖਿਆ ਉਹਦੇ ਮਾਲਕ ਤੁਸੀਂ ਹੋ। ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣੇ ਤੋਂ ਥੋੜਾ ਜਿਹਾ ਬਾਹਰ ਆ ਕੇ ਡੇਰਾ ਲਾਇਆ ਸੀ, ਜਾਂ ਵੇਖਿਆ ਇੱਕ ਰਾਹਗੀਰ ਤੁਰਿਆ ਜਾ ਰਿਹਾ, ਇੱਕ ਸਿੱਖ ਦਾ ਊਠ ਥੋੜਾ ਜਿਹਾ ਵਿਗੜ ਗਿਆ, ਉਹਨੇ ਉਹਦੇ ਕੋਲੋਂ ਵਾਂਸ ਮੰਗਿਆ। ਜਿਹੜਾ ਰਾਹਗੀਰ ਜਾ ਰਿਹਾ ਸੀ ਉਹਦੇ ਕੋਲ ਵਾਂਸ ਸੀ। ਸਡੌਰੇ ਨਗਰ ਦੀ ਘਟਨਾ ਸਾਂਝੀ ਕਰਨ ਲੱਗਾ। ਸਡੌਰੇ ਨਗਰ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਆਇਆ ਸੀ, ਤੇ ਜਦੋਂ ਸਡੌਰੇ ਨਗਰ ਵਿੱਚ ਇਹ ਰਾਹਗੀਰ ਜਾ ਰਿਹਾ ਸੀ ਤੇ ਇਹਦੇ ਕੋਲ ਵਾਂਸ ਲਿਆ ਨਾ ਸਿੱਖਾਂ ਨੇ, ਤੇ ਜਦੋਂ ਵਾਂਸ ਮਾਰਿਆ ਊਠ ਨੂੰ ਤੇ ਵਾਂਸ ਖੋਖਲਾ ਸੀ, ਪਾੜ ਗਿਆ। ਇਹਦੇ ਵਿੱਚੋਂ ਕੋ ਨਿਕਲੀ ਚਿੱਠੀ। ਚਿੱਠੀ ਵਿੱਚ ਲਿਖਿਆ ਪਤਾ ਕੀ ਸੀ? ਨਵਾਬ ਸਰਹੰਦ ਦੇ ਨਵਾਬ ਵਜ਼ੀਰ ਖਾਨ ਨੂੰ, ਕਿ ਨਾਜ਼ਮ ਸਾਹਿਬ, ਅਸੀਂ ਬੰਦਾ ਸਿੰਘ ਨੂੰ ਘੇਰਾ ਪਾ ਕੇ ਰੱਖਦੇ ਹਾਂ, ਤੁਸੀਂ ਆ ਜਾਓ, ਰਲ ਕੇ ਹਮਲਾ ਕਰਾਂਗੇ ਤੇ ਬੰਦਾ ਸਿੰਘ ਮਾਰਿਆ ਜਾਵੇਗਾ। ਜਦੋਂ ਪਤਾ ਲੱਗਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਚਿੱਠੀ ਜਾ ਰਹੀ ਹੈ ਸਰਹੰਦ ਦੇ ਨਵਾਬ ਨੂੰ, ਤੇ ਸਾਈਨ ਹੋਏ ਨੇ ਸਾਰਿਆਂ ਦੇ, ਤੇ ਬਾਬਾ ਬੰਦਾ ਸਿੰਘ ਬਹਾਦਰ ਸਡੌਰੇ ਸ਼ਹਿਰ ਤੇ ਹੱਲਾ ਕੀਤਾ। ਹੱਲਾ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ, ਜਿਹੜਾ ਇਕਰਾਰਨਾਮੇ ਤੋਂ ਮੁੱਕਰ ਜਾਵੇ, ਜਿਹੜਾ ਗਦਾਰੀ ਕਰ ਜਾਵੇ, ਉਹਦੇ ਨਾਲ ਕੀ ਕੀਤਾ ਜਾਵੇ? ਤੇ ਜਿਨ੍ਹਾਂ ਸਾਈਨ ਕੀਤੇ ਸੀ ਨਾ, ਮਾੜੀ ਕਿਸਮਤ, ਕਹਿੰਦੇ ਜੀ ਉਹਨੂੰ ਸਜ਼ਾ ਮੌਤ ਦੇ ਦਿਓ। ਬਾਬਾ ਬੰਦਾ ਸਿੰਘ ਬਹਾਦਰ ਨੇ ਕੱਢੀ ਚਿੱਠੀ ਤੇ ਰੱਖੀ ਅੱਗੇ। ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ, ਪੜ੍ਹ ਲਓ ਕਿਹਦੇ ਕਿਹਦੇ ਸਾਈਨ ਹੋਏ ਨੇ, ਹੁਣ ਉਹਨੂੰ ਸਜ਼ਾ ਮੌਤ ਮਿਲੇਗੀ। ਕਹਿਣ ਲੱਗੇ ਜੀ ਸਾਨੂੰ ਮਾਫ ਕਰ ਦਿੱਤਾ ਜਾਵੇ। ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ, ਭਲੀ ਚਾਹੁੰਦੇ ਹੋ ਤੇ ਪੀਰ ਬੁੱਧੂ ਸ਼ਾਹ ਦੀ ਹਵੇਲੀ ਵਿੱਚ ਚਲੇ ਜਾਓ। ਪਹੁੰਚ ਗਏ ਪੀਰ ਬੁੱਧੂ ਸ਼ਾਹ ਦੀ ਹਵੇਲੀ ਵਿੱਚ, ਕਰਕੇ ਇਕੱਠੇ ਮਾਰ ਕੇ ਬਾਹਰੋਂ ਤਾਲਾ ਚੜਾ ਕੇ ਹਵੇਲੀ ਦੀ ਫਸੀਲ ਤੇ ਸਿੱਖ ਤੇ ਗੋਲੀਆਂ ਦੇ ਨਾਲੇ ਸਾਰੇ ਭੁੰਨ ਦਿੱਤੇ। ਪੀਰ ਬੁੱਧੂ ਸ਼ਾਹ ਸਡੌਰੇ ਦਾ ਰਹਿਣ ਵਾਲਾ ਸੀ, ਤੇ ਇਸ ਦੇ ਉੱਤੇ ਹੱਲਾ ਕਰਨ ਦਾ ਹੋਰ ਵੀ ਕਾਰਨ ਹੈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਪਤਾ ਲੱਗਾ ਕਿ ਪੀਰ ਬੁੱਧੂ ਸ਼ਾਹ ਨੇ ਕਲਗੀਧਰ ਪਾਤਸ਼ਾਹ ਦੀ ਮਦਦ ਕੀਤੀ ਭੰਗਾਣੀ ਦੇ ਯੁੱਧ ਵਿੱਚ, ਤੇ ਜਦੋਂ ਮਦਦ ਕਰਕੇ ਵਾਪਸ ਆਇਆ ਨਾ, ਤੇ ਪੀਰ ਬੁੱਧੂ ਸ਼ਾਹ ਨੂੰ ਜਿਉਂਦੇ ਨੂੰ ਧਰਤੀ ਦੇ ਵਿੱਚ ਗੱਡ ਦਿੱਤਾ ਸੀ ਇਥੋਂ ਦੇ ਫੌਜਦਾਰ ਉਸਮਾਨ ਖਾਨ ਨੇ। ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ, ਉਸਮਾਨ ਖਾਨ ਵੀ ਨਹੀਂ ਬਚਣ ਵਾਲਾ। ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਨੂੰ ਵੀ ਸਜ਼ਾ ਮੌਤ ਦਿੱਤੀ। ਤੇ ਇਹ ਤੋਂ ਥੋੜੀ ਦੂਰੀ ਤੇ ਇੱਕ ਨਗਰ ਪੈਂਦਾ ਸੀ ਕੁੰਜਪੁਰਾ। ਉਹ ਕੁੰਜਪੁਰਾ ਕਿਹਦਾ ਸ਼ਹਿਰ ਹੈ? ਉਹ ਹੈ ਵਜ਼ੀਰ ਖਾਨ ਦਾ। ਵਜ਼ੀਰ ਖਾਨ ਦਾ ਨਗਰ ਹੈ, ਜੱਦੀ ਪਿੰਡ। ਤੇ ਵਜ਼ੀਰ ਖਾਨ ਦਾ ਅਸਲੀ ਨਾਂ ਅੱਜ ਤੱਕ ਸਟੇਜ ਤੇ ਨਹੀਂ ਆਇਆ। ਇਹਦਾ ਅਸਲੀ ਨਾਂ ਸੀ ਮਿਰਜ਼ਾ ਅਸਕਰੀ ਵਜ਼ੀਰ ਖਾਨ ਦਾ, ਜਿਹਨੇ ਸਾਹਿਬਜ਼ਾਦੇ ਛੋਟੇ ਦੇ ਵੱਡੇ ਸ਼ਹੀਦ ਕੀਤੇ ਸਨ। ਇਹ ਮਿਰਜ਼ਾ ਅਸਕਰੀ ਦਾ ਜੱਦੀ ਪਿੰਡ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਪਿੰਡ ਵੀ ਖੇਡ ਦਿੱਤਾ। ਹੁਣ ਚਿੱਠੀ ਭੇਜ ਦਿੱਤੀ ਨਵਾਬ ਵਜ਼ੀਰ ਖਾਨ ਨੂੰ ਕਿ ਮਿੱਤਰਾ ਤਕੜਾ ਹੋ ਜਾ। ਜਿੰਨੀ ਤਕੜਾਈ ਕੀਤੀ ਜਾਂਦੀ ਹੈ, ਜਿੰਨੇ ਮਦਦਗੀਰ ਔਰ ਜਿੰਨੀ ਮਦਦ ਬੁਲਾਈ ਜਾਂਦੀ ਹੈ, ਬੁਲਾਲਾ, ਜਿੰਨੀ ਮਦਦ ਬੁਲਾਈ ਜਾਂਦੀ ਹੈ ਓਨੀ ਬੁਲਾਲਾ, ਤਗੜਾ ਹੋ ਜਾ। ਹੁਣ ਖਾਲਸੇ ਦੇ ਹੱਥੋਂ ਬਚ ਨਹੀਂ ਸਕੇਗਾ। ਸਰਹੰਦ ਦਾ ਨਵਾਬ ਪੜ੍ਹ ਕੇ ਚਿੱਠੀ ਚੱਪੜ ਚਿੜੀ ਦੇ ਮੈਦਾਨ ਵਿੱਚ ਆਣ ਉਤਰਿਆ। ਇਸ ਨੂੰ ਚੱਪੜ ਚਿੜੀ ਵੀ ਕਿਹਾ ਜਾਂਦਾ ਹੈ। ਪਹਿਲਾ ਨਾਮ ਇਹਦਾ ਛੱਪੜ ਚਿੜੀ ਸੀ। ਇੱਥੇ ਇੱਕ ਛੱਪੜ ਸੀ, ਰੁੱਖਾਂ ਦਾ ਇਕੱਠ ਹੋਣ ਕਾਰਨ ਚਿੜੀ ਕਿਹਾ ਗਿਆ, ਜੋ ਬਦਲਦਾ ਬਦਲਦਾ ਨਾਮ ਚੱਪੜ ਚਿੜੀ ਪੈ ਗਿਆ। ਬਾਬਾ ਬੰਦਾ ਸਿੰਘ ਬਹਾਦਰ ਫੌਜਾਂ ਲੈ ਕੇ ਆਣ ਉਤਰਿਆ। ਬਾਬਾ ਬੰਦਾ ਸਿੰਘ ਬਹਾਦਰ ਕੋਲ ਕੁਝ ਰਲਵੀ ਫੌਜ ਹੈ। ਇੱਕ ਤਾਂ ਉਹ ਹੈ ਜਿਹੜੇ ਸੁੱਚਾ ਨੰਦ ਨੇ ਆਪਣੇ ਭਤੀਜੇ ਗੰਡਾ ਮੱਲ ਨੂੰ ਧੋਖਾ ਦੇਣ ਲਈ ਭੇਜਿਆ। ਦੂਸਰਾ ਇਹਦੇ ਵਿੱਚ ਲੁਟੇਰੇ ਹਨ। ਤੀਜਾ ਫੂਲਕੀਆਂ ਸਰਦਾਰਾਂ ਵੱਲੋਂ ਭੇਜੇ ਗਏ ਨੌਕਰੀ ਤੇ ਕੁਝ ਬੰਦੇ। ਤੇ ਚੌਥੇ ਜਿਹੜੇ ਕਹਿੰਦੇ ਸੀ ਮਰਨੇ ਮੈਂ ਸੁਣਾ ਹੈ ਜ਼ਿੰਦਗੀ, सिर पे सुना है मरने का नाम है जिंदगी, सिर पे कफन बांध कर कातिल को ढूंढते हैं। जिन्ना केवल मैदाने जंग मरना ही सी। बाबा बंदा सिंह बहादुर ने वेखा वजीर खाने फौजां झोक दित्तियां, इधरों
ਅੱਲਾਹੂ ਅਕਬਰ ਦੇ ਨਾਰੇ ਲੱਗ ਰਹੇ ਨੇ। ਉਧਰੋਂ ਸਤਿ ਸ਼੍ਰੀ ਅਕਾਲ ਦੇ ਜਕਾਰੇ ਛੱਡੇ ਗਏ। ਬਾਬਾ ਬੰਦਾ ਸਿੰਘ ਬਹਾਦਰ ਨੇ ਕਰਕੇ ਕਾਲ ਪੁਰਖ ਨੂੰ ਯਾਦ ਛੱਡਿਆ ਸਤਿ ਸ਼੍ਰੀ ਅਕਾਲ ਦਾ ਜਕਾਰਾ, ਧਿਆਇਆ ਆਪਣੇ ਪੀਰ ਨੂੰ, ਆਪਣੀ ਰਸਨਾ ਤੋਂ ਪੜਿਆ ਕਿਰਪਾਨ ਖੰਡੋ ਖੜਗ ਤੁਪਕ ਤਬੜਾ ਤੀਰ ਸਾਹਿਬ ਸਰੋਈ ਸਹਿਤੀ ਯੇ ਮਾਰੇ ਪੀਰ, ਲੱਗੀਆਂ ਨਗਾਰਿਆਂ ਦੇ ਚੋਟਾਂ। ਬਾਬਾ ਬੰਦਾ ਸਿੰਘ ਬਹਾਦਰ ਵਜ਼ੀਰ ਖਾਂ ਦੀ ਫੌਜ ਨੂੰ ਧੇਲਾ ਬੋਲਦਾ ਹੈ। ਉਸ ਵੇਲੇ ਦਾ ਵੇਰਵਾ ਮਨਵੀਰ ਸਿੰਘ ਬਿਗੇ ਪੌਵਣ ਦਾ ਢਾਡੀ ਥਾਣਾ ਸ਼ਬਦਾਂ ਵਿੱਚ ਇਹੋ ਬਿਆਨ ਕਰਦਾ। ਵਜ਼ੀਰ ਖਾਂ ਨੂੰ ਮਾਰ ਲੋ। ਸਿੰਘੋ ਸੁਣਿਓ ਵਜ਼ੀਰ ਖਾਂ ਨੂੰ ਮਾਰ ਲੋ, ਹੱਥ ਜੇ ਸਬੱਬ ਨਾਲ ਆਇਆ ਬੰਦਾ ਸਿੰਘ ਦਾ ਹੁਕਮ ਸੁਣ ਖਾਲਸੇ। ਬੰਦਾ ਸਿੰਘ ਦਾ ਹੁਕਮ ਸੁਣ ਖਾਲਸੇ, ਜੋਸ਼ ਵਿੱਚ ਆਣ ਕੇ ਚਲਾਇਆ ਰੂਪ ਧਾਰਿਆ ਸਿੰਘਾਂ ਨੇ ਕਾਲ ਦਾ। ਰੂਪ ਧਾਰਿਆ ਸਿੰਘਾਂ ਨੇ ਕਾਲ ਦਾ, ਪੈਰੀਆਂ ਨੂੰ ਦਰ ਤੇ ਲਟਾਇਆ ਨਾਲ ਲਹੂ ਦੇ ਹੋਏ ਲਹੂ ਦੇ ਜ਼ਮੀਨ ਹੋ ਗਈ ਰੰਗਲੀ, ਹਲੀ ਵਿੱਚ ਜੋ ਗੁਲਾਲ ਛਿੜਕਾਇਆ। ਚੜੀ ਲੋਥੀ ਉੱਤੇ ਲੋਥ ਵਿੱਚ ਜੰਗ ਦੇ, ਚੜੀ ਲੋਥੀ ਉੱਤੇ ਲੋਥ ਵਿੱਚ ਜੰਗ ਦੇ, ਸ਼ੋਰ ਫਟੜਾ ਨੇ ਪਾਇਆ। ਬਾਂਕੇ ਸੂਰਮੇ ਮਾਵਾਂ ਦੇ ਲਾਡਲੇ, ਬਾਂਕੇ ਸੂਰਮੇ ਮਾਵਾਂ ਦੇ ਲਾਡਲੇ, ਧੂੜ ਵਿੱਚ ਅੰਤ ਸਵਾਇਆ।
ਜਿੱਤ ਹਾਰ ਵਸ ਕਰ ਤਾਰ ਦੇ, ਸੀਤਲ ਜਿੱਤ ਹਾਰ ਵਸ ਕਰ ਤਾਰ ਦੇ। ਜ਼ੋਰ ਘੱਟ ਨਾ ਕਿਸੇ ਨੇ ਲਾਇਆ, ਯਾਦ ਰਹਿੰਦੀਆਂ ਰਹਿੰਦੀਆਂ ਬੰਦਾ ਸਿੰਘਾਂ ਤੇਰੀਆਂ, ਹਾਂ ਜੀ ਹਾਂ ਵਰ ਦੁਨੀਆ ਦਾ ਹੋ। ਮੈਂ ਇਸੇ ਪ੍ਰਕਾਰ ਨੂੰ ਥੋੜਾ ਜਿਹਾ ਸੰਖੇਪ ਦੇ ਵਿੱਚ ਕਹਿ ਕੇ ਆਪ ਜੀ ਤੋਂ ਲਾਂਭੇ ਹੋਵਾਂ। ਬਾਬਾ ਬੰਦਾ ਸਿੰਘ ਬਹਾਦਰ ਨੇ ਹੁਕਮ ਦਿੱਤਾ ਖਾਲਸੇ ਨੂੰ, ਜਦੋਂ ਵੇਖਿਆ ਸੁੱਚਾ ਨੰਦ ਦਾ ਭਤੀਜਾ ਗੰਡਾ ਮੱਲ ਹਰਨ ਹੋ ਗਿਆ, ਧੋਖਾ ਦੇਣ ਲਈ ਆਇਆ ਸੀ, ਧੋਖਾ ਦੇ ਕੇ ਚਲਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਮਾਰ ਕੇ ਛਾਲ ਮੈਦਾਨੇ ਜੰਗ ਉਤਰਿਆ। ਕਰਤਾਰ ਸਿੰਘ ਕਲਾਸਵਾਲੀਆ ਜੀ ਲਿਖਦੇ ਨੇ ਕਿ ਵਜ਼ੀਰ ਖਾਨ ਹਾਥੀ ਦੀ ਬਾਰੀ ਵਿੱਚ ਬੈਠਾ ਸੀ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਲਗੀਧਰ ਪਾਤਸ਼ਾਹ ਨੇ 5 ਤੀਰ ਬਖਸ਼ੇ ਸਨ। ਇਤਿਹਾਸ ਦੀ ਬੜੀ ਪਿਆਰੀ ਘਟਨਾ, ਇੱਕ ਗੁਰੂ ਗੋਬਿੰਦ ਸਿੰਘ ਵਰਗਾ ਦੁਨੀਆ ਤੇ ਤੁਹਾਨੂੰ ਕੋਈ ਰਹਿਬਰ ਨਹੀਂ ਮਿਲੇਗਾ। ਕਾਰਨ ਕੀ ਹੈ? ਹਰ ਇੱਕ ਵਿਦਵਾਨ ਨੇ ਆਪਣੀ ਆਪਣੀ ਸੋਚ ਮੁਤਾਬਕ ਕਲਗੀਧਰ ਪਾਤਸ਼ਾਹ ਨੂੰ ਸ਼ਰਧਾ ਦੇ ਨਾਲ ਬੜਾ ਕੁਝ ਸਮਰਪਿਤ ਕਰਨ ਦਾ ਯਤਨ ਕੀਤਾ। ਆ ਬੜੀ ਪਿਆਰੀ ਘਟਨਾ ਨੂੰ ਬੜੇ ਧਿਆਨ ਦੇ ਨਾਲ ਵਾਚਣ ਦਾ ਯਤਨ ਕਰਨਾ। ਇੱਕ ਸਿੱਖ ਨੇ ਸਵਾਲ ਕੀਤਾ ਕਲਗੀਧਰ ਪਾਤਸ਼ਾਹ ਨੂੰ, ਮਹਾਰਾਜ ਤੁਹਾਡੇ ਤੀਰ ਦੇ ਨਾਲ ਸੋਨਾ ਲੱਗਾ ਹੁੰਦਾ ਹੈ ਤੇ ਸਤਿਗੁਰੂ ਤੀਰ ਕਿਸੇ ਦਾ ਲਿਹਾਜ਼ ਕਰਨ ਵਾਸਤੇ ਥੋੜਾ ਚਲਾਇਆ ਜਾਂਦਾ, ਇਹ ਤੇ ਅਗਲੇ ਨੂੰ ਮਾਰਨ ਲਈ ਚਲਾਇਆ ਜਾਂਦਾ ਨਾ, ਤੇ ਸਤਿਗੁਰੂ ਸੋਨੇ ਦਾ ਕੀ ਕੰਮ? ਤੀਰ ਦੇ ਨਾਲ ਤੇ ਮੌਤ ਹੀ ਹੋਣੀ ਹੈ। ਪਾਤਸ਼ਾਹ ਕਹਿੰਦੇ ਭਾਈ ਅਕਾਲ ਪੁਰਖ ਦੀ ਕਿਰਪਾ ਸਦਕਾ ਜਦੋਂ ਸਾਡਾ ਤੀਰ ਚੱਲਦਾ ਹੈ ਤੇ ਸਾਨੂੰ ਯਕੀਨ ਹੈ ਪਰਮਾਤਮਾ ਦੇ ਉੱਤੇ ਸਾਡਾ ਤੀਰ ਕਦੀ ਖਾਲੀ ਨਹੀਂ ਜਾਂਦਾ। ਜੇ ਦੀ ਹਿੱਕ ਵਿੱਚ ਲੱਗਦਾ ਹੈ ਨਾ ਉਹ ਮਾਰਿਆ ਜਾਂਦਾ ਹੈ। ਤੇ ਸਾਡੀ ਭਾਵਨਾ ਹੁੰਦੀ ਹੈ ਕਿ ਜੇ ਉਹ ਗਰੀਬ ਹੈ, ਉਹ ਜਿਸ ਫੌਜ ਵਿੱਚ ਭਰਤੀ ਹੈ, ਉਹਦੇ ਵੱਡੇ ਸਰਦਾਰ ਉਹ ਵੀ ਉਹਦਾ ਸਾਥ ਛੱਡ ਜਾਣ ਤੇ ਸੋਨਾ ਵੇਚ ਕੇ 1.25 ਤੋਲਾ ਸੋਨਾ। ਮੈਂ ਪੜ੍ਹ ਰਿਹਾ ਸਾਂ ਇਸ ਬਾਰੇ ਵੀ ਸੋਨੇ ਦੀ ਉਸ ਵਕਤ ਕੀਮਤ ਕੀ ਸੀ ਕਲਗੀਧਰ ਪਾਤਸ਼ਾਹ ਦੇ ਵੇਲੇ। ਤੁਸੀਂ, ਮੈਂ ਬੇਨਤੀ ਫੇਰ ਕਰਾਂ, ਵਿਦਆਊਟ ਐਵੀਡੈਂਸ ਜਦੋਂ ਅਸੀਂ ਸਟੇਜ ਤੇ ਕੋਈ ਗੱਲ ਕਰ ਦਿੰਦੇ ਆ ਨਾ, ਉਦੋਂ ਸਾਡੇ ਵਾਸਤੇ ਮੁਸੀਬਤ ਖੜੀ ਕਰ ਦਿੰਦੀ ਹੈ। ਕਲਗੀਧਰ ਪਾਤਸ਼ਾਹ ਦੇ ਵੇਲੇ 20 ਰੁਪਏ ਤੋਲਾ ਸੋਨਾ ਸੀ। ਤੁਸੀਂ ਇਹ ਵੀ ਸਬੂਤ ਚਾਹੁੰਦੇ ਹੋ ਤੇ ਮੇਰੇ ਨਾਲ ਸੰਪਰਕ ਕਰ ਲੈਣਾ, ਮੈਂ ਦੇ ਦੇਵਾਂਗਾ। ਪਾਤਸ਼ਾਹ ਦੇ ਖੁਦ ਦੇ ਲਿਖੇ ਹੁਕਮਨਾਮੇ ਦੇ ਵਿੱਚ, ਕਿਸੇ ਵਿਦਵਾਨ ਨੇ ਨਹੀਂ ਬਾਅਦ ਵਿੱਚ ਲਿਖਿਆ, ਸਤਿਗੁਰੂ ਦਾ ਖੁਦ ਦਾ ਲਿਖਿਆ ਹੁਕਮਨਾਮਾ ਜਿਹਦੇ ਵਿੱਚ ਉਹਨਾਂ 40 ਰੁਪਏ 2 ਤੋਲੇ ਸੋਨੇ ਦੀ ਗੱਲ ਕੀਤੀ ਹੈ। 1.25 ਤੋਲਾ ਸੋਨਾ ਲੱਗਾ ਹੁੰਦਾ ਸੀ ਤੇ 1.25 ਤੋਲਾ ਸੋਨਾ ਮਹਾਰਾਜ ਨੇ ਆਖਿਆ ਜਦੋਂ ਕੋਈ ਬੰਦਾ ਮਰ ਜਾਵੇ, ਆਦਮੀ ਮਰ ਜਾਵੇ, ਇਹ ਸੋਨਾ ਵੇਚ ਕੇ ਤੇ ਉਹਦੇ ਘਰ ਦੇ ਉਹਦੇ ਖੱਫਣ ਦਾ ਪ੍ਰਬੰਧ ਕਰ ਸਕਦੇ ਨੇ, ਉਹਦੇ ਕਿਰਿਆ ਕਰਮ ਕਰ ਸਕਦੇ ਨੇ। ਸਿੱਖ ਨੇ ਘੋਰ ਸਵਾਲ ਕੀਤਾ ਮਹਾਰਾਜ, ਤੇ ਜੇ ਉਹ ਆਦਮੀ ਬਚ ਜਾਵੇ ਤੇ ਸਤਿਗੁਰੂ ਕਹਿੰਦੇ ਫਿਰ ਇਸ ਤੀਰ ਦਾ ਸੋਨਾ ਵੇਚ ਕੇ ਉਹ ਆਪਣਾ ਇਲਾਜ ਕਰਵਾ ਸਕਦਾ। ਐਸਾ ਰਹਿਬਰ ਦੁਨੀਆ ਤੇ ਮਿਲੇਗਾ ਜਿਹੜਾ ਮੈਦਾਨੇ ਜੰਗ ਵਿੱਚ ਦੁਸ਼ਮਣ ਦਾ ਭਲਾ ਹੀ ਲੋਚਦਾ ਫਿਰਦਾ, ਫਿਰ ਕਿਸੇ ਨਾ ਕਿਸੇ ਤਰੀਕੇ ਉਹਦੀ ਗਤੀ ਹੋ ਜਾਵੇ। ਉਹ ਦੀਨ ਦੁਨੀਆ ਦੇ ਵਾਲੀ ਨੇ 5 ਤੀਰ ਆਪਣੇ ਪੱਥੇ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਤੇ ਸਨ। 5 ਤੀਰਾਂ ਵਿੱਚੋਂ ਇੱਕ ਤੀਰ ਚਲਾਇਆ ਬਾਬਾ ਬੰਦਾ ਸਿੰਘ ਬਹਾਦਰ ਨੇ। ਕਰਤਾਰ ਸਿੰਘ ਕਲਾਸਵਾਲੀਆ ਜੀ ਕਹਿੰਦੇ ਨੇ ਉਹ ਤੀਰ ਹਾਥੀ ਦੀ ਬਾਰੀ ਵਿੱਚ ਬੈਠੇ ਵਜ਼ੀਰ ਖਾਨ ਦੀ ਹਿੱਕ ਵਿੱਚ ਲੱਗਾ। ਧਰਤੀ ਤੇ ਆਣ ਪਿਆ। ਸਰਦਾਰ ਫਤਿਹ ਸਿੰਘ, ਉਹ ਸਰਦਾਰ ਨੇ ਪਕੜ ਕੇ ਵਜ਼ੀਰ ਖਾਨ ਨੂੰ ਬਾਬਾ ਬੰਦਾ ਸਿੰਘ ਦੇ ਸਾਹਮਣੇ ਕੀਤਾ। ਕਹਿਣ ਲੱਗੇ ਬਾਬਾ ਜੀ ਆ ਜ਼ਾਲਮ ਜਿਹਨੇ ਏਡੇ ਏਡੇ ਜ਼ੁਲਮ ਕੀਤੇ ਨੇ ਤੁਹਾਡੇ ਸਾਹਮਣੇ ਹੈ, ਹੁਣ ਸਾਨੂੰ ਦੱਸੋ ਵੀ ਕੀ ਹੁਕਮ ਹੈ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਖਿਆ ਖਾਲਸਾ ਜੀ 2 ਚੰਗੀ ਨਸਲ ਦੇ ਵਹਿੜ ਕੇ ਮੰਗਾਓ, ਨਾਲ ਰੱਸੀਆਂ ਲਓ ਤੇ ਨਾਲ ਪ੍ਰਾਣੀਆਂ ਤੇ ਨਾਲ ਇੱਕ ਪੰਜਾਲੀ ਮੰਗਾ ਲਓ। ਆ ਗਈ, ਪਹੁੰਚ ਗਿਆ ਸਾਰਾ ਸਮਾਨ। ਬਾਬਾ ਜੀ ਹੁਣ ਕੀ ਹੁਕਮ ਹੈ? ਬਾਬਾ ਜੀ ਨੇ ਆਖਿਆ ਪੰਜਾਲੀ ਪਾ ਕੇ ਬਲਦਾਂ ਨੂੰ ਰੱਸੀਆਂ ਨਾਲ ਬੰਨ੍ਹ ਕੇ ਵਜ਼ੀਰ ਖਾਨ ਦੀਆਂ ਲੱਤਾਂ ਤੇ ਇਹਦੇ ਮਗਰ ਬੰਨ੍ਹ ਦਿਓ ਬਲਦਾਂ ਦੇ। ਹੁਣ ਤੁਸੀਂ ਕੀ ਕਰਨਾ? ਪ੍ਰਾਣੀ ਲੈ ਲੈ ਕੇ ਦੇ ਨਾਲ ਬਲਦ ਹਿੱਕਣੇ ਨੇ ਤੇ 12 ਕੋਹ ਦੀ ਵਿੱਥ ਹੈ ਜਿਹੜੀ ਸਰਹੰਦ ਦੀ ਚੱਪੜ ਚਿੜੀ ਤੋਂ, ਬਸ ਉੱਥੋਂ ਤੱਕ ਵਜ਼ੀਰ ਖਾਨ ਮਗਰ ਘਸੀੜਦਾ ਹੀ ਜਾਵੇ। ਤੁਸੀਂ ਕਿਆਫਾ ਲਾ ਲੈਣਾ ਕੋਈ ਆਦਮੀ ਮੋਟਰਸਾਈਕਲ ਤੋਂ ਡਿੱਗਾ ਹੋਵੇ ਨਾ ਐਕਸੀਡੈਂਟ ਹੋ ਕੇ, ਉਹ ਵੱਧ ਤੋਂ ਵੱਧ 1-2 ਕਰਮਾਂ ਹੀ ਦੂਰ ਡਿੱਗਾ ਹੋਵੇ ਤੇ ਉਹਦੇ ਰਗੜਾਂ ਕਿੰਨੀਆਂ ਲੱਗਦੀਆਂ। ਆ ਮੇਰੇ ਲੱਗੀਆਂ ਅਜੇ ਤੱਕ ਨਿਸ਼ਾਨ ਨਹੀਂ ਗਏ, ਦਰਦਾਂ ਵੀ ਛਿੜਦੀਆਂ, ਕਦੇ ਕਦੇ ਛਿੜਦੀਆਂ ਨੇ। ਮੈਂ ਉਦਾਹਰਨ ਤਾਂ ਦਿੱਤੀ ਹੈ ਵੀ ਜਦੋਂ ਬੰਦਾ ਡਿੱਗਦਾ ਨਾ 1-2 ਕਰਮਾਂ ਹੀ ਭਾਵੇਂ ਡਿੱਗੇ, ਉਹਦਾ ਅਸਰ ਬੁਰਾ ਹੁੰਦਾ ਹੈ, ਮੋਟਰਸਾਈਕਲ ਤੋਂ ਖਾਸ ਕਰਕੇ ਜੋ ਡਿੱਗਦਾ ਹੈ। ਤੇ ਤੁਸੀਂ ਕਿਆਫਾ ਇਸ ਗੱਲ ਦਾ ਲਾਓ ਵੀ ਜਿਹੜਾ ਵਜ਼ੀਰ ਖਾਨ ਬਲਦਾਂ ਦੇ ਮਗਰ ਪਾਇਆ 12 ਕੋਹ ਦੀ ਵਿੱਥ ਖੜਿਆ ਹੋਵੇਗਾ ਘਸੀੜਦਾ, ਉਹਦਾ ਅਸਰ ਕੀ ਹੋਇਆ ਹੋਵੇਗਾ। 12 ਕੋਹ ਦੀ ਵਿੱਥ ਤੈਅ ਕੀਤੀ ਗਈ ਤੇ ਤੈਅ ਵੀ ਐਡੀ ਛੇਤੀ ਕੀਤੀ ਗਈ ਮਾਨੋ ਖਾਲਸੇ ਨੂੰ ਪਤਾ ਹੀ ਨਾ ਲੱਗਾ ਹੋਵੇ ਕਿਹੜੇ ਵੇਲੇ ਅਸੀਂ ਸਰਹੰਦ ਆਣ ਪਹੁੰਚੇ ਆ। ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਖਾਲਸਾ ਜੀ
ਹੁਣ ਜਿਹੜਾ ਵੀ ਸਾਡੇ ਸਾਹਮਣੇ ਆਉਂਦਾ ਨਾ ਤੇਗ ਲੈ ਕੇ, ਬਸ ਤੇਗ ਦੀ ਧਾਰ ਨਾਲ ਹੀ ਉਹਦਾ ਸਵਾਗਤ ਕਰਨਾ, ਉੱਦਾਂ ਨਹੀਂ। ਉੱਥੇ ਵਜ਼ੀਰ ਖਾਨ ਨੂੰ ਇੱਕ ਦਰਖਤ ਨਾਲ ਟੰਗ ਦਿੱਤਾ ਗਿਆ ਜਿੱਥੇ ਕਾਂ ਇੱਲਾਂ ਗਿਰਜ ਖਾਣ ਲੱਗੇ। ਤੇ ਸ਼ਹਿਰ ਦੇ ਵਿੱਚ ਲੁਕਿਆ ਹੋਇਆ ਸੀ ਸੁੱਚਾ ਨੰਦ, ਜਿਨੇ ਆਖਿਆ ਸੀ ਵਜ਼ੀਰ ਖਾਨ ਨੂੰ, ਇਹ ਸੱਪ ਦੇ ਬੱਚੇ ਸਪੋਲੀਏ ਨੇ। ਜ਼ਫਰਨਾਮੇ ਦਾ ਇੱਕ ਬੜਾ ਪਿਆਰਾ ਸ਼ੇਰ ਹੈ। ਪਾਤਸ਼ਾਹ ਨੇ ਆਖਿਆ ਸੀ ਔਰੰਗਜ਼ੇਬ ਨੂੰ, ਚਿਹਾਂ ਸ਼ੁੱਧ ਕੇ ਚੂੰ ਬਚਗਾ ਕੁਸ਼ਤਹਿ ਚਾਰ। ਕੀ ਹੋਇਆ ਵਜ਼ੀਰ ਖਾਨ, ਮੇਰੇ 4 ਬੱਚੇ ਸਾਹਿਬਜ਼ਾਦੇ ਤੂੰ ਕੋਹ ਕੇ ਮਾਰੇ ਨੇ, ਕਿ ਬਾਕੀ ਬੇਮਾਦਸਤ ਪੇਚੀ ਦਾ ਮਾਰ। ਇਹ ਸ਼ਬਦ ਫਾਰਸੀ ਦੇ ਹਨ ਤੇ ਫਾਰਸੀ ਨੂੰ ਪੜ੍ਹਨ ਵਾਸਤੇ ਇੱਕ ਲੈ ਹੁੰਦੀ ਹੈ। ਤੁਸੀਂ ਕੀਰਤਨ ਸਰਵਣ ਕੀਤਾ ਨਾ ਭਾਈ ਦਵਿੰਦਰ ਸਿੰਘ ਜੀ ਤੋਂ, ਤੇ ਉਹਨੂੰ ਪੜ੍ਹਨ ਦੀ ਇੱਕ ਲੈ ਹੈ। ਜਦੋਂ ਅਸੀਂ ਫਾਰਸੀ ਦੀਆਂ ਲਿਖਤਾਂ ਪੜ੍ਹਦੇ ਹਾਂ ਨਾ, ਤੇ ਸਾਡੇ ਸਾਹਮਣੇ ਉਹ ਲੈ ਆਉਂਦੀ ਹੈ। ਅਸੀਂ ਇਹਨੂੰ ਪੜ੍ਹਦੇ ਪਤਾ ਕਿੱਦਾਂ? ਉਹ ਫਾਰਸੀ ਦੀ ਲੈ ਨੂੰ ਪੜ੍ਹਨ ਵਾਸਤੇ ਪਾਤਸ਼ਾਹ ਜ਼ਫਰਨਾਮੇ ਨੂੰ ਉਹਦੀ ਲੈ ਕੀ ਆ, ਫੌਲਨ 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 ਫੌਲ, ਫੌਲਨ 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 ਫੌਲ। ਤੇ ਪਾਤਸ਼ਾਹ ਦਾ ਜ਼ਫਰਨਾਮਾ ਹੈ, ਕਮਾਲੇ ਕਰਾਮਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ ਕਰੇ ਹੱਕ ਨਰਹੀਮ, ਅਮਾ ਬਖਸ਼ ਬਖਸ਼ਿੰਦੇ ਹੋ ਦਸਤਗੀਰ, ਖਤਾ ਬਖਸ਼ ਰੋਜ਼ੀ ਦੇ ਹੋ ਦਿਲ ਪਜ਼ੀਰ, ਸ਼ਹਿਨशाह खूबी ਦੇ ਹੋ रहनुमू के बेगुनो बेचुनो चूं बेनमू, ना साजो ना बाजो ना फौजो ना फर्ज, खुदावंद बख्शिंदे ऐशो अर्श। ते उथे पातशाह ने लिखा सी औरंगजेब, चिहां शुद्ध के चूं बचगा कुश्तह चार, के बाकी बिमादत पेची दा मार। की होया, मेरे 4 साहिबजादे को के कतल कीते ने। अजे 5वां खालसा मेरा नादी पुत्र वीर बहादुर, 5वां सपुत्र कुंडलिया सप मगर बच्चा तेरियां पुश्तां गाल के रख देवेगा। अज वो खालसा आ चुका सी। ये सुच्चा नंद ने आख्या सी, नाजम साहब ये सप दे बच्चे सपोलीए ने, एक गोबिंद सिंह लभदा फिरदा, जिदन 2 तैयार हो गए तेरा जूना हराम कर देणगे, इन्हां दियां फन्ना होने फेदे। ये सुच्चा नंद बाबा बंदा सिंह बहादुर दे हत्थ आया, इहदे गल छितरां दा हार पाया गया। ਇਹਦੇ ਪਰਿਵਾਰ ਨੂੰ ਤੇ ਨਾਲ ਇਹਨੂੰ ਸਾਰੇ ਸ਼ਹਿਰ ਦੇ ਵਿੱਚ ਭੀਖ ਮੰਗਾਈ ਗਈ। ਕੌਡੀ ਤੋਂ ਵੱਧ ਐਲਾਨ ਕੀਤਾ ਗਿਆ, ਕੌਡੀ ਤੋਂ ਵੱਧ ਇਹਨਾਂ ਨੂੰ ਕੋਈ ਭੀਖ ਨਾ ਦੇਵੇ। ਬੁਰਾ ਅਸਰ ਕਰਕੇ ਫਿਰ ਸੁੱਚਾ ਨੰਦ ਨੂੰ ਵੀ ਸੌਦਾ ਲਾਇਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਪੁੱਛਿਆ, ਕਿੱਥੇ ਸੀ ਉਹ ਜਗ੍ਹਾ ਸਿਆਣੇ ਲੋਕਾਂ ਨੂੰ ਜਿੱਥੇ ਸਾਡੇ ਵੱਡੇ ਬਾਬੇ ਸ਼ਹੀਦ ਹੋਏ ਨੇ? ਨਿੱਕੀਆਂ ਜਿੰਨਾ ਸਨ ਬੇਸ਼ੱਕ, ਪਰ ਸਾਕਾ ਬੜਾ ਵੱਡਾ ਕਰ ਗਏ ਸਨ। ਕਿੱਥੇ ਨੇ ਸਾਡੇ ਬਾਬੇ ਸ਼ਹੀਦ ਹੋਏ? ਫਿਰ ਸਿੰਘਾਂ ਨੇ ਦੱਸਿਆ, ਪੁਰਾਤਨ ਬਜ਼ੁਰਗਾਂ ਨੇ ਦੱਸਿਆ, ਉਹ ਪਵਿੱਤਰ ਜਗ੍ਹਾ ਦਸੀ ਜਿੱਥੇ ਸਾਹਿਬਜ਼ਾਦੇ ਪਹਿਲਾਂ ਕੰਨਾਂ ਵਿੱਚ ਚਿਣੇ ਗਏ ਤੇ ਫਿਰ ਛਾਤੀਆਂ ਤੇ ਗੋਡੇ ਰੱਖ ਕੇ ਜ਼ਾਲਮਾਂ ਵੱਲੋਂ ਸ਼ਹੀਦ ਕੀਤੇ ਗਏ। ਫਿਰ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਦੇ ਸਾਥੀਆਂ ਨੇ ਨੈਣਾਂ ਵਿੱਚੋਂ ਮੋਤੀ ਸੁੱਟ ਕੇ ਉਹ ਪਵਿੱਤਰ ਜਗ੍ਹਾ ਨੂੰ ਧੋ ਦਿੱਤਾ। ਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਉੱਥੇ ਸਰਦਾਰ ਬਾਜ਼ ਸਿੰਘ ਨੂੰ ਥਾਪਿਆ ਔਰ ਉੱਥੋਂ ਦੇ ਵੱਡੇ ਕਿਲੇ ਸਰ ਕਰਕੇ ਮੁਖਲਸਗੜ੍ਹ ਨੂੰ ਜਿੱਤਿਆ, ਜਿਹਦਾ ਨਾਮ ਲੋਹਗੜ੍ਹ ਰੱਖਿਆ। ਪਿੱਛੇ ਜੇ ਨਾ ਬਾਬਾ ਬੰਦਾ ਸਿੰਘ ਬਹਾਦਰ ਦੇ ਸਿਰ ਤੇ ਬੜੀ ਪਾਪ ਦੀ ਪੰਡ ਚੁਕਾਈ ਗਈ। ਮੈਂ ਉਹ ਵੀ ਤੁਹਾਡੇ ਨਾਲ ਸਾਂਝ ਪਾ ਜਾਵਾਂ, ਕਿਉਂਕਿ ਸਟੇਜ ਇਸ ਕਰਕੇ ਲੱਗਦੀ ਹੈ ਵੀ ਜਿਹੜੀਆਂ ਗੁੰਝਲਾਂ, ਜਿਹੜਾ ਮਿਥਿਹਾਸ ਸਾਡੇ ਵਿੱਚ ਘੜਿਆ ਜਾ ਰਿਹਾ ਨਾ, ਅਸੀਂ ਉਸ ਤੋਂ ਸੁਚੇਤ ਹੋ ਜਾਈਏ। ਬਾਬਾ ਬੰਦਾ ਸਿੰਘ ਬਹਾਦਰ ਨੂੰ ਕਈ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ, RS ਦੇ ਏਜੰਟ ਜਿਨ੍ਹਾਂ ਨੇ ਆਪਣੀਆਂ ਪੁਸਤਕਾਂ ਲਿਖੀਆਂ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਆਪ ਨੂੰ ਗੁਰੂ ਕਹਾਉਣਾ ਸ਼ੁਰੂ ਕਰ ਦਿੱਤਾ। ਨਹੀਂ, ਮੈਂ ਤੁਹਾਨੂੰ ਇਸ ਦਾ ਪ੍ਰੂਫ ਦੇ ਸਕਦਾ। ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਸਿੱਕਾ ਜਾਰੀ ਕੀਤਾ ਸੀ। ਉਹ ਸਿੱਕੇ ਦੇ ਪਤਾ ਕੀ ਲਿਖਿਆ ਸੀ? ਸਿੱਕਾ ਜਦਬਰ ਹਰਦੋ ਆਲਮ ਤੇਗ ਨਾਨਕ ਵਾਹਿਬ ਅਸਤ, ਫਤਿਹ ਗੋਬਿੰਦ ਸਿੰਘ ਸ਼ਾਹ ਸ਼ਾਹ ਫਜ਼ਲ ਸੱਚਾ ਸਾਹਿਬ ਅਸਤ। ਤੇ ਇੱਕ ਮੋਹਰ ਜਾਰੀ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਨੇ, ਉੱਤੇ ਲਿਖਿਆ ਸੀ, ਦੇਗੋ ਤੇਗੋ ਫਤਿਹ ਨੁਸਰ ਤੋਂ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਕਿ ਖਾਲਸਾ ਰਾਜ ਦੀ ਜੇ ਪ੍ਰਾਪਤੀ ਹੋ ਸਕੀ ਹੈ, ਇਹ ਗੁਰੂ ਨਾਨਕ ਦੀ ਕਿਰਪਾ ਸਦਕਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਸਦਕਾ। ਤਰਕਵਾਦੀਆਂ ਫੇਰ ਸਵਾਲ ਠਾਇਆ। ਬਾਬਾ ਬੰਦਾ ਸਿੰਘ ਨੂੰ ਮਹਾਰਾਜ ਨੇ ਆਖਿਆ ਸੀ, ਵਿਆਹ ਨਾ ਕਰਾਈ, ਤੇਰਾ ਕੁਝ ਨਹੀਂ ਰਵੇਗਾ। ਮੈਂ ਉਹਦੇ ਪਰਿਵਾਰ ਦੀ ਅੱਜ ਦੀ ਮੁਸਾਵਲੀ ਵੀ ਦੇ ਸਕਦਾ। ਅਸੀਂ ਕਹਿੰਦੇ ਨਾ, ਬਾਬਾ ਮਹਾਰਾਜ ਰਣਜੀਤ ਸਿੰਘ ਨੂੰ ਵੀ ਆਖਿਆ ਸੀ ਵੀ ਜਿਹੜਾ ਸਾਡੀ ਇੱਥੇ ਪਵਿੱਤਰ ਅੰਗੀਠੇ ਨੂੰ ਫੋਲੇਗਾ ਉਹਦਾ ਰਵੇਗਾ ਕੱਖ ਨਹੀਂ। ਮੇਰੇ ਕੋਲ ਉਹਦੇ ਅੱਜ ਦੇ ਪਰਿਵਾਰ ਦੀ ਮੁਸਾਵਲੀ ਵੀ ਜੇ ਕਿਸੇ ਲੈਣੀ ਹੋਵੇ ਤੇ ਪੁੱਛ ਸਕਦੇ ਹੋ। ਅੱਜ ਵੀ ਉਹਦਾ ਪਰਿਵਾਰ ਵੱਸਦਾ। ਇਹ ਤਾਂ ਇੱਕ ਵਹਿਮ ਸੀ ਸਾਡੇ ਵਿੱਚ ਜਿਹੜੇ ਵਾੜੇ ਗਏ, ਇੱਕ ਛਿੱਟੇ ਸੀ ਜਿਹੜੇ ਪਾਉਣ ਦਾ ਯਤਨ ਕੀਤਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਤੇ ਮਹਾਰਾਜਾ ਰਣਜੀਤ ਸਿੰਘ ਤੇ ਦਾਗ ਲਾਉਣ ਦਾ ਯਤਨ ਕੀਤਾ ਗਿਆ। ਪਰ ਵਕਤ ਦੇ ਲਿਖਾਰੀਆਂ ਔਰ ਫਾਰਸੀ ਦੀਆਂ ਤਾਰੀਖਾਂ ਜਿਨ੍ਹਾਂ ਨੂੰ ਮੈਂ ਪੜ੍ਹਨ ਦਾ ਯਤਨ ਤੇ ਕਰਦਾ ਹਾਂ ਔਰ ਸੰਗਤ ਦੇ ਸਾਹਮਣੇ ਲਿਆਉਣ ਦਾ ਯਤਨ ਵੀ ਕਰਦਾ, ਉਹਨਾਂ ਵਿੱਚ ਬੜਾ ਹਿੱਕ ਠੋਕ ਕੇ ਇਸ ਗੱਲ ਨੂੰ ਪ੍ਰਵਾਨ ਕੀਤਾ ਗਿਆ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਅੰਮ੍ਰਿਤ ਵੀ ਛਕਿਆ ਸੀ, ਉਹਨੇ ਵਿਆਹ ਵੀ ਕਰਾਇਆ ਸੀ, ਉਹਨੇ ਆਪਣੇ ਨਾਂ ਤੇ ਸਿੱਕਾ ਜਾਰੀ ਨਹੀਂ ਕੀਤਾ, ਆਪਣੇ ਨਾਂ ਤੇ ਮੋਹਰ ਜਾਰੀ ਨਹੀਂ ਕੀਤੀ। ਇੱਕ ਵਾਰ ਉਸ ਮਹਾਨ ਬਾਬਾ ਬੰਦਾ ਸਿੰਘ ਬਹਾਦਰ ਜਿਸ ਨੇ ਕਿਸਾਨਾਂ ਨੂੰ ਜ਼ਮੀਨਾਂ ਤੇ ਜਾਇਦਾਦਾਂ ਦੇ ਮਾਲਕ ਬਣਾਇਆ ਔਰ ਭਗਤ ਧੰਨਾ ਜੀ ਜਿਨ੍ਹਾਂ ਦੀ ਨਿੱਕੀ ਮਿੱਠੀ ਯਾਦ ਅੰਦਰ ਜੋੜ ਬੈਠੇ ਹੋ, ਉਹਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਆਖੋ ਜੀ ਸਤਨਾਮ।
ਸ਼੍ਰੀ ਵਾਹਿਗੁਰੂ ਇਤਨੀ ਸੇਵਾ ਪ੍ਰਵਾਨ ਕਰੋ। ਸਮਾਂ ਕਾਫੀ ਹੋ ਗਿਆ ਹੈ, ਮੀਂਹ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਡਾਕਟਰ ਭਾਈ ਮੇਜਰ ਸਿੰਘ ਜੀ ਸਟੇਜ ਕਤਲ ਦੀ ਸੇਵਾ ਨਿਭਾ ਰਹੇ ਨੇ, ਉਹਨਾਂ ਵੱਲੋਂ ਬੇਅੰਤ ਪਿਆਰ ਭੇਜਿਆ ਗਿਆ। ਔਰ ਭਾਈ ਸੁਖਰਾਜ ਸਿੰਘ ਜੀ ਧਨੋਏ ਕੈਨੇਡਾ ਤੋਂ, ਉਹ ਢਾਡੀ ਕਲਾ ਔਰ ਇਤਿਹਾਸ ਤੋਂ ਪ੍ਰਸੰਨ ਹੋ ਕੇ 500 ਰੁਪਈਆ ਸਪੈਸ਼ਲ ਢਾਡੀ ਜਥੇ ਨੂੰ ਇਨਾਮ ਭੇਜਦੇ ਨੇ। ਮੈਂ ਉਹਨਾਂ ਦੀ ਕਦਰਦਾਨੀ ਦਾ ਤਹਿ ਦਿਲੋਂ ਧੰਨਵਾਦ ਕਰਦਾ। ਸਤਿਕਾਰਯੋਗ ਭਾਈ ਦਲਜੀਤ ਸਿੰਘ ਜੀ, ਜਿਨ੍ਹਾਂ ਨੇ ਉਚੇਚਾ ਹੁਕਮ ਲਾ ਕੇ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨਦਾਰੇ ਕਰਾਏ। ਸੰਗਤ ਜੀ, ਜ਼ਰੂਰੀ ਨਹੀਂ ਹੁੰਦਾ ਵੀ ਪੰਡਾਲ ਭਰਿਆ ਹੀ ਹੋਵੇ ਤੇ ਆਪਾਂ ਫੇਰ ਹੀ ਬੋਲਣਾ। ਇੰਨੇ ਕੁ ਬੈਠੇ ਹੋ ਨਾ ਬਸ ਟਿਕ ਕੇ, ਤੇ ਸਰੋਤੇ ਨੂੰ ਵੀ ਆਨੰਦ ਆਉਂਦਾ ਤੇ ਬੁਲਾਰੇ ਨੂੰ ਤੇ ਫਿਰ ਆਨੰਦ ਆਉਣਾ ਹੀ ਆਉਣਾ ਹੈ, ਕਿਉਂਕਿ ਉਹਨੇ ਸਰੋਤੇ ਕੋਲੋਂ એનર્ਜੀ ਲੈਣੀ ਹੈ। ਤੁਸੀਂ ਤੇ ਫਿਰ ਵੀ ਗੁਰੂ ਦੀ ਕਿਰਪਾ, ਪਾਤਸ਼ਾਹ ਨੇ ਤੇ ਆਖਿਆ ਸੀ ਪੰਜਾਂ 'ਚ ਪਰਮੇਸ਼ਰ ਆ, ਇਹ ਤੇ 5 ਤੋਂ 500 ਦੇ ਲਾਗੇ ਬੈਠਾ, ਗੁਰੂ ਕਿਰਪਾ ਕਰੇ, ਕਿਉਂਕਿ ਹਰ ਸਿੱਖ 1.25 ਲੱਖ ਦੇ ਬਰਾਬਰ ਹੋਇਆ ਕਰਦਾ ਹੈ। ਮੈਂ ਅਖੀਰੀ ਬੇਨਤੀ ਕਰਕੇ ਜਾਵਾਂ ਭਾਈ, ਕਲਗੀਧਰ ਦੇ ਪੁੱਤਰੋ ਧੀਓ, ਠੀਕ ਹੈ ਜੀ, ਕਲਗੀਧਰ ਦੇ ਪੁੱਤਰੋ ਧੀਓ, ਅੰਮ੍ਰਿਤਧਾਰੀ ਹੋ ਕੇ ਜੀਓ। ਅਸੀਂ ਚੰਗੇ ਬਣਨਾ ਹੈ, ਚੰਗਾ ਖਾਣਾ ਹੈ, ਚੰਗਾ ਪੀਣਾ ਹੈ, ਚੰਗਾ ਪਹਿਨਣਾ ਹੈ, ਚੰਗਾ ਸੋਚਣਾ ਹੈ, ਚੰਗਾ ਵਿਚਾਰਨਾ ਹੈ। ਤੁਸੀਂ ਸ਼ਹੀਦਾਂ ਦੇ ਨਗਰ ਦੇ ਹੋ ਤੇ ਸ਼ਹੀਦਾਂ ਦੀ ਪ੍ਰਥਾएं ਵਿਦਵਾਨ ਸੱਜਣ ਕਹਿੰਦਾ, ਸ਼ਹੀदों की चिताओं पर लगेंगे हर बरस मेले, वतन पे मिटने वालों का बाकी यही निशान होगा। ਜਿਹੜਾ ਕੌਮ ਦੀ ਖਾਤਰ ਕੁਰਬਾਨ ਹੋ ਜਾਂਦਾ ਨਾ, ਉਹਨਾਂ ਦੀਆਂ ਯਾਦਗਾਰਾਂ ਬਣਾਈਆਂ ਜਾਂਦੀਆਂ। ਤੁਹਾਡੇ ਨਗਰ 2 ਮਹਾਨ ਸ਼ਹੀਦ ਹੋਏ ਨੇ, ਇੱਕ ਸੰਤਾਂ ਦੇ ਨਾਲ ਤੇ ਇੱਕ ਸੰਤਾਂ ਤੋਂ ਪਹਿਲਾਂ। ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਵੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੌਜੂਦਾ ਸਮੇਂ ਦੇ ਸੰਘਰਸ਼, ਅੱਜ ਵੀ ਇੱਕ ਸੰਘਰਸ਼ ਬੜਾ ਵੱਡਾ ਹੁਕਮ ਹੋ ਗਿਆ ਵੀ ਇੱਕ ਕਵਿਤਾ ਸਾਂਝੀ ਕਰ ਦਿੱਤੀ ਜਾਵੇ, ਤੇ ਮੈਂ ਕਿਸਾਨਾਂ ਦੇ ਹੱਕ ਦੀ ਆਵਾਜ਼ ਉਠਾਉਣ ਲੱਗਾ। ਜਿੰਨੀ ਕੁ ਸਮਰੱਥਾ ਮੈਨੂੰ ਸਤਿਗੁਰੂ ਨੇ ਬਖਸ਼ੀ ਹੈ ਨਾ, ਕਿ ਅਸੀਂ ਸਟੇਜ ਤੋਂ ਤੁਹਾਡੇ ਤੱਕ ਇੱਕ ਗੱਲ ਪਹੁੰਚਾਈਏ ਤੇ ਤੁਸੀਂ ਪੂਰੀ ਦੁਨੀਆ ਤੱਕ। ਗੁਰੂ ਕੀ ਸੰਗਤ, ਮੈਂ ਬੇਨਤੀ ਕੀਤੀ ਸੀ, ਕਿਸਾਨ ਭਿੱਖਿਆ ਲੈਣ ਨਹੀਂ ਗਏ, ਕਿਸਾਨ ਉੱਥੇ ਜਾ ਕੇ ਭੀਖ ਨਹੀਂ ਮੰਗ ਰਿਹਾ, ਉੱਥੇ ਆਪਣਾ ਹੱਕ ਮੰਗ ਰਿਹਾ। ਹੱਕ ਜਿਹੜੇ ਜ਼ਬਰਦਸਤੀ ਸਾਡੇ ਹੱਕ ਖੋਏ ਜਾ ਰਹੇ ਨਾ, ਉਹ ਕਹਿੰਦੇ ਵੀ ਬਸ ਸਾਡੇ ਹੱਕ ਸਾਨੂੰ ਦੇ ਦਿਓ, ਹੋਰ ਕੁਝ ਨਹੀਂ ਚਾਹੀਦਾ। ਉੱਥੇ ਸੂਰਮੇ ਬੈਠੇ ਸ਼ਹੀਦ ਹੋ ਗਏ ਨੇ। ਸ਼ਰਾਬ ਪੀ ਕੇ ਇੱਕ ਬਾਰਡਰ ਟੱਪਿਆ, ਜਿਹਨੂੰ ਸਰਕਾਰਾਂ ਨੇ ਆਖਿਆ ਉਹ ਸ਼ਰਾਬ ਪੀ ਕੇ ਟੱਪਿਆ। ਮੇਰੇ ਇਲਾਕੇ ਦਾ ਸੀ, ਨੈਟ ਰਾਹੀਂ ਜਾਂਦਾ ਹੈ ਤੇ ਅਸੀਂ ਸਟੇਜ ਤੇ ਗੱਲ ਤੇ ਕਰਦੇ ਨੇ, ਬਾਅਦ ਵਿੱਚ ਇਹ ਪੁਲਿਸ ਵਾਲੇ ਬੜੇ ਗੇੜੇ ਮਾਰਦੇ ਨੇ। ਜਦੋਂ ਇਹੋ ਜੀ ਗੱਲ ਕੀਤੀ ਜਾਵੇ ਨਾ ਸਟੇਜ ਦੇ ਉੱਤੋਂ ਹੱਕ ਸੱਚ ਦੀ, ਫਿਰ ਆਵਾਜ਼ ਦਬਾਉਣ ਦਾ ਵੀ ਯਤਨ ਕੀਤਾ ਜਾਂਦਾ। ਹਰ ਪ੍ਰੋਗਰਾਮ ਦੇ ਵਿੱਚ ਇੱਕ ਨਾ ਇੱਕ ਏਜੰਟ ਬੈਠਾ ਹੀ ਹੁੰਦਾ ਹੈ, ਜਿਹੜਾ ਰੋਜ਼ ਦਿੱਲੀ ਦਰਬਾਰ ਡਾਇਰੀ ਪਹੁੰਚਾਉਂਦਾ ਵੀ ਸਟੇਜ ਤੋਂ ਸੰਗਤਾਂ ਨੂੰ ਕੀ ਪਰੋਸਿਆ ਗਿਆ, ਕਿ ਉਹਨਾਂ ਨੂੰ ਸੁਚੇਤ ਨਹੀਂ ਕੀਤਾ ਜਾ ਰਿਹਾ, ਲੋਕਾਂ ਨੂੰ ਜਾਗਰੂਕ ਨਹੀਂ ਕੀਤਾ ਜਾ ਰਿਹਾ। ਜਿਹੜਾ ਜਾਗਰੂਕ ਕਰਨ ਦਾ ਯਤਨ ਕਰਦਾ ਹੈ, ਬਸ ਉਹਨੂੰ ਜਾਂ ਤੇ ਲਾਲਚ ਦੇ ਕੇ ਖਰੀਦਦੇ ਨੇ ਤੇ ਜਾਂ ਉਹਦੀ ਆਵਾਜ਼ ਦਬਾਉਣ ਦਾ ਯਤਨ ਕਰਦੇ ਨੇ। ਮੈਂ ਬੇਨਤੀ ਕਰਦਾ ਤੇ ਗੁਰੂ ਦੀ ਕਿਰਪਾ ਸਦਕਾ ਤੁਹਾਡੇ ਸਾਹਮਣੇ ਇਹ ਬਿਲਕੁਲ ਨਿਰਪੱਖ ਹੋ ਕੇ ਤੁਹਾਡੇ ਸਾਹਮਣੇ ਗੱਲ ਕਰਦਾ। ਸਾਡੇ ਇਲਾਕੇ ਦਾ ਸ਼ਰਾਬ ਪੀ ਕੇ ਕਹਿੰਦੀ ਸਰਕਾਰ ਵੀ ਬਾਰਡਰ ਟੱਪ ਗਿਆ, ਮਰਿਆ ਉਧਰ ਜਿਉਂਦਾ ਹਾਥੀ ਲੱਖ ਦਾ, ਮਰਿਆ 1.25 ਲੱਖ ਦਾ ਹੋ ਗਿਆ। ਬਹੁਤ ਕੀਮਤ ਪੈ ਗਈ, ਜੋ ਇੱਥੇ ਲੀਡਰਸ਼ਿਪ ਸੀ ਪਹੁੰਚ ਗਈ ਤੇ ਉਹਨਾਂ ਆਖਿਆ ਜੀ ਇਹ ਸ਼ਹੀਦ ਹੈ, ਇਹਨੂੰ ਸ਼ਹੀਦ ਦਾ ਰੁਤਬਾ ਦੇ ਦਿਓ। ਇਹ ਸ਼ਹੀਦ ਹੋ ਕੇ ਆਇਆ ਪਾਕਿਸਤਾਨ ਦੇ ਵਿੱਚੋਂ। ਤੇ ਜਦੋਂ ਸਾਡੇ ਦਿੱਲੀ ਬੈਠੇ ਕਿਸਾਨ ਸ਼ਹੀਦ ਹੋ ਗਏ, ਜ਼ੁਬਾਨ ਸੜ ਜਾਵੇ, ਮੈਂ ਕਿਸੇ ਦੇ ਹੱਕ ਜਾਂ ਵਿਰੋਧ ਵਿੱਚ ਨਹੀਂ, ਵੀ ਤੁਸੀਂ ਹਰ ਇੱਕ ਬੰਦੇ ਦਾ ਆਪੋ ਆਪਣਾ ਰਾਜਨੀਤਿਕ ਢਾਂਚਾ ਹੁੰਦਾ ਹੈ ਤੇ ਸਾਨੂੰ ਅਪਣਾਉਣਾ ਚਾਹੀਦਾ। ਕਾਰਨ ਪਤਾ ਕੀ ਹੈ, 6ਵੇਂ ਪਾਤਸ਼ਾਹ ਨੇ ਆਖਿਆ ਵੀ ਧਰਮ ਤੇ ਸਿਆਸਤ ਦੋਵੇਂ ਚਲਾਓਗੇ ਤੇ ਬਚੋਗੇ ਤਾਂ, ਤੇ ਜੇ ਇਕੱਲਾ ਧਰਮ ਲੈ ਕੇ ਚੱਲੇ ਸਿਆਸਤ ਨਾ ਹੋਈ ਤੇ ਤੁਹਾਡੇ ਪੱਲੇ ਫਿਰ ਵੀ ਕੱਖ ਨਹੀਂ ਪੈਣਾ, ਤੇ ਜੇ ਇਕੱਲੀ ਸਿਆਸਤ ਹੋਈ ਧਰਮ ਹੋਇਆ ਨਾ ਤੇ ਫਿਰ ਤੇ ਤੁਸੀਂ ਅਸਲੋਂ ਹੀ ਜ਼ੀਰੋ ਜੇ। ਹੁਣ ਸਿਆਸਤ ਵੀ ਚਲਾਉਣੀ ਹੈ ਤੇ ਧਰਮ ਵੀ ਚਲਾਉਣਾ ਹੈ, ਪਰ ਚਲਾਉਣਾ ਕਿੱਦਾਂ ਹੈ? ਸਿਆਸਤ ਚਲਾਉਣੀ ਹੈ ਘੋੜਾ ਬਣਾ ਕੇ, ਤੇ ਧਰਮ ਚਲਾਉਣਾ ਤੇ ਸਵਾਰ। ਬਦਕਿਸਮਤੀ ਅੱਜ ਕੱਲ੍ਹ ਜਿਹੜੀ ਸਿਆਸਤ ਹੈ ਉਹ ਸਵਾਰ ਹੁੰਦੀ ਜਾ ਰਹੀ ਤੇ ਧਰਮ ਨੂੰ ਘੋੜੇ ਦੀ ਜਗ੍ਹਾ ਵਰਤਿਆ ਜਾ ਰਿਹਾ। ਪਰ ਮੈਂ ਬੇਨਤੀ ਕਰਾਂ, ਅੱਜ ਜ਼ੁਬਾਨ ਸੜ ਜਾਵੇ ਮੌਜੂਦਾ ਸਰਕਾਰਾਂ ਦੀ, ਜਿਨ੍ਹਾਂ ਇੱਕ ਨੇ ਵੀ ਆਖਿਆ ਹੋਵੇ ਕਿ ਦਿੱਲੀ ਬੈਠੇ ਸਾਡੇ ਸੂਰਮੇ ਸ਼ਹੀਦ ਹੋ ਗਏ, ਲੜਨ ਲਈ ਗਏ ਆਪਣੇ ਹੱਕਾਂ ਲਈ, ਪੂਰੀ ਦੁਨੀਆ ਲਈ। ਯਾਦ ਰੱਖਣਾ ਗੁਰੂ ਕੀ ਸੰਗਤ, ਕਿਸਾਨ ਰੀੜ ਦੀ ਹੱਡੀ ਜੇ ਰੀੜ ਦੀ ਹੱਡੀ ਦਾ ਇੱਕ ਵੀ ਮਣਕਾ ਨਿਕਲ ਗਿਆ ਤੇ ਬਾਕੀ ਵਾਇਰਿੰਗ ਕੀਤੇ ਹੋਏ ਢਾਂਚੇ ਸਾਰੇ ਵਿਗੜ ਜਾਣਗੇ। ਜੇ ਕਿਸਾਨ ਹੈ ਤਾਂ ਲੋਹਾਰ ਤੋਂ ਲੈ ਕੇ ਸੁਨਿਆਰਾ ਹੈ, ਜੇ ਕਿਸਾਨ ਦੀ ਫਸਲ ਹੈ ਤਾਂ ਲੋਹਾਰ ਕੋਲੋਂ ਜਾ ਕੇ ਕੋਈ ਦਾਤੜੀ ਰੰਬੀ ਵੀ ਲੈ ਲਵੇਗਾ, ਹਲ ਵੀ ਬਣਾ ਲਵੇਗਾ। ਜੇ ਕਿਸਾਨ ਦੀ ਜੇਬ ਵਿੱਚ ਪੈਸੇ ਹਨ ਤੇ ਉਹ ਜਾ ਕੇ ਕਿਸੇ ਸੁਨਿਆਰੇ ਕੋਲੋਂ ਸੋਨਾ ਵੀ ਬਣਾ ਲਵੇਗਾ। ਜੇ ਕਿਸਾਨ ਨਹੀਂ ਤੇ ਸਾਰਾ ਕੁਝ ਖਤਮ ਹੋ ਜਾਵੇਗਾ। ਪਹਿਲਾਂ ਮਰਦਾ ਸੀ ਕਿਸਾਨ, ਹੁਣ ਕਿਸਾਨੀ ਮਰ ਜਾਵੇਗੀ। ਹਾਲਾਤ ਇਹ ਬਣਦੇ ਜਾ ਰਹੇ, ਕਿਸਾਨੀ ਨੂੰ ਖਤਮ ਕਰਨ ਦਾ ਯਤਨ ਕੀਤਾ ਜਾ ਰਿਹਾ। ਪਰ ਇੱਕ ਗੱਲ ਨੂੰ ਨੋਟ ਰੱਖਿਓ, ਸਾਡੇ ਦਿੱਲੀ ਬੈਠੇ ਸੂਰਮੇ ਕੁਝ ਹੋ ਗਏ ਨੇ ਸ਼ਹੀਦ, ਕੁਝ ਬੈਠੇ ਨੇ ਡਟ ਕੇ।
ਉਹਨਾਂ ਦੀ ਪ੍ਰਥਾएं ਗੁਰੂ ਕੀ ਸੰਗਤ ਜਿੱਥੇ ਆਪਣੇ ਧੀਆਂ ਪੁੱਤਰਾਂ ਦੀ ਸੁੱਖ ਮੰਗਦੇ ਨੇ ਨਾ ਗੁਰੂ ਘਰ ਆ ਕੇ ਕਿ ਮਹਾਰਾਜ ਸਾਡੇ ਪੁੱਤਰਾਂ ਦੀ ਲੰਬੀ ਲੰਬੀ ਉਮਰ ਹੋਵੇ, ਘਰ ਦੇ ਵਿੱਚ ਦੁੱਧ ਪੁੱਤ ਹੋਵੇ, ਵਿਦੇਸ਼ਾਂ ਵਿੱਚ ਪੱਕੇ ਹੋ ਜਾਣ, ਦੂਰ ਵਿਦੇਸ਼ ਦੀ ਯਾਤਰਾ ਕਰਨ। ਉੱਥੇ ਭੈਣੋ ਤੇ ਭਰਾਓ ਇੱਕ ਅਰਦਾਸ ਕਰਿਆ ਕਰੋ, ਇਹ ਬਾਬਾ ਮੋੜਦਾ ਨਹੀਂ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਟੋਟ ਨਾ ਆਵਈ, ਅਗਣਤ ਭਰੇ ਭੰਡਾਰ। ਇਹ ਗੁਰੂ ਦੇ ਭੰਡਾਰੇ ਭਰੇ ਪੈਣੇ। ਅਰਦਾਸ ਪਤਾ ਕੀ ਕਰਨੀ ਕਿ ਸਤਿਗੁਰੂ ਕਿਰਪਾ ਕਰਿਓ, ਦਿੱਲੀ ਬੈਠੇ ਸਾਡੇ ਕਿਸਾਨ, ਉਹਨਾਂ ਨੂੰ ਤਤੀ ਵਾਹ ਵੀ ਨਾ ਲੱਗੇ। ਤੇ ਇੱਕ ਸ਼ਬਦ ਸਾਰਿਆਂ ਨੂੰ ਆਉਂਦਾ ਹੈ, ਉਹ ਪੜ੍ਹਿਆ ਕਰੋ ਘਰਾਂ ਦੇ ਵਿੱਚ ਰੋਜ਼ਾਨਾ ਸੌਣ ਤੋਂ ਪਹਿਲਾਂ, ਤੇ ਨਾਲ ਅਰਦਾਸ ਕਰਿਆ ਕਰੋ। ਤੇ ਸ਼ਬਦ ਪੜ੍ਹਨਾ ਕੀ ਹੈ? ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਹ ਨਾ ਲੱਗਈ, ਪਾਰ ਬ੍ਰਹਮ ਸਰਨਾਈ, ਚੌ ਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਔਖਦ ਦਿਆ, ਏਕਾ ਲਿਵ ਲਾਈ ਰਹਾਓ। ਰਾਖ ਲਿਏ ਤਿਨ ਰਖਣ ਹਾਰ, ਸਭ ਬਿਆਦ ਮਿਟਾਈ, ਕਹੋ ਨਾਨਕ ਕਿਰਪਾ ਭਈ, ਪ੍ਰਭ ਭੈ ਸਹਾਈ। ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ, ਜੋ ਕਾਲੰਗ ਪ੍ਰਨਾਸੀ ਦਇਆਲੰ ਸਰੂਪੇ, ਸਦਾੰਗ ਸੰਗੇ ਅਪੰਗੰ ਬੇਪੂਤੇ। ਇਹ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰੋ, ਪਾਤਸ਼ਾਹ ਦਿੱਲੀ ਬੈਠੇ ਕਿਸਾਨ ਜਲਦੀ ਤੋਂ ਜਲਦੀ ਫਤਿਹ ਯਾਬੀ ਕਰਕੇ, ਉਹ ਮੋਰਚਾ ਫਤਿਹ ਕਰਕੇ ਆਪਣੇ ਘਰਾਂ ਨੂੰ ਆਉਣ। ਤੇ ਉਹ ਕਿਸੇ ਤੋਂ ਭੀਖ ਲੈਣ ਨਹੀਂ ਗਏ, ਉਹ ਇੱਕ ਠੋਕ ਕੇ ਦਿੱਲੀ ਦੀ ਸਰਕਾਰ ਨੂੰ ਆਖਦੇ ਨੇ ਤੇ ਆਂਦੇ ਨੇ, ਦਿੱਲੀ ਦੀਆਂ ਸਰਕਾਰੇ ਸਾਡੇ ਹੱਕ ਇੱਥੇ ਰੱਖ। ਕਿਸਾਨਾਂ ਨੇ ਤੇਰੀ ਹੇਕੀ ਉੱਤੇ ਦਿੱਲੀਏ ਚੜ ਕੇ, ਹੱਕ ਲੈਣੇ ਆ ਕਿਸਾਨਾਂ ਨੇ ਤੇਰੀ ਹੇਕੀ ਉੱਤੇ ਦਿੱਲੀਏ ਚੜ ਕੇ, ਹੱਕ ਲੈਣੇ ਆ ਕਿਸਾਨਾਂ ਨੇ। ਹੀਰਾ ਚੱਲ ਪਏ ਦਿੱਲੀ ਵੱਲ ਨੂੰ, ਕਫਨ ਸਿਰ ਬਨ ਕੇ, ਲੋਕਾਂ ਲਾਈਆਂ ਬਾਰਡਰਾਂ ਤੇ ਵਧੇ ਸੂਰਮੇ ਅੱਗੇ ਨੂੰ ਸਭ ਬਨ ਕੇ। ਉਹ ਘੱਤ ਕੇ ਹੀਰਾ ਚੱਲ ਪਏ ਦਿੱਲੀ ਵੱਲ ਨੂੰ, ਕਫਨ ਸਿਰ ਬਨ ਕੇ, ਲੋਕਾਂ ਲਾਈਆਂ ਬਾਰਡਰਾਂ ਤੇ ਵਧੇ ਸੂਰਮੇ ਅੱਗੇ ਨੂੰ ਸਭ ਬਨ ਕੇ। ਤੂੰ ਜ਼ੁਲਮਾਂ ਦੀ ਹੱਦ ਕਰ ਲੈ, ਤੂੰ ਜ਼ੁਲਮਾਂ ਦੀ ਹੱਦ ਕਰ ਲੈ, ਅਸੀਂ ਰਹਾਂਗੇ ਮੈਦਾਨ ਵਿੱਚ ਅੜ ਕੇ, ਹੱਕ ਲੈਣੇ ਆ ਕਿਸਾਨਾਂ ਨੇ ਤੇਰੀ ਹੇਕੀ ਉੱਤੇ ਦਿੱਲੀਏ ਚੜ ਕੇ, ਹੱਕ ਲੈਣੇ ਆ ਕਿਸਾਨਾਂ ਨੇ।
ਸ਼ਾਂਤਮਈ ਢੰਗ ਆਪਣਾ ਕੇ। ਬੜਾ ਭਰਮ ਹੈ ਸਾਡਿਆਂ ਕਾਤਲਾਂ ਨੂੰ, ਅਸੀਂ ਹੋਵਾਂਗੇ 2 ਜਾਂ 4 ਲੋਕੋ। ਅਸੀਂ ਮਾਰਿਆ ਕਦੇ ਵੀ ਮੁੱਕਣਾ ਨਹੀਂ ਓ। ਐਡੀ ਲੰਮੀ ਐ ਸਾਡੀ ਕਤਾਰ ਲੋਕੋ। ਸੇਵਾ ਦੇਸ਼ ਦੀ ਜਿੰਦੜੀ ਏ ਬੜੀ ਔਖੀ। ਸੇਵਾ ਦੇਸ਼ ਦੀ ਜਿੰਦੜੀ ਏ ਬੜੀ ਔਖੀ। ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ। ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਹਾਂ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਗੱਲਾਂ ਨਾਲ ਨਹੀਂ ਕਦੇ ਕੋਈ ਕੌਮ ਬਣਦੀ, ਤੇ ਕੌਮਾਂ ਨਾਲ ਕੁਰਬਾਨੀ ਦੇ ਬਣਦੀਆਂ ਨੇ। ਆਜ ਕੀ ਕੌਮ ਦੇ ਕੌਮ ਤੋਂ ਵਾਰ ਜਿੰਦ ਨੂੰ, ਤੇਰੀ ਜਾਲਾ ਲੈਂਦੇ ਆਪਣੇ ਮਨ ਦੀਆਂ ਨੇ। ਮੋਰਚਾ ਕਿਸਾਨਾਂ ਵਾਲਿਆ ਸਾਰਾ ਸ਼ਾਂਤਮਈ ਢੰਗ ਆਪਣਾ ਕੇ। ਅੱਗੇ ਘਰਾਂ ਨੂੰ ਆਪਣੇ ਕਾਲੇ ਬਿੱਲ ਸਾਰੇ ਰੱਦ ਕਰਵਾ ਕੇ। ਉਹ ਲਿਖਿਆ ਜੋ ਪਊ ਵਿੰਡੀਆਂ, ਹਾਂ ਲਿਖਿਆ ਜੋ ਪਊ ਵਿੰਡੀਆਂ ਗਾਵੇ ਢਾਡੀ ਜਥਾ ਸੰਗਤਾਂ ਚ ਖੜ ਕੇ। ਹੱਕ ਲੈਣੇ ਆ ਕਿਸਾਨਾਂ ਨੇ ਤੇਰੀ ਹੈਗੀ ਉੱਤੇ ਦਿੱਲੀਏ ਚੜ ਕੇ। ਹੱਕ ਲੈਣੇ ਆ ਕਿਸਾਨਾਂ ਨੇ ਤੇਰੀ ਹੈਗੀ ਉੱਤੇ ਦਿੱਲੀਏ ਚੜ ਕੇ। ਹੱਕ ਲੈਣੇ ਆ ਕਿਸਾਨਾਂ ਨੇ। ਇਹ ਮੋਰਚਾ ਪੰਜਾਬ ਵਿੱਚੋਂ ਸ਼ੁਰੂ ਹੋਇਆ ਤੇ ਪੰਜਾਬੀ ਕੈਸੇ ਨੇ। ਇਹ ਐਸੀ ਬਹਾਦਰ ਕੌਮ ਹੈ ਜਿਸ ਪਰ ਥਾਂ ਇੱਕ ਅੰਗਰੇਜ਼ ਰਾਈਟਰ ਕਹਿੰਦਾ, ਸਿੱਖ ਕਮਿਊਨਿਟੀ ਨੈਵਰ ਲੂਜ਼ਸ, ਕਦੀ ਹਾਰਨ ਵਾਲੀ ਨਹੀਂ ਤੇ ਗੁਰੂ ਕਿਰਪਾ ਕਰੇਗਾ। ਇਹ ਬੜਾ ਪੀਸਫੁਲੀ ਚੱਲ ਰਿਹਾ ਹੈ ਮੋਰਚਾ ਤੇ ਸਤਿਗੁਰੂ ਸਾਨੂੰ ਜਿੱਤ ਬਖਸ਼ੇਗਾ। ਉਹਦਾ ਕਾਰਨ ਪਤਾ ਕੀ ਹੈ? ਦਸਮ ਪਾਤਸ਼ਾਹ ਦਾ ਇੱਕ ਸਵਈਆ ਹੈ, ਦੇ ਸ਼ਿਵਾ ਬਰਮੋਏ ਇਹ ਹੈ ਸ਼ੁਭ ਕਰਮਨ ਤੇ ਕਬਹੂ ਨਾ ਡਰੋ, ਨਾ ਡਰੋ ਅਰ ਸੋ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ। ਸਤਿਗੁਰੂ ਕਿਰਪਾ ਕਰੇਗਾ, ਨਿਸ਼ਚੇ ਨਾਲ ਸਾਡੀ ਜਿੱਤ ਹੋਵੇਗੀ। ਸਟੇਜ ਵੱਲੋਂ ਵੀ ਤੇ ਮੈਂ ਆਪਣੇ ਢਾਡੀ ਇੱਥੇ ਵੱਲੋਂ ਭੈਣਾਂ ਦਾ ਬਹੁਤ ਧੰਨਵਾਦ ਕਰਦਾ। ਤੁਹਾਡੀ ਗਿਣਤੀ ਵੀਰਾਂ ਨਾਲੋਂ ਜ਼ਿਆਦਾ ਹੈ ਤੇ ਭੈਣੋ ਤੁਹਾਡੇ ਹੱਥ ਵਿੱਚ ਇੱਕ ਪਾਵਰ ਬੜੀ। ਇੱਕ ਅੰਗਰੇਜ਼ ਰਾਈਟਰ ਕਹਿੰਦਾ, ਉਹ ਕਹਿੰਦਾ ਦਾ ਹੈਂਡ ਦੈਟ ਰੌਕਸ ਦਾ ਕ੍ਰੈਡਲ ਰੂਲਸ ਦਾ ਵਰਲਡ। ਜਿਹੜਾ ਹੱਥ ਭੰਗੂੜਾ ਲਾਉਣ ਦੀ ਸਮਰੱਥਾ ਰੱਖਦਾ ਨਾ, ਉਹ ਦੁਨੀਆ ਤੇ ਰਾਜ ਕਰਨਾ ਵੀ ਸਿਖਾਉਂਦਾ ਹੈ। ਤੁਹਾਡੇ ਹੱਥ ਵਿੱਚ ਬੜੀ ਪਾਵਰ ਹੈ ਕਿ ਤੁਸੀਂ ਆਉਣ ਵਾਲੀਆਂ ਨਸਲਾਂ ਨੂੰ ਕਿਹੋ ਜਿਹਾ ਉਹਨਾਂ ਦੇ ਸਾਹਮਣੇ ਉਹਨਾਂ ਦਾ ਵਾਤਾਵਰਨ ਰੱਖਣਾ ਹੈ, ਕਿੱਦਾਂ ਉਹਨਾਂ ਨੂੰ ਤੁਸੀਂ ਸਿੱਖ ਧਰਮ ਦੇ ਨਾਲ ਜੋੜਨਾ ਹੈ। ਤੁਹਾਡਾ ਭੈਣੋ ਧੰਨਵਾਦ ਹੈ ਤੇ ਇੰਨਾ ਧੰਨਵਾਦ ਹੈ ਵੀ ਤੁਸੀਂ ਇਸ ਵੇਲੇ ਤੱਕ, ਬੇਸ਼ੱਕ ਤੁਸੀਂ ਅੰਮ੍ਰਿਤ ਵੇਲੇ ਵੀਰਾਂ ਨਾਲੋਂ ਪਹਿਲਾਂ ਉੱਠ ਕੇ ਘਰ ਦੇ ਕੰਮ ਕਰਨੇ ਹੁੰਦੇ ਨੇ, ਤੁਸੀਂ ਇਸ ਵੇਲੇ ਤੱਕ ਬੱਚੇ ਲੈ ਕੇ ਬੈਠੀਆਂ ਹੋ। ਤੁਹਾਡਾ ਧੰਨਵਾਦ ਹੈ ਸਾਡੇ ਬਜ਼ੁਰਗਾਂ ਦਾ, ਵੀਰਾਂ ਦਾ, ਬੱਚਿਆਂ ਦਾ, ਭਰਾਵਾਂ ਦਾ, ਸੇਵਾਦਾਰਾਂ ਦਾ। ਜਿੱਥੇ ਜਿੱਥੇ ਕੋਈ ਮਾਈ ਭਾਈ ਤਨ ਮਨ ਕਰਕੇ ਸੇਵਾ ਕਰ ਰਿਹਾ, ਧਨ ਕਰਕੇ ਸੇਵਾ ਕਰ ਰਿਹਾ, ਉਹਨਾਂ ਸਭ ਦਾ ਧੰਨਵਾਦ ਹੈ। ਹੁਣ ਕਿਰਪਾ ਕਰੋ, ਸਾਨੂੰ ਆਗਿਆ ਬਖਸ਼ੋ, ਅਸੀਂ ਤੁਹਾਡੇ ਜੀ ਤੋਂ ਲਾਂਭੇ ਹੋਈਏ ਤੇ ਸਮੁੱਚਾ ਅਰਦਾਸਾ ਕਰ ਦਿਓ ਕੋ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਾਥੀ ਮੇਰੇ ਪੂਜਾ ਪਿਤਾ ਉਸਤਾਦ ਗਿਆਨੀ ਮਿਲਖਾ ਸਿੰਘ ਮੌਜੀ ਸਾਹਿਬ ਦੇ ਸਪੁੱਤਰ ਭਾਈ ਪ੍ਰਭਜੋਤ ਸਿੰਘ ਜੀ ਬੀਗੇ, ਇਸ ਵੇਲੇ MA ਵਿਦਿਆਰਥੀ ਸਰਿਆਲੀ ਕਲਾਂ। ਸਰੰਗੀ ਮਾਸਟਰ ਭਾਈ ਗੁਰਸਾਹਿਬ ਸਿੰਘ ਜੀ ਬੀਗੇ, ਇਸ ਵੇਲੇ MA ਵਿਦਿਆਰਥੀ ਜੱਦੀ ਨਗਰ ਪਹੂਵਿੰਡ।
ਢਾਡੀ ਭਾਈ ਸੁਖਵਿੰਦਰ ਸਿੰਘ ਜੀ BA ਸਰਿਆਲੀ ਕਲਾਂ। ਦਾਸ ਹਮ ਅਵਗੁਣ ਭਰੇ ਇਹ ਗੁਣ ਨਹੀਂ। ਮਨਵੀਰ ਸਿੰਘ BA ਇਸ ਵੇਲੇ MA ਵਿਦਿਆਰਥੀ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਾਵਨ ਜਨਮ ਸਥਾਨ ਨਗਰ ਪੋਵਿੰਡ ਤੋਂ ਆਪ ਜੀ ਦੀ ਚਰਨ ਧੂੜੀ ਪਰਸਨ ਵਾਸਤੇ ਪਹੁੰਚੇ ਸਾਂ। ਭਾਈ ਦਲਜੀਤ ਸਿੰਘ ਜੀ ਉਹਨਾਂ ਨੇ ਹੁਕਮ ਕੀਤਾ ਸੀ। ਧੰਨਵਾਦ ਉਹਨਾਂ ਦਾ ਹੋਏ ਵਿਚੋਲਾ ਆਣ ਮਿਲਾਵੇ। ਸਾਰੀ ਸੰਗਤ ਦਾ ਧੰਨਵਾਦ ਹੈ। ਗੁਰੂ ਕੀ ਹਜ਼ੂਰੀ ਵਿੱਚ ਬੈਠੇ ਸਿੰਘ ਸਾਹਿਬ ਜੀ ਵੱਲੋਂ 200 ਰੁਪਏ ਢਾਡੀ ਕਲਾ ਤੋਂ ਖੁਸ਼ ਹੋ ਕੇ ਭੇਜਿਆ ਗਿਆ। ਮੈਂ ਧੰਨਵਾਦ ਕਰਦਾ। ਰੋਮ ਰੋਮ ਕਰਕੇ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ। ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ। ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਜਿਨ੍ਹਾਂ ਦੀ ਕਿਰਪਾ ਸਦਕਾ ਇਹ ਸਾਧ ਸੰਗਤ ਕੀਤੀ ਹੈ। ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਦਿਦਾਰੇ ਕੀਤੇ ਨੇ। ਸਤਿਗੁਰੂ ਜੀ ਦਾ ਰੋਮ ਰੋਮ ਕਰਕੇ ਧੰਨਵਾਦ। ਭਗਤ ਧੰਨਾ ਜੀ ਦੇ ਜਨਮ ਦਿਹਾੜੇ ਦੀਆਂ ਫੇਰ ਦਾਤ ਦੇ ਸਮੁੱਚੇ ਢਾਡੀ ਇੱਥੇ ਵੱਲੋਂ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ। ਸਤਿਗੁਰੂ ਕਿਰਪਾ ਕਰੇ ਜਿੱਥੇ ਅਸੀਂ ਬਾਹਰ ਰੂਪੀ ਪ੍ਰਕਾਸ਼ ਦਿਹਾੜੇ ਮਨਾ ਰਹੇ ਹਾਂ ਉੱਥੇ ਸਾਡੇ ਅੰਦਰ ਵੀ ਪ੍ਰਕਾਸ਼ ਹੋ ਜਾਵੇ। ਕੇਵਲ ਇਹ ਨਾ ਹੋਵੇ ਕਿ ਅਸੀਂ ਪ੍ਰਕਾਸ਼ ਦਿਹਾੜਾ ਬਾਹਰੋਂ ਮਨਾ ਕੇ ਪ੍ਰਸ਼ਾਦ ਪਾਣੀ ਛਕ ਕੇ ਚਲੇ ਜਾਈਏ। ਸਾਡੇ ਅੰਦਰ ਜਿਸ ਦਿਨ ਪ੍ਰਕਾਸ਼ ਹੋ ਗਿਆ ਸਾਡੇ ਦਿਹਾੜੇ ਮਨਾਏ ਸਫਲੇ। ਸਤਿਗੁਰੂ ਕਿਰਪਾ ਕਰੇ। ਧੰਨਵਾਦ ਹੈ ਸਭ ਦਾ। ਆਜ਼ਾਦ ਵੈਬ TV ਬੜੀ ਅਪਾਰ ਬਖਸ਼ਿਸ਼ ਹੈ। ਸਿੱਕੀ ਸਰੂਪ ਵਾਲਾ ਵੀਰ ਹੈ ਸਾਡਾ ਔਰ ਚੰਗੀਆਂ ਗੱਲਾਂ ਨੂੰ ਉਚੇਚੀਆਂ ਕੱਟ ਕੇ ਨੈੱਟ 'ਤੇ ਪਾਉਂਦੇ ਨੇ। ਉਹਨਾਂ ਦਾ ਵੀ ਧੰਨਵਾਦ ਹੈ। ਬੜੀ ਪਾਰ ਬਖਸ਼ਿਸ਼ ਸੋਹਣਾ ਦੇਸ਼ਾਂ ਵਿਦੇਸ਼ਾਂ ਵਿੱਚ ਉਹਨਾਂ ਵੀ ਨਾਮਣਾ ਕੱਟਿਆ ਹੈ। ਧੰਨਵਾਦ ਹੈ ਸਾਊਂਡ ਵਾਲੇ ਭਾਈ ਦਾ। ਧੰਨਵਾਦ ਜਿਹਦੇ ਜ਼ਰੀਏ ਤੁਹਾਡੇ ਤੱਕ ਆਵਾਜ਼ ਪਹੁੰਚੀ। ਦੁਨੀਆ ਦੇ ਰਹਿਬਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ। ਭੁੱਲਾਂ ਸਾਡੀਆਂ ਸਾਡੀ ਚੋਲੀ ਇਤਿਹਾਸ ਗੁਰੂ ਦਾ ਵੱਡ ਵਡੇਰ ਦਾ ਦੇ ਵਿੱਚ ਵਸਾਇਓ। ਪਿਆਰ ਸਤਿਕਾਰ ਨਾਲ ਬੁਲਾਓ ਫਤਿਹ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।